चलो जो तारे खां आजम मारता ਉਹਨੂੰ ਰਾਜਗੱਦੀ ਤੇ ਬਹਾਤਾ ਬਹਾਦਰ ਸ਼ਾਹ ਨੂੰ ਤੇ ਫਿਰ ਕਹਿੰਦੇ ਵੀ ਇਹ ਸਾਨੂੰ ਦਿੱਲੀ ਦਿਖਾਓ। ਜਿਹੜੀਆਂ ਸੰਗਤਾਂ ਸਿੱਖ ਸੰਗਤਾਂ 'ਚ ਉਹਨਾਂ ਨੇ ਸੋਚਿਆ ਵੀ ਇੱਥੇ ਬਹੁਤ ਦਲ ਰਹਿੰਦਾ ਹੈ ਜਿਨ੍ਹਾਂ ਦੇ ਕਿਸੇ ਦਾ ਭਾਈ ਮਰ ਗਿਆ, ਕਿਸੇ ਦਾ ਭਤੀਜਾ ਮਰ ਗਿਆ, ਕਿਸੇ ਦਾ ਭਣੋਜਾ ਮਰ ਗਿਆ, ਕਿਤੇ ਇੱਥੇ ਉਹ ਬੰਦੇ ਬਹੁਤ ਬੈਠੇ ਨੇ ਦਿੱਲੀ 'ਚ। ਆਪਾਂ ਸਤਿਗੁਰੂ ਨੂੰ ਲੈ ਕੇ ਤੁਰ ਪਏ, ਕੋਈ ਪੁਰਾਣਾ ਖੋਬ ਜਾਗ ਪਏ, ਕੋਈ ਅੰਦਰੋਂ ਹੀ ਬੈਠਾ ਗੋਲੀ ਮਾਰੇ। ਉਹਨਾਂ ਨੇ ਦੂਰਬੀਨ ਥਈ ਦਿਖਾਤੀ 10ਵੇਂ ਪਾਤਸ਼ਾਹ ਨੂੰ ਸਾਰੀ ਵੀ ਮਹਾਰਾਜਾ ਕੁਤਬਨਾਰਾ, ਲਾਲ ਕਿਲਾ, ਫਲਾਨਾ ਧਮਕਾ, ਸਾਰਾ ਕੁਝ ਦਿਖਾਤਾ। ਫਿਰ ਕਹਿੰਦੇ ਸਾਨੂੰ ਉਹ ਜਗ੍ਹਾ ਦਿਖਾਓ ਜਿੱਥੇ ਸਾਡੇ ਪਿਤਾ ਦੀ ਸ਼ਹਾਦਤ ਹੋਈ ਹੈ। ਉਹ ਜਗ੍ਹਾ 'ਤੇ ਲੈ ਗਏ, ਉਹ ਚੌਂਕ 'ਚ ਲੈ ਗਏ ਵੀ ਮਹਾਰਾਜ ਇੱਥੇ ਅਣਹੋਣੀ ਹੋਈ। ਉਹ ਜਿਹੜੀ ਔਰੰਗਜ਼ੇਬ ਨੇ ਕੀਤੀ, ਤੁਹਾਡੇ ਪਿਤਾ ਦਾ ਸੀਸ ਕੱਟਿਆ ਇਹ ਜਗ੍ਹਾ 'ਚ। ਉੱਥੇ ਫਿਰ ਸੰਗਤਾਂ ਨੂੰ ਲਾ ਕੇ ਇੱਕ ਗੁਰਦੁਆਰਾ ਬਣਾਇਆ। ਗੁਰਦੁਆਰਾ ਬਣਾ ਕੇ ਤੇ ਜਿਹੜੀ ਬੀਬੀ ਘਰੋਂ ਮਹਿਲ ਤੇ ਛੋਟੇ ਆਪਣਾ ਉਹਨਾਂ ਦਾ ਨਾਮ ਸੀਗਾ, ਚਲੋ ਮਾਤਾ ਜੀ ਕਹਿੰਦੇ ਨੇ, ਹਰ ਮੈਂ ਚੁੱਕ ਗਿਆ ਨਾ ਉਹਨਾਂ ਦਾ, ਜਿਨ੍ਹਾਂ ਦਾ ਵੱਡਾ ਪੁੱਤਰ ਸੀ ਅਜੀਤ ਸਿੰਘ, ਉਹਨਾਂ ਦਾ ਇੱਕੋ ਹੀ ਪੁੱਤਰ ਸੀ, 3 ਦੂਸਰੀ ਦੇ ਤੇ। ਉਸ ਨੂੰ ਮਾਤਾ ਸੁੰਦਰੀ ਜੀ ਉਹਨਾਂ ਨੂੰ ਉੱਥੇ ਸੌਂਪਤਾ ਵੀ ਇੱਥੇ ਤੈਂ ਰਹਿਣਾ। ਉਹ ਕਹਿਣ ਲੱਗੀ ਮਹਾਰਾਜ ਮੈਨੂੰ ਕੋਈ ਫਿਰ ਪੁੱਤਰ ਦੇ ਦਿਓ, ਮੈਂ ਰਹੂੰ ਕਾਹਦੇ ਆਸਰੇ। ਇੱਕ ਸੁਨਿਆਰੇ ਦੇ ਕੋਲ ਪੁੱਤਰ ਸੀਗਾ, ਉਹਦੀ ਰੂਹ ਉਹਦੇ ਬੱਚੇ ਵਰਗੀ ਸੀ ਮਾਤਾ ਸੁੰਦਰੀ ਜੀ ਨੇ। ਉਹ ਕਹਿੰਦੀ ਜੀ ਮੈਨੂੰ ਆਹੀ ਪੁੱਤਰ ਦਵਾ ਦਿਓ ਤੁਹਾਡੇ ਸੇਵਕ ਤੋਂ। ਉਹ ਕਹਿੰਦੇ ਪਾਲਕ ਪੁੱਤਰ ਮੰਗਦੀ ਤਾਂ ਹੈ, ਔਖੀ ਹੋਏਗੀ ਮਗਰੋਂ। ਇਹ ਦੁੱਖ ਦੇਣ ਵਾਲੇ ਹੁੰਦੇ ਨੇ ਅੱਜ ਕੱਲ੍ਹ ਦੇ ਜਿਹੜੇ ਜੀਵ ਨੇ। ਰਹਿਣ ਦੇ ਇਸ ਕੰਮ ਨੂੰ, ਕਹਿੰਦੀ ਨਹੀਂ ਚੰਗਾ ਲੈ ਲੈ। ਉਹ ਵੀ ਦਿੱਤਾ ਤੇ ਉੱਥੋਂ 10ਵੇਂ ਪਾਤਸ਼ਾਹ ਨੇ ਉਹ ਫਿਰ ਗੁਰਦੁਆਰਾ ਬਣਾ ਕੇ ਤੇ ਉੱਥੇ ਮਾਤਾ ਜੀ ਨੂੰ ਉੱਥੇ ਛੱਡਤਾ ਵੀ ਤੂੰ ਇੱਥੇ ਹੀ ਰਹਿਣਾ, ਅੰਮ੍ਰਿਤਸਰ ਨਹੀਂ ਜਾਣਾ। ਉੱਥੇ ਮਸੰਦ ਰਹਿੰਦੇ ਨੇ, ਉਹ ਤੈਨੂੰ ਮਾਰ ਦੇਣਗੇ ਤੇ ਤੂੰ ਤੇਰੀ ਪੂਜਾ ਇੱਥੇ ਹੀ ਹੋਊ, ਸੰਗਤਾਂ ਤੇਰੀਆਂ ਇੱਥੇ ਹੀ ਤੇਰੇ ਕੋਲ ਬਥੇਰੀਆਂ ਆਉਣਗੀਆਂ। ਉੱਥੋਂ ਫਿਰ ਉਹਨਾਂ ਨੇ ਉੱਧਰੋਂ ਔਰੰਗਜ਼ੇਬ ਦਾ ਇੱਕ ਮਰਾਬ ਆ ਗਿਆ। ਉਹ ਕਹਿੰਦਾ ਮਹਾਰਾਜ ਤੁਹਾਨੂੰ ਬਾਦਸ਼ਾਹ ਬਹੁਤ ਯਾਦ ਕਰਦਾ। ਆਗਰੇ ਟਿਕਿਆ ਹੋਇਆ ਅੱਜ ਕੱਲ੍ਹ। ਉੱਥੇ ਕਹਿੰਦੇ ਵੀ ਛੇਤੀ ਆਉਣ 10ਵੇਂ ਪਾਤਸ਼ਾਹ। ਕਹਿੰਦੇ ਭਾਈ ਅਸੀਂ ਤਿਆਰੀ ਤਾਂ ਕਰੀ ਜਾਂਦੇ ਹਾਂ, ਪਰ ਹੁਣ ਇੱਧਰੋਂ ਆਹ ਕੰਮ ਕਾਰਜ ਹੋ ਗਿਆ, ਇਹ ਨਿਬੇੜ ਕੇ ਹੁਣ ਅਸੀਂ ਆਏ ਛੇਤੀ ਆ ਮਿਲਾਂਗੇ। ਮਗਰੀ 10ਵੇਂ ਪਾਤਸ਼ਾਹ ਨੇ ਚਾਲਾ ਪਾਤਾ, ਕਿਤੇ ਰਾਤ ਕਿਤੇ ਦਿਨ, ਕਿਤੇ ਰਾਤ ਕਿਤੇ ਦਿਨ, ਕੱਟਦੇ ਮੰਜ਼ਲਾਂ ਜਾਂਦੇ ਨੇ। ਆਗਰੇ ਦੇ ਨੇੜੇ ਹੀ ਪਹੁੰਚ ਗਏ 10ਵੇਂ ਪਾਤਸ਼ਾਹ ਜੀ। ਆਗਰੇ ਦੇ ਨੇੜੇ ਪਹੁੰਚੇ ਤਾਂ ਉੱਥੇ ਜਾ ਕੇ ਡੇਰਾ ਲਾ ਲਿਆ, ਥੋੜ੍ਹੀ ਦੂਰ ਦੇ ਵਿੱਚ ਤੇ ਡੇਰਾ ਲਾਇਆ। ਉੱਥੇ 4 ਚੁਫੇਰੇ ਫਿਰਦੇ ਨੇ, ਚੰਗੀ ਸੋਹਣੀ ਜਗ੍ਹਾ ਦੇਖੀ, ਇੱਕ ਬਾਗ ਸੀ, ਸੁੰਦਰ ਬਗੀਚਾ, ਉਹਦੇ ਵਿੱਚ ਜਾ ਕੇ ਚੰਗੇ ਮੇਵਿਆਂ ਦੇ ਬਿਰਖ ਭਰੇ ਹੋਏ। ਉੱਥੇ ਕਹਿੰਦੇ ਵੀ ਆਹ ਜਗ੍ਹਾ ਆਪਣੇ ਲੈ ਕੇ ਇੱਥੇ ਡੇਰਾ ਲਾ। ਉੱਥੇ ਡੇਰਾ ਲਾ ਲਿਆ, ਉਠਾਂ ਨੂੰ ਘਾਹ ਘੂਹ ਪਾ ਤੇ ਆਪਣਾ ਇਹਨਾਂ ਨੂੰ ਘੋੜਿਆਂ ਨੂੰ ਘਾਹ ਪਾ ਤੇ ਸਾਰਿਆਂ ਨੂੰ ਜਿੰਨੀਆਂ ਸਵਾਰੀਆਂ ਤੀਆਂ ਗੱਡੇ ਵੱਧ ਸਾਰੇ ਇਕੱਠੇ ਹੋ ਗਏ। ਉੱਥੇ ਸਾਰਾ ਕੁਛ ਸੰਗਤਾਂ ਨੇ ਲਿਆ ਦਿੱਤਾ ਤੇ ਉਹ ਕੁਛ ਸ਼ਹਿਰ 'ਚੋਂ ਮੰਗਾ ਲਿਆ ਪਾਇਆ। ਦੂਜੇ ਦਿਨ ਤੜਕੇ ਫੇਰ ਉਧਰੋਂ ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ ਵੀ 10ਵੇਂ ਪਾਤਸ਼ਾਹ ਜੀ ਆ ਗਏ, ਡੇਰਾ ਤਾਂ ਨੇੜੇ ਹੀ ਹੈ। ਉਹਨੇ ਵੀ ਆਪਦੇ ਮਰਾਬ ਭੇਜੇ ਤੇ ਨਾ ਮਾਇਆ ਦੇ ਕੇ ਤੁਰੇ ਵੀ ਕੋਈ ਖਰਚ ਪੱਠਾ ਥੋੜ੍ਹਾ ਹੁੰਦਾ ਤਾਂ ਦੇ ਕੇ ਆਈ ਭਾਈ, ਵੀ ਨਾਲ ਸੰਗਤ ਵੱਡੀ ਹੈ, ਪਸ਼ੂ ਪਸਾਰਾ ਬਹੁਤ ਹੈ। ਉਹ ਸਾਰਾ ਕੁਛ ਲੈ ਕੇ ਮਰਾਬ ਪਹੁੰਚ ਗਿਆ। ਆ ਗਏ ਮਹਾਰਾਜ, ਕਹਿੰਦੇ ਆ ਗਏ ਜੀ। ਆਹ ਉਹਨਾਂ ਵੱਲੋਂ ਚਿੱਠੀ ਹੈ, ਤੁਹਾਨੂੰ ਬੇਨਤੀ ਕਰੀ ਹੈ ਤੇ ਇਹ ਤੁਹਾਡੇ ਵਾਸਤੇ ਉਹਨਾਂ ਨੇ ਸ਼ਰਨ ਦੇ ਵਿੱਚ ਮਾਇਆ ਭੇਜੀ। ਆ ਗਏ ਭਾਈ ਇੱਥੇ ਖਜ਼ਾਨੇ 'ਚ। ਉਹ ਮਾਇਆ ਵੀ ਰੱਖ ਲਈ ਤੇ ਜਾਓ ਬਾਦਸ਼ਾਹ ਨੂੰ ਕਹਿ ਦਿਓ ਵੀ ਜਿਹੜੀ ਤੈਨੂੰ ਦਿੱਤੀ ਹੈ ਨਿਰਭੈ ਹੋ ਕੇ ਰਾਜ ਕਰ, ਤੇਰੇ ਮੂਹਰੇ ਕੋਈ ਨਹੀਂ ਖੜੂਗਾ, ਸਾਡੀ ਕਿਰਪਾ ਹੈ ਤੇਰੇ 'ਤੇ, ਸਭ ਤੇਰੇ ਆਪਦੇ ਆਪ ਆ ਕੇ ਅਧੀਨ ਹੋਣਗੇ, ਤੇਰਾ ਨਾਂ ਸੁਣ ਜਿੰਨੀ ਮਾਰਵਾੜ ਹੈ, ਜਿੰਨੀ ਦੇਖਣ ਦਿਸ਼ਾ ਸਾਰੀ ਤੇਰੇ ਆਪੇ ਪੈਰਾਂ 'ਚ ਆਊ। ਇਹ ਸਾਡੀ ਕਿਰਪਾ ਦੇ ਨਾਲ ਤੇ ਤੂੰ ਨਿਰਭੈ ਹੋ ਕੇ ਰਾਜ ਕਰ। ਉਹ ਕਰਦੇ ਕਰਦੇ ਰਾਜ ਉੱਥੇ ਇੱਕ
ਖਾਨ ਖਾਨਾ ਸੀ। ਉਹ ਖਾਨ ਖਾਨੇ ਨੂੰ ਪਤਾ ਲੱਗਿਆ ਵੀ ਸਤਿਗੁਰੂ ਜੀ ਆਏ ਹੋਏ ਨੇ। ਉਹਨੇ ਸੋਚਿਆ ਵੀ ਆਪਾਂ ਵੀ ਮਿਲੀਏ। ਜਾ ਕੇ ਮਿਲਿਆ ਖਾਨ ਖਾਨਾ। ਮਹਾਰਾਜ ਇੱਥੇ ਨਾਲੋਂ ਉੱਧਰਲੇ ਪਾਸੇ ਰਾਮ ਚੰਗਾ, ਉੱਧਰ ਜਗ੍ਹਾ ਸੋਹਣੀ ਹੈ, ਉੱਥੇ ਚੱਲੋ। ਉਹਨਾਂ ਨੂੰ ਉੱਥੇ ਲੈ ਗਿਆ। ਉੱਥੋਂ ਲਿਜਾ ਕੇ ਪਰ ਦਿਲ ਦੇ ਵਿੱਚ ਆਸ਼ਾ ਸੀ ਕੀ ਵੀ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਚਰਨ ਪਾਉਣ, ਮੇਰਾ ਘਰ ਪਵਿੱਤਰ ਹੋ ਜਾਵੇ। ਇਹ ਕਹਾਣੀ ਦੀ ਅੰਦਰੋਂ ਢਿੱਡ ਨੂੰ ਥੀ ਅੰਦਰੋਂ ਭਗਤ ਉਹਨਾਂ ਦਾ। ਉਹ ਭਗਤੀ ਦੇ ਕਾਰਨ ਉੱਠ ਕੇ ਉਹ ਕਹਿੰਦੇ ਚੱਲ ਭਾਈ ਉੱਧਰ ਵਗ ਚੱਲੇ। ਉੱਧਰ ਵਗ ਗਏ। ਉਹਨਾਂ ਦੀ ਉੱਥੇ ਸੰਗਤ ਲੱਗਦੀ ਹੁੰਦੀ ਇੱਕ ਜਗ੍ਹਾ ਦੇ ਉੱਤੇ। ਬੜੇ ਤਕੜੇ ਤਕੜੇ ਮੌਲਵੀ, ਵਿਦਵਾਨ, ਕਾਜੀ, ਹੋਰ ਸਾਰੇ ਪ੍ਰਕਾਰ ਦੇ ਬੰਦੇ ਉੱਥੇ ਸੁਣਨ ਵਾਲੇ ਵੀ ਹੁੰਦੇ ਅਤੇ ਸੁਣਾਉਣ ਵਾਲੇ ਵੀ ਹੁੰਦੇ। ਉਹ ਦਰਬਾਰ ਦੇ ਵਿੱਚ ਜਾ ਕੇ ਉੱਥੇ ਚੰਦਨ ਚੌਕੀ ਦੇ ਉੱਤੇ ਬਿਠਾਤਾ 10ਵੇਂ ਪਾਤਸ਼ਾਹ ਨੂੰ। ਉੱਥੇ ਗੱਲਾਂ ਹੋਣ ਲੱਗ ਗਈਆਂ। ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਆਪਾਂ ਐਂ ਆ ਜੀ, ਆ ਜੀ ਬਾਏ, ਸਾਰੇ ਹੇਠਾਂ ਉੱਤਾ ਕਰੀ ਗਏ। ਇੱਕ ਉਹਦੇ 'ਚ ਸਰਹੰਦ ਦਾ ਮੁਸਲਮਾਨ ਬੈਠਾ ਸੀ ਸਾਜਦ। ਉਹ ਜਦੋਂ ਗੁਰੂ ਦੀਆਂ ਵਡਿਆਈਆਂ ਕਰੀਂਗੇ ਵੀ ਗੁਰੂ ਨੇ ਐਂ ਕਰਿਆ, ਗੁਰੂ ਨੇ ਐਂ ਕਰਿਆ, ਇੰਨੀ ਦੁਨੀਆ ਮਾਰੀ, ਇੱਕ ਸ਼ਹਿਨਸ਼ਾਹ ਦੇ ਨਾਲ ਟੱਕਰ ਲੈਣੀ ਕੋਈ ਸੌਖੀ ਗੱਲ। ਉਹ ਕਾਜੀ ਬੈਠਾ ਸੜੀ ਜਾਂਦਾ, ਜਿਹੜਾ ਸਰਹੰਦ ਦਾ ਸਾਜਦ। ਉਹ ਸੋਚਦਾ ਹੈ ਵੀ ਇਹਦੀ ਐਡੀ ਸ਼ਕਤੀ ਦੱਸਦੇ ਨੇ, ਹੁਣ ਇਹ ਸਾਵਾਂ ਹੀ ਆਪਾਂ ਇਹਨੂੰ ਪੁੱਛ ਲਈਏ ਵੀ ਤੇਰੇ 'ਚ ਕੀ ਕਰਾਮਾਤ ਹੈ। ਉਹ ਕਹਿਣ ਲੱਗਿਆ ਮਹਾਰਾਜ ਸਾਰੇ ਬਹੁਤ ਤੁਹਾਡਾ ਜਸ ਪੈਸੇ ਸਾਰਾ ਹੋਇਆ ਜਸ ਦਾ, ਪਰ ਤੁਹਾਡੇ 'ਚ ਕੋਈ ਕਰਾਮਾਤ ਹੈ? ਉਹ ਕਹਿੰਦੇ ਕਰਾਮਾਤ? ਹਾਂ। 10ਵੇਂ ਪਾਤਸ਼ਾਹ ਜਾਣਗੇ ਵੀ ਇਹ ਤਰਕ ਮਾਰਦਾ, ਤਰਕ ਨਾ ਪੁੱਛਦਾ। ਉਹ ਕਹਿੰਦੇ ਭਾਈ ਸਾਤੋਂ ਤਾਂ ਕਾਹਨੂੰ ਪੁੱਛਦਾ ਤੂੰ? ਤੇਰਾ ਕਰਾਮਾਤ ਜੋ ਕਰਾਮਾਤ ਹੈ ਉਹ ਤੂੰ ਬਾਦਸ਼ਾਹ ਦੇ ਮੁਖ 'ਤੇ ਜਾ ਕੇ ਦੇਖ ਲੈ ਵੀ ਕਿੱਡਾ ਵੱਡਾ ਬਾਦਸ਼ਾਹ ਉਹ, ਕਿੱਥੇ ਤੱਕ ਹੁਕਮ ਚੱਲਦਾ, ਉਹ ਕਿਹਦਾ ਚਲਾਇਆ ਚੱਲਦਾ। ਉਹ ਸਾਰੀ ਗੱਲ ਤੈਨੂੰ ਬਾਦਸ਼ਾਹ ਦੇ ਮੁਖ ਤੋਂ ਪਤਾ ਲੱਗ ਜੂ। ਕਰਾਮਾਤ ਵਾਲੀ ਤਾਂ ਇਹ ਗੱਲ ਹੈ ਵੀ ਉਹ ਘੜੀ 'ਚ ਕੀਰ ਨੂੰ ਅਮੀਰ ਵੀ ਕਰ ਸਕਦੇ ਹੈ, ਅਮੀਰ ਨੂੰ ਉਹ ਕੀਰ ਵੀ ਕਰ ਸਕਦੇ। ਭਾਈ ਬਾਦਸ਼ਾਹ ਦੇ ਮੁਖ ਤੋਂ ਹੀ ਪੜ੍ਹ ਲੈ ਜਾ ਕੇ। ਕਹਿੰਦਾ ਮਹਾਰਾਜ ਉਹ ਤਾਂ ਠੀਕ ਹੈ ਵੀ ਉਹਦੀ ਕਰਾਮਾਤ ਹੈ, ਅੱਜ ਉਹਦਾ ਰਾਜ ਹੈ। 4 ਚੁਫੇਰੇ ਜੋ ਮੁੱਖ ਦੇ ਵਿੱਚੋਂ ਕਹਿ ਦੂ ਸੋਈ ਕਰਨਾ ਪਊ, ਚਾਹੇ ਚੰਗਾ ਚਾਹੇ ਮਾੜਾ। ਪਰ ਤੁਹਾਡੇ 'ਚ ਕੋਈ ਕਰਾਮਾਤ? ਉਹ ਫੇਰ ਮੋੜ ਕੇ ਉੱਥੇ ਟੱਕ ਮਾਰਦਾ, ਤੁਹਾਡੇ 'ਚ ਕੋਈ ਕਰਾਮਾਤ? ਉਹ ਕਹਿੰਦੇ ਸਾਡੇ 'ਚ ਕਰਾਮਾਤ? ਹਾਂ ਸਾਡੇ 'ਚ ਕਰਾਮਾਤ ਹੈ। ਗੀਝੇ 'ਚ ਪਾਇਆ ਹੱਥ ਤੇ ਮੋਹਰਾਂ ਦੀ ਲੱਪ ਭਰ ਲਈ। ਸਾਡੇ ਕੋਲ ਪਈ ਦੂਸਰੀ ਕਰਾਮਾਤ ਆ, ਇਹ ਜਿੱਥੇ ਵਰਤ ਦੇਂਗੇ ਸਾਰੇ ਕੰਮ ਸੁਧ। ਦੂਜੀ ਕਰਾਮਾਤ ਇਹ ਹੈ ਸਾਡੇ। ਕਹਿੰਦਾ ਮਹਾਰਾਜ ਮਾਇਆ ਨੂੰ ਤਾਂ ਤਫੀਕਾ ਨੇ, ਮਾਇਆ ਵਾਲਾ ਬੰਦਾ ਕੀ ਨਹੀਂ ਕਰ ਸਕਦਾ। ਜਿਹੜੀ ਗੱਲ ਮੈਂ ਪੁੱਛਦਾ ਕੋਈ ਸਾਡਾ ਨਿਰਣਾ ਨਹੀਂ ਨਾ ਹੁੰਦਾ। ਕਹਿੰਦਾ ਤੂੰ ਕੀ ਪੁੱਛਦਾ? ਕਹਿੰਦਾ ਮੈਂ ਪੁੱਛਦਾ ਵੀ ਇਹ ਕਰਾਮਾਤਾਂ ਤੋਂ ਇਲਾਵਾ ਕੋਈ ਤੁਹਾਡੇ ਵਿੱਚ ਵੀ ਹੈ? ਤੁਹਾਡੇ ਸਰੀਰ ਦੇ ਵਿੱਚ ਕੋਈ ਐਸੀ ਕਮਾਈ ਕੀਤੀ ਹੈ ਜਿਹੜੀ ਤੁਹਾਡੇ 'ਚ ਕਰਾਮਾਤ ਹੋਵੇ? ਜਿੰਨੇ ਉੱਥੇ ਬੈਠੇ ਤੇ ਸਭ ਦੀਆਂ ਤਲਵਾਰਾਂ ਨਾਲੋਂ 10ਵੇਂ ਪਾਤਸ਼ਾਹ ਦੀ ਤਲਵਾਰ ਉੱਚੀ ਸੀ, ਵੱਡੀ ਸੀ। ਕਹਿੰਦੇ ਹੋ ਅੱਛਾ ਅਜੇ ਤਸੱਲੀ ਨਹੀਂ ਤੈਨੂੰ ਹੋਈ? ਕਹਿੰਦੇ ਨਾ। 10ਵੇਂ ਪਾਤਸ਼ਾਹ ਨੇ ਪਾਇਆ ਮੁੱਠੇ 'ਚ ਹੱਥ, ਖਿੱਚ ਲਈ ਸੂਤੀ। ਜਦੋਂ ਚੰਡੀ ਪਿਆ ਚਮਕਾਰਾ, ਉਹ ਸਾਜਦ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਕਹਿੰਦੇ ਤੀਜੀ ਕਰਾਮਾਤ ਸਾਡੇ ਕੋਲ ਇਹ ਹੈ, ਬੋਲ ਹੁਣੇ ਪਰਤਿਆਉਣੀਏ, ਤੇਰਾ ਲਾ ਕੇ ਸਿਰ ਹੁਣ ਰੱਖ ਦਿੰਦੇ। ਜਿਵੇਂ ਟਾਹਣੀ ਨਾਲ ਫਲ ਡਿੱਗ ਪੈਂਦਾ ਨਾ, ਐਂ ਡਿੱਗ ਪਊ। ਦੇਖ ਲੈ ਜੇ ਪਰਤਿਆਉਣੀਏ ਦਾ। ਤੀਜੀ ਕਰਾਮਾਤ ਸਾਡੇ ਕੋਲ ਇਹ ਹੈ। ਕਹਿੰਦਾ ਕਿੱਥੋਂ ਪੰਗਾ ਲੈ ਲਿਆ ਇਹਦੇ ਨਾਲ? ਬਹਿ ਗਿਆ ਤਾਂ ਹੁਣ ਨੀਵੀਂ ਕਰਕੇ ਬੋਲਣਾ ਬੰਦ ਹੋ ਗਿਆ, ਠੁੱਕ ਗਈ ਜ਼ਬਾਨ। ਉਹ ਵੀ ਬੈਠਾ ਰਿਹਾ ਕਾਫੀ ਚਿਰ। 10ਵੇਂ ਪਾਤਸ਼ਾਹ ਵੀ ਬੈਠੇ ਰਹੇ। ਖੀਰੀ ਨੂੰ ਉੱਠ ਕੇ 10ਵੇਂ ਪਾਤਸ਼ਾਹ ਵੀ ਆਪਦੇ ਡੇਰੇ ਨੂੰ ਚੱਲ ਗਏ। ਉਹ ਵੀ ਚੱਲ ਗਏ। ਉਹ ਖਾਨ ਖਾਨਾ ਜੀ ਦੁਬਾਰੇ ਫਿਰ ਰਸਤਾਂ ਬਸਤਾਂ ਲੈ ਕੇ ਜਾ ਕੇ ਉੱਥੇ ਬਾਗ ਦੇ ਵਿੱਚ ਉਹਨੇ ਦਿੱਤੀਆਂ।
ਇਸ ਤਰ੍ਹਾਂ ਵੀ ਹੁੰਦਾ ਰਿਹਾ। ਫਿਰ ਉੱਥੇ ਹੀ ਨੇੜੇ ਇੱਕ ਬਰਹੂਨ ਨਗਰ ਸੀ। ਅੱਛਾ ਜੀ। ਫਿਰ ਉੱਥੋਂ ਚੱਲ ਕੇ ਦੂਜੇ ਦਿਨ ਡੇਰਾ ਉੱਥੇ ਬਰਹੂਨ ਕਰਤਾ। ਬਰਹੂਨ ਕੀਤਾ। ਉੱਥੇ ਇੱਕ ਚਿਰਾਂ ਦਾ ਸਾਧ ਬੈਠਾ ਸੀ, ਉਹ ਵੀ ਹਮੇਸ਼ਾ ਯਾਦ ਕਰਦਾ ਸੀ ਅੱਛਾ ਜੀ। ਵੀ ਜੇ ਕਿਤੇ ਆਉਣ ਤਾਂ ਦਰਸ਼ਨ ਹੋਣ। ਉਹਨੂੰ ਵੀ ਹੌਲੀ ਹੌਲੀ ਪਤਾ ਲੱਗ ਗਿਆ ਵੀ 10ਵੇਂ ਪਾਤਸ਼ਾਹ ਆ ਗਏ ਇੱਧਰਲੇ ਪਾਸੇ ਨੂੰ, ਜਗਤ ਗੁਰੂ ਆ ਗਏ ਇੱਧਰਲੇ ਪਾਸੇ ਨੂੰ। ਉਹ ਵੀ ਸੰਗਤਾਂ ਹੋਰ ਵੀ ਆਉਣ ਜਾਣ ਲੱਗੀਆਂ ਅਤੇ ਉਹ ਵੀ ਹੌਲੀ ਹੌਲੀ ਆਪਦੇ ਸਥਾਨ ਤੋਂ ਡੇਰੇ ਤੋਂ ਚੱਲ ਪਿਆ। ਚੱਲਿਆ ਉਹ ਕਾਫੀ ਦੂਰ ਰਹਿ ਗਿਆ ਜਿੱਥੇ ਬੈਠੇ ਤੇ ਦਰਬਾਰ ਲਈ 10ਵੇਂ ਪਾਤਸ਼ਾਹ। ਉਹਦੇ ਮਨ ਦੇ ਵਿੱਚ ਇੰਨਾ ਉਤਸ਼ਾਹ ਜਾਗਿਆ ਵੀ ਅੱਜ ਮੈਨੂੰ ਤਰਲੋਕੀਨਾਥ ਦੇ ਦਰਸ਼ਨ ਹੋਣਗੇ। ਇੰਨਾ ਵਿਰਾਗ ਉਪਜਿਆ ਫਕੀਰ ਦੇ ਮਨ ਦੇ ਵਿੱਚ, ਉਹਦਾ ਜਾਣੀ ਮਸਾਂ ਹੀ ਪੈਰ ਉੱਠਦਾ ਧਰਤੀ ਤੋਂ। ਉਹ ਜਿਵੇਂ ਕੋਈ ਜ਼ਿਆਦਾ ਅਮਲੀ ਡੱਕਿਆ ਗੇੜੇ ਖਾਂਦਾ ਜਾਂਦਾ ਹੁੰਦਾ, ਇਸ ਤਰ੍ਹਾਂ ਉਹ ਤੁਰਦਾ ਹੈ। ਉਹ ਨਾਏ ਢਿੱਡੋਂ ਨਾਮ ਜਪਦਾ ਹੁੰਦਾ ਅਤੇ ਨਾਲੇ ਉਹ ਪ੍ਰੇਮ ਦਾ ਨਜ਼ਰ ਭਰਦਾ ਹੈ ਤਾਂ ਨੇਤਰਾਂ 'ਚੋਂ ਜਲ ਵੀ ਆਉਂਦਾ ਹੈ। ਪ੍ਰੇਮ ਦੇ ਸਮੁੰਦਰ ਨੇ ਛੱਲਾਂ ਮਾਰੀਆਂ। ਅਖੀਰ ਨੂੰ ਉਹ ਡਿੱਗ ਪਿਆ। ਡਿੱਗਿਆ ਵੀ ਦੂਰ ਜਿੱਥੇ 10ਵੇਂ ਪਾਤਸ਼ਾਹ ਬੈਠੇ ਤੇ ਉਹ ਚੌਂਕੀ ਤੋਂ ਤਕੜੀ ਦੂਰ ਪਰੇ ਡਿੱਗ ਪਿਆ। ਜਦੋਂ ਡਿੱਗਿਆ ਤੇ 10ਵੇਂ ਪਾਤਸ਼ਾਹ ਦੀ ਨਿਗਾਹ ਸੀ, ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਵੀ ਭਾਈ ਉਹ ਫਕੀਰ ਡਿੱਗ ਪਿਆ, ਉਹਨੂੰ ਚੱਕੋ। ਉਹ ਛੱਡ ਕੇ ਚੰਦਨ ਚੌਂਕੀ ਨੂੰ ਆਪ ਹੀ ਚੱਲੇ। ਆਪ ਚੱਲੇ ਤਾਂ ਜਾ ਕੇ ਉਹਨਾਂ ਨੂੰ ਫੜ ਕੇ ਡੌਲੇ ਤੋਂ ਖੜਾ ਕੀਤਾ, ਉਠਾਇਆ, ਛਾਤੀ ਨਾਲ ਲਾਇਆ, ਗਲ ਨਾਲ ਲਾਇਆ, ਪਿਆਰ ਦਿੱਤਾ, ਮਿਹਰ ਦੀਆਂ ਨਜ਼ਰਾਂ ਸਿੱਟੀਆਂ ਉਹਦੇ ਫਕੀਰ ਦੇ ਉੱਤੇ। ਜਾ ਕੇ ਆਪਦੇ ਕੋਲ ਬਹਾ ਲਿਆ ਚੌਂਕੀ ਦੇ। ਸੁਣਾਓ ਮਹਾਰਾਜ ਜੀ ਕੋਈ ਗੱਲ ਫਕੀਰ ਜੀ। ਕਹਿੰਦਾ ਮਹਾਰਾਜ ਮੈਂ ਤੁਹਾਡੇ ਪਿਤਾ ਦਾ ਸੇਵਕ ਹਾਂ। ਉਹ ਫਕੀਰ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਸੇਵਕ ਹਾਂ। ਉਹ ਜਾ ਰਹੇ ਤੇ ਰਾਜਪੂਤ ਬੱਚੇ ਨਾਲ, ਮੈਂ ਵੀ ਉਹਨਾਂ ਦੇ ਨਾਲ ਸੀ, ਮੈਂ ਉਹਨਾਂ ਦੀ ਸੇਵਾ ਕਰਦਾ ਹੁੰਦਾ। ਅਤੇ ਤੁਹਾਡਾ ਜਿਸ ਮੌਕੇ ਪਤਾ ਲੱਗਿਆ ਵੀ ਸਾਹਿਬਜ਼ਾਦੇ ਨੇ ਜਨਮ ਲਿਆ ਪਟਨੇ ਦੇ ਵਿੱਚ, ਉਹ ਰਾਜਾ ਕੋਲੇ ਜਿੰਨੀਆਂ ਬੰਦੂਕਾਂ ਤੋਪਾਂ ਸੀਗੀਆਂ ਇੱਕੇ ਵਾਰੀ ਸਾਰੀਆਂ ਚੱਲੀਆਂ ਅਤੇ ਬੜੇ ਉਤਸ਼ਾਹ ਮਨਾਏ ਗਏ, ਜੈ ਜੈਕਾਰ ਦੇ ਗੀਤ ਗਾਏ ਗਏ ਅਤੇ ਉੱਥੇ ਇੰਨਾ ਧਨ ਵੰਡਿਆ ਜੀ ਫਿਰ ਮੈਂ ਗਿਣ ਨਹੀਂ ਸਕਦਾ। ਤੁਹਾਡੀ ਖੁਸ਼ੀ ਦੇ ਵਿੱਚ ਜਦੋਂ ਤੁਹਾਡਾ ਜਨਮ ਹੋਇਆ ਅਤੇ ਮੇਰੇ ਵੀ ਦਿਲ ਨੇ ਕੁਛ ਹੌਸਲਾ ਦਿੱਤਾ। ਮੈਂ ਵੀ ਕਹਿੰਦਾ 9ਵੇਂ ਪਾਤਸ਼ਾਹ ਦੇ ਨੇੜੇ ਜਿਹੇ ਹੋ ਕੇ ਬਹਿ ਗਿਆ। ਕਹਿੰਦਾ ਮੈਂ ਆਖਿਆ ਮਹਾਰਾਜ ਗੁਰੂਦੇਵ ਜਿਹੜਾ ਤੁਸੀਂ ਐਡਾ ਵੱਡਾ ਉਤਸ਼ਾਹ ਮਨਾਇਆ, ਕੋਈ ਮੰਗਤਾ ਖਾਲੀ ਨਹੀਂ ਮੁੜਨ ਦਿੱਤਾ। ਸਭ ਮਾਇਆ ਦੇ ਹੀ ਤੋਰੇ ਨੇ ਜਿੰਨੇ ਜਾਚਕ ਪਰਛਾਏ। ਇਤਨਾ ਵੱਡਾ ਤੁਸੀਂ ਇੱਥੇ ਕੜਾਹ ਪ੍ਰਸਾਦ ਉਹਦੀ ਖੁਸ਼ੀ ਦੇ ਵਿੱਚ ਵੰਡੇ, ਲੰਗਰ ਵਰਤਾਇਆ, ਤੋਪਾਂ ਦੀਆਂ ਸਲਾਮੀਆਂ ਲਈਆਂ ਨੇ। ਇਹ ਮੈਨੂੰ ਐਂ ਦੱਸੋ ਵੀ ਉਹ ਸਾਹਿਬਜ਼ਾਦਾ ਕਿੱਡੀ ਕੁ ਵੱਡੀ ਤਾਕਤ ਦਾ ਮਾਲਕ ਹੈ ਜਿਹੜੇ ਨੇ ਤੁਹਾਡੇ ਜਨਮ ਲਿਆ। 9ਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਫਕੀਰ ਜੀ ਸਾਡੇ 40 ਸਾਲ ਤੋਂ ਉਮਰ ਉੱਤੇ ਹੋ ਗਈ ਸਾਡੀ, ਸਾਨੂੰ ਰੱਬ ਨੇ ਛੇਕੜ ਦੀ ਉਮਰ ਦੇ ਵਿੱਚ ਬੱਚਾ ਦਿੱਤਾ ਹੈ, ਪਰ ਇਹ ਐਸਾ ਪੁਰਸ਼ ਦਿੱਤਾ ਹੈ, ਅਵਤਾਰ ਧਾਰਿਆ ਇਹਨੇ ਸਾਡੇ ਘਰ ਦੇ ਵਿੱਚ, ਬਹੁਤ ਘੱਲੂ ਘਾਰੇ ਹੋਣਗੇ ਇਹਦੇ ਸਿਰ ਤੇ, ਬੜੀਆਂ ਲੜਾਈਆਂ ਹੋਣਗੀਆਂ ਇਹਦੀਆਂ, ਪਰ ਅਸੀਂ ਨਹੀਂ ਦੇਖਣੀਆਂ। ਅਸੀਂ ਇਹਦੀਆਂ ਦੇਖਣੀਆਂ ਨਹੀਂ, ਇਹਦੀਆਂ ਲੜਾਈਆਂ ਤੋਂ ਪਹਿਲਾਂ ਹੀ ਚੱਲ ਜਾਣਗੇ। ਇਹਦੀ ਟੱਕਰ ਖੀਰੀ ਦਿੱਲੀ ਬਾਦਸ਼ਾਹ ਨਾਲ ਲੱਗੂਗੀ। ਫਿਰ ਇਹ ਸਾਰੇ ਜਗਤ ਦੇ ਜਿੰਨੇ ਵੀ ਪਾਪੀ ਦੁਰਾਚਾਰੀ ਹਨ, ਇਹ ਤੀਜਾ ਪੰਥ ਵੀ ਰਚੂਗਾ। ਅਤੇ ਉਹ ਮਹਾਰਾਜ ਮੈਂ ਸਾਰੇ 9ਵੇਂ ਪਾਤਸ਼ਾਹ ਦੇ ਮੂੰਹੋਂ ਸੁਣਿਆ ਗੱਲ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਫਕੀਰ ਜੀ
ਅਖੀਰ ਤੇ ਸਾਰੇ ਇੱਧਰਲੇ ਇਹ ਕੰਮ ਕਰਦਾ ਕਰਦਾ ਉਹ ਐਸੇ ਰਾਹ ਆਊਗਾ, ਇੱਧਰ ਦੱਖਣ ਵੱਲੀ ਆਊਗਾ, ਤੁਹਾਨੂੰ ਇੱਥੇ ਦਰਸ਼ਨ ਦੇ ਕੇ ਜਾਊਗਾ, ਇੱਥੇ ਹੀ ਟਿਕ ਜਾਓ ਕਿਤੇ। ਮੈਂ ਬਹਰੂਨ ਪਿੰਡ ਦੇ ਵਿੱਚ ਟਿਕ ਗਿਆ। ਮੈਂ ਉਹਦੇ ਤੋਂ ਲਿਵਲਾਈ ਬੈਠਾ ਤੁਹਾਡੀ ਵੀ ਉਹ ਟਾਈਮ ਕਦੋਂ ਆਵੇ ਜਦੋਂ ਮੈਂ ਦਰਸ਼ਨ ਕਰਾਂ, ਉਹ ਟਾਈਮ ਕਦੋਂ ਆਵੇ ਜਦੋਂ ਮੈਂ ਦਰਸ਼ਨ ਕਰਾਂ। ਅੱਜ ਤੁਹਾਡੀ ਕਿਰਪਾ ਨਾਲ ਮੇਰਾ ਜੀਉਣਾ ਸਫਲ ਹੋਇਆ। ਅੱਜ ਮੈਂ ਤੁਹਾਡਾ ਦਰਸ਼ਨ ਮੇਲਾ ਕਰ ਲਿਆ ਅਤੇ ਤੁਹਾਡੀ ਚੜ੍ਹਦੀ ਕਲਾ ਹੋਈ ਹੈ। ਚਾਰ ਚੁਫੇਰੇ ਮੈਂ ਸੁਣ ਵੀ ਰਿਹਾ ਵੀ ਉਹਨਾਂ ਨੇ ਐਂ ਕਰਿਆ, ਉਹਨਾਂ ਨੇ ਐਂ ਕਰਿਆ, ਤੀਜਾ ਪੰਥ ਵੀ ਚਲਾਤਾ, ਇਹ ਵੀ ਤੁਹਾਡਾ ਦੇਖ ਲਿਆ। ਪਰ ਹੁਣ ਮੈਂ ਇੱਕ ਬੇਨਤੀ ਕਰਦਾ, ਜੇ ਮੇਰੀ ਉਹ ਮਨਜ਼ੂਰ ਕਰ ਲਓ। ਉਹ ਕਹਿੰਦਾ ਵੀ ਕਰ, ਮੈਂ ਕਿਉਂ ਨਹੀਂ ਕਰਾਂਗੀ ਤੇਰੀ ਐਡੀ, ਜਿਹੜਾ ਇੰਨੇ ਚਿਰਾਂ ਤੋਂ ਬੈਠਾ ਤੂੰ ਸਾਡਾ ਉਡੀਕ ਕਰ ਰਿਹਾ, ਸਾਡੀ ਤੇਰੀ ਬੇਨਤੀ ਵੀ ਮੰਨਾਂਗੇ ਬਾਬਾ ਜੀ ਕਹੋ। ਪਰ ਮੈਨੂੰ ਐਂ ਲੱਗਦਾ ਤੁਸੀਂ ਸਭ ਜਿਹੜੇ ਬਕਾਰ ਤੇ ਸਭ ਤੋਂ ਪਾਸੇ ਹੋ, ਕੋਈ ਬਕਾਰ ਤੁਹਾਡੇ ਵਿੱਚ ਨਹੀਂ ਰਹਿ ਗਿਆ। ਤੁਸੀਂ ਆਪਦੀ ਜਨਮ ਨੂੰ ਆਪਦੇ ਨੂੰ ਆਪ ਸਫਲਾ ਕਰ ਲਿਆ, ਹੋਰ ਮੈਂ ਤੋਂ ਕੀ ਕਹੂੰ। ਐਦੋਂ ਮੁੜ ਕੇ ਤੁਹਾਡਾ ਇਸ ਸੰਸਾਰ 'ਚ ਜਨਮ ਨਹੀਂ ਹੋ ਸਕਦਾ। ਕਹਿੰਦਾ ਤੇਰੀ ਇੰਨੀ ਭਗਤੀ ਹੈ, ਸੱਚਖੰਡ 'ਚ ਹੀ ਰਹੇਗਾ, ਤੇਰਾ ਜੰਮਣਾ ਮਰਨਾ ਕੱਟੇਗਾ। ਤੂੰ ਆਪਦਾ ਇਸ ਮਨੁੱਖੇ ਜਨਮ ਦਾ ਇਹ ਭਲਾ ਲਿਆ ਵੀ ਮੇਰਾ ਮੁੜ ਕੇ ਨਾ ਇੱਧਰ ਜਨਮ ਹੋ। ਉਹ ਤੇਰਾ ਪਰਮਾਤਮਾ ਨੂੰ ਮਨਜ਼ੂਰ ਹੈ, ਤੂੰ ਉਹਦੇ ਕੋਲ ਹੀ ਜਾਏਗਾ। ਹੁਣ ਤੂੰ ਬੇਨਤੀ ਦੱਸ ਲੈ ਆਪਦੀ ਕਿਹੜੀ ਕਰਦੇ। ਉਹ ਹੱਸ ਕੇ ਜੀ ਜਦੋਂ 10ਵੇਂ ਪਾਤਸ਼ਾਹ ਨੇ ਕਿਹਾ, ਉਹ ਕਹਿੰਦਾ ਜੀ ਮੈਂ ਇਹ ਕਹਿਣਾ ਵੀ ਸਾਰਾ ਤੁਹਾਡਾ ਭੇਖ ਅਤੇ ਤੁਸੀਂ ਸਾਰੀ ਸੰਗਤ ਮੇਰੇ ਘਰ ਜੇ ਕੱਲ੍ਹ ਨੂੰ ਰੋਟੀ ਖਾ ਛਕ ਲਓ, ਮੇਰਾ ਜੀਵਨ ਸਫਲ ਹੋ ਜੀ, ਮੇਰੀ ਜਿਹੜੀ ਕਾਇਆ ਹੈ ਆਨੰਦ ਹੋ ਜੀ। ਕਹਿੰਦੇ ਵੀ ਜ਼ਰੂਰ ਛਕਾਂਗੇ। ਦੂਸਰੇ ਦਿਨ ਫਿਰ ਉਹ ਫਕੀਰ ਨੇ ਬਹੁਤ ਜ਼ੋਰ ਲਾ ਕੇ ਭੋਜਨ ਬਣਾਇਆ, ਬੜੇ ਸੁਗੰਧੀਦਾਰ, ਮਿੱਠੇ ਅੱਡ, ਕਰਾਰੇ ਅੱਡ, ਖੱਟੇ ਅੱਡ, ਹਰ ਪ੍ਰਕਾਰ ਦੇ ਭੋਜਨ ਤਿਆਰ ਕੀਤੇ, ਬਹੁਤ ਮਠਿਆਈਆਂ ਪਕਵਾਈਆਂ ਅਤੇ ਹੋਰ ਸਾਰਾ ਲੰਗਰ ਤਿਆਰ ਕਰਕੇ ਫਿਰ ਸੱਦਣ ਵਾਸਤੇ ਫਿਰ ਫਕੀਰ ਆਪ ਉੱਠ ਕੇ ਗਿਆ ਵੀ ਆਓ ਮਹਾਰਾਜ ਹੁਣ ਲੰਗਰ ਤਿਆਰ ਹੈ ਅਤੇ ਆਓ ਛਕੋ। ਜਾ ਕੇ ਡੇਰੇ ਦੇ ਵਿੱਚ ਸੰਤਾਂ ਨੇ ਪੈਰੀਂ ਹੱਥ ਲਾਏ, ਸੱਚੇ ਪਾਤਸ਼ਾਹ ਭੋਜਨ ਤਿਆਰ ਹੈ, ਸੰਗਤ ਨੂੰ ਵੀ ਕਹੋ ਨਾਲ ਚੱਲੇ ਤੁਹਾਡੇ ਅਤੇ ਤੁਸੀਂ ਵੀ ਚੱਲੋ। ਕਰਤਾ ਇਸ਼ਾਰਾ 10ਵੇਂ ਪਾਤਸ਼ਾਹ ਨੇ ਵੀ ਭਾਈ ਚੱਲੋ ਸਾਰੇ ਛਕੋ ਫਕੀਰ ਦਾ ਭੋਜਨ। ਹੋਰ ਜਿਹੜੀਆਂ ਆਮ ਸੰਗਤਾਂ ਆਈਆਂ ਬੈਠੀਆਂ ਤੇ ਉਹ ਵੀ ਨਾਲ ਹੀ ਆਓ ਭਾਈ ਤੁਸੀਂ ਵੀ ਨਾਲ ਹੀ ਆਓ। ਜਾ ਕੇ ਇੱਕ ਚੌਂਕੀ ਲਾ ਕੇ ਉਹਦੇ 'ਤੇ ਚੰਦਨ ਦੀ ਚੌਂਕੀ 'ਤੇ ਕੱਪੜਾ ਵਿਛਾ ਕੇ ਉਹਦੇ 'ਤੇ 10ਵੇਂ ਪਾਤਸ਼ਾਹ ਨੂੰ ਬਾਹਤਾ। ਦੂਜਿਆਂ ਵਾਸਤੇ ਫਿਰ ਐਂ ਪੱਲੀਆਂ ਤੱਪੜ ਵਿਛਾਤੇ, ਪੰਗਤਾਂ ਲਾਤੀਆਂ। ਪਹਿਲਾਂ ਥਾਲ ਪਰੋਸ ਕੇ ਲਿਆ ਕੇ ਸਾਰੇ ਭੋਜਨ ਦਾ 10ਵੇਂ ਪਾਤਸ਼ਾਹ ਨੂੰ ਫੜਾਤਾ। ਬਾਅਦ ਦੇ ਵਿੱਚ ਸਾਰੀਆਂ ਪੰਗਤਾਂ ਨੂੰ ਭੋਜਨ ਛਕਾਇਆ। ਸਾਰੀਆਂ ਪੰਗਤਾਂ ਛਕ ਛਕ ਕੇ ਐਸਾ ਨਿਹਾਲ ਹੋਈਆਂ, ਪਿੰਡ ਦੇ ਜਿਹੜੇ ਲੋਕ ਸੇਵਾਦਾਰ ਥੇ ਉਹਨਾਂ ਨੇ ਵੀ ਛਕਿਆ। ਉਹ ਕਹਿੰਦੇ ਵੀ ਜੱਗ ਬਥੇਰੇ ਛਕੇ, ਬਥੇਰੇ ਜੱਗਾਂ 'ਚ ਗਏ, ਪਰ ਇੰਨਾ ਸਵਾਦ ਕਦੇ ਕਿਸੇ ਜੱਗ 'ਚੋਂ ਨਹੀਂ ਆਇਆ ਜਿਹੜਾ ਫਕੀਰ ਦੇ ਜੱਗ ਦੇ ਵਿੱਚੋਂ ਆਇਆ। ਇਹ ਜਿਹੜੀ ਰੋਟੀ ਛਕਾਈ ਹੈ ਨੇ, ਇਹਦੇ ਨਾਲ ਅਸੀਂ ਜਮੇ ਹੀ ਤਿਰਪਤ ਹੋਲੇ ਸਾਹਿਬ ਦੇ ਆਵਾਜ਼ ਮੁੱਖੋਂ ਇਹ ਆਈ। ਇਹ ਆਵਾਜ਼ ਆਈ ਤਾਂ 10ਵੇਂ ਪਾਤਸ਼ਾਹ ਨੇ ਬੜਾ ਆਸ਼ੀਰਵਾਦ ਦਿੱਤਾ, ਪ੍ਰਸੰਨ ਹੋ ਗਏ। ਚੂੜਾ ਪੜ੍ਹਿਆ, ਪੜ੍ਹ ਕੇ ਚੂੜਾ 'ਤੇ ਆਪਦੇ ਡੇਰੇ ਨੂੰ ਹੋ ਗਏ ਅਤੇ ਸੰਤ ਆਪਦੇ ਡੇਰੇ 'ਚ ਬੈਠੇ। ਉੱਥੋਂ ਦੂਜੇ ਦਿਨ ਅਗਲੇ ਦਿਨ ਰਾਤ ਫੇਰ ਕੱਟੀ। ਰਾਤ ਕੱਟ ਕੇ ਉੱਥੋਂ ਫੇਰ ਚੱਲਦੇ ਹੋ ਗਏ। ਇਹਨੇ ਫੇਰ ਜਾ ਕੇ ਅਗਲੇ ਪਿੰਡ ਜਾ ਕੇ ਪਹੁੰਚ ਗਏ। ਉੱਥੇ ਜਾ ਕੇ ਬਾਹਰ ਡੇਰਾ ਲਾ ਲਿਆ। ਡੇਰਾ ਲਾਇਆ, ਉੱਥੋਂ ਵੀ ਪਤਾ ਲੱਗਿਆ ਵੀ ਸੰਗਤਾਂ ਲੱਗੀਆਂ ਆਉਣ। ਸੰਗਤਾਂ ਆਉਣ ਲੱਗੀਆਂ ਅਤੇ ਉੱਥੇ ਇੱਕ ਖੱਤਰੀ ਸੀ, ਉਹ ਬਹੁਤ ਪੜ੍ਹਿਆ ਲਿਖਿਆ ਸੀ, ਬੜੇ ਸ਼ਾਸਤਰਾਂ ਦਾ ਗਿਆਤਾ ਸੀ। ਉਹ ਵੀ ਅੰਦਰੋਂ ਪ੍ਰੇਮ ਭਗਤ ਸੀ।
ਉਹ ਵੀ ਆਇਆ, ਉਹਦੇ ਨਾਲ ਹੋਰ ਵੀ ਮੁਸਲਮਾਨ ਵੀ ਆਏ ਵਿਚਾਰੇ ਵੀ ਚਲੋ ਉਹਦੇ ਦਰਸ਼ਨ ਕਰੀਏ ਗੁਰੂ ਦੇ। ਆ ਕੇ ਬੈਠੇ ਤੇ ਸਾਰਿਆਂ ਨੇ ਉਹਨਾਂ ਨੇ ਦਸਤਾਂ ਬਸਤਾਂ ਮੂਹਰੇ ਰੱਖੀਆਂ, ਮਾਨ ਸਨਮਾਨ ਨਜ਼ਰਾਂ ਦੀਆਂ ਜਿਹੜੀਆਂ ਮੂਹਰੇ ਭੇਟਾਂ ਕੀਤੀਆਂ ਸਭ ਦੀਆਂ ਭੇਟਾਂ ਫੜੀ ਗਏ ਧਰੀ ਗਏ। ਉਹ ਜਿਹੜਾ ਖੱਤਰੀ ਸੀ ਉਹਦਾ ਨਾਂ ਨੌਨਿਧ ਸੀ। ਉਹ ਨੌਨਿਧ ਖੱਤਰੀ ਕਹਿਣ ਲੱਗਿਆ, ਮਹਾਰਾਜ ਮੈਂ ਇੱਕ ਗੱਲ ਪੁੱਛਦਾ, ਆਪ ਦੱਸੋਗੇ? ਇਹ ਤੁਸੀਂ ਜਿਹੜਾ ਤੀਸਰਾ ਪੰਥ ਤੋਰਿਆ ਹੈ, ਇਹਨਾਂ ਦੇ ਕੇਸ ਰੱਖੇ ਨੇ? ਕਹਿੰਦੇ ਹਾਂ। ਇਹ ਕੇਸ ਮਹਾਰਾਜ ਜੀ ਪਹਿਲਾਂ ਵੀ ਸੇ ਕਿ ਹੁਣੀ ਨਵਾਂ ਰਵੀਰਾ ਤੋਰੇ? ਉਹ ਮੁਸਕਰਾ ਕੇ ਜੇ ਕਹਿਣ ਲੱਗੇ, ਭਾਈ ਐ ਨਾ ਉਹਨੇ ਤਾਂ ਇਹ ਕੇਸ ਤਾਂ ਪਹਿਲਾਂ ਵੀ ਸੀ। ਕੇਸਾਂ ਦੀ ਗਤੀ ਫਿਰ ਕਹਿੰਦਾ ਜੀ ਇਹ ਚੰਗੇ ਨੇ ਕਿਵੇਂ ਨੇ, ਕੀ ਗੱਲ ਹੈ? ਕਹਿੰਦਾ ਜਿਹੜੇ ਕੇਸ ਨੇ ਇਹ ਧਰਮ ਦੀ ਰਕਸ਼ਾ ਕਰਦੇ ਨੇ। ਇਹ ਕੇਸਾਂ ਦਾ ਇਹ ਫਾਇਦਾ ਹੈ, ਧਰਮ ਦੀ ਰਕਸ਼ਾ ਕਰਦੇ ਆ ਜੀ। ਹਾਂ, ਫਿਰ ਮਹਾਰਾਜ ਕਿਵੇਂ ਕਰਦੇ ਆ? ਇਹ ਹੁਣ ਤਾਂ ਕੋਈ ਫਿਕਰ ਰੱਖਦਾ ਨਹੀਂ। ਉਹ ਕਹਿੰਦੇ ਵੀ ਉਹਨੇ ਦੱਸਿਆ ਵੀ ਹੁਣ ਜਿਵੇਂ ਨਹੀਂ ਕਰਦੇ ਕਰ ਉਹ ਕਰਦੇ, ਉਹਨਾਂ ਦੇ ਮਨ ਦੀ ਇੱਛਾ, ਪਰ ਕਿ ਚੰਗੇ ਹੁੰਦੇ ਰੱਖ। ਕਹਿੰਦਾ ਮਹਾਰਾਜ ਨਹੀਂ, ਖੋਲ ਕੇ ਸੁਣਾ। ਖੋਲ ਕੇ ਕਹਿੰਦਾ, ਕਹਿੰਦੀ ਇਹ ਹੈ ਵੀ ਤੈਨੂੰ ਦੱਸਤਾ ਵੀ ਸਾਰਾ ਸਰੀਰ ਤਿਆਰ ਕਰਦਾ ਪਰਮਾਤਮਾ, ਹੱਥ ਮੂੰਹ ਨੱਕ ਕੰਨ ਸਾਰੇ ਕੁਛ ਲਾ ਦਿੰਦਾ, ਕਹਿੰਦੀ ਲਾਉਂਦਾ। ਤੇ ਫਿਰ ਬੰਦੇ ਦਾ ਸਭ ਦੇ ਸਰੀਰ ਦੇ ਵਿੱਚੋਂ ਸਿਰੇ ਸਰਦਾਰ ਸਿਰ ਹੈ, ਸਾਰੇ ਅੰਗਾਂ ਨੂੰ ਪਵਿੱਤਰ ਅੰਗ ਸਿਰ ਦਾ ਹੈ। ਕਹਿੰਦਾ ਜੀ ਹਾਂ। ਫਿਰ ਇਹਦੇ ਜਮਦੇ ਨੂੰ ਕੇਸ ਦਿੱਤੇ ਨੇ, ਉਹ ਪਰਿਪੂਰਨ ਨੇ, ਇਹਨੂੰ ਜਮਦੇ ਨੂੰ ਕੇਸ ਦਿੱਤੇ ਨੇ, ਤੇ ਜਮਦੇ ਦੇ ਕੇਸ ਹੋਣਗੇ। ਕੇਸ ਐਡੀ ਵੱਡੀ ਚੀਜ਼ ਹੈ। ਪਹਿਲਾਂ ਹਰੇਕ ਹੀ ਕੇਸ ਰੱਖਦਾ ਸੀ। ਕਹਿੰਦਾ ਜੀ ਹੁਣ ਤਾਂ ਫਿਰ ਸਮਾਂ ਨਹੀਂ। ਕਹਿੰਦਾ ਨਾ, ਇਹ ਨਾ ਗੱਲ ਕਰ। ਕਿਉਂ ਸਮੇਂ ਨੂੰ ਕਿਉਂ ਦੋਸ਼ ਦਿੰਦੇ? ਇਹ ਦੋਸ਼ ਤਾਂ ਆਪਦੇ ਆਪ ਨੂੰ ਦੇਵੋ। ਸਮਾਂ ਤਾਂ ਕਹਿੰਦਾ ਹਰ ਵੇਲੇ ਇੱਕੋ ਜਿਹਾ ਹੀ ਹੁੰਦਾ। ਕਹਿੰਦਾ ਨਹੀਂ ਜੀ ਐ ਕਿਵੇਂ ਇੱਕੋ ਜਿਹਾ ਹੁੰਦਾ? ਇਹਨੇ ਵੀ ਤੈਨੂੰ ਪੁੱਛ ਲੈਂਦੇ। ਆ ਜਿਹੜਾ ਕਹਿੰਦੇ ਸੂਰਜ ਹੈ, ਕਹਿੰਦਾ ਹਾਂ ਜੀ। ਇਹ ਸੂਰਜ ਉਹੀ ਹੈ ਕਿ ਹੋਰ ਹੈ? ਕਹਿੰਦਾ ਜੀ ਉਹੀ ਹੈ। ਫਿਰ ਜਿਹੜਾ ਚੰਦ ਹੈ ਉਹੀ ਹੈ ਕਿ ਹੋਰ ਹੈ? ਕਹਿੰਦਾ ਜੀ ਇਹ ਵੀ ਉਹੀ ਹੈ। ਫਿਰ ਜਿਹੜੀ ਆ ਪੌਣ ਚੱਲਦੀ ਹੈ ਇਹ ਹੋਰ ਹੈ ਕਿ ਉਹੀ ਹੈ? ਕਹਿੰਦਾ ਇਹ ਵੀ ਉਹੀ ਹੈ। ਫਿਰ ਜਿਹੜੀ ਅਗਨੀ ਹੈ ਕਹਿੰਦਾ ਉਹ ਦੱਸ ਵੀ ਹੋਰ ਹੈ ਕਿ ਉਹੀ ਅਗਨੀ ਹੈ? ਕਹਿੰਦਾ ਜੀ ਉਹੀ ਹੈ। ਫਿਰ ਆ ਪ੍ਰਿਥਵੀ ਦੱਸ ਵੀ ਉਹੀ ਪ੍ਰਿਥਵੀ ਹੈ ਕਿ ਹੋਰ ਹੈ? ਕਹਿੰਦਾ ਜੀ ਪ੍ਰਿਥਵੀ ਵੀ ਉਹੀ ਹੈ। ਫਿਰ ਕਹਿੰਦਾ ਸਮੇਂ ਨੂੰ ਦੋਸ਼ ਕਿਉਂ ਦਿੰਦਾ? ਠੀਕ ਹੈ, ਕਹਿੰਦਾ ਨਾ ਉਹਨੇ ਤਾਂ ਤੇਤੋਂ ਰੱਖੇ ਨਹੀਂ ਜਾਂਦੇ, ਤੂੰ ਰੱਖ ਨਹੀਂ ਸਕਦਾ। ਤੂੰ ਐਂ ਕਹਿ ਵੀ ਸੱਤ ਮੈਨੂੰ ਮੁਸ਼ਕਿਲ ਹੈ ਤੇ ਕੇਸ ਰੱਖਣੇ, ਪਰ ਕੇਸ ਤਾਂ ਰੱਖਣੇ ਸਭ ਵਾਸਤੇ ਹੀ ਚੰਗੇ ਨੇ। ਫਿਰ ਇੱਕ ਉੱਥੇ ਯਾਰ ਮੁਹੰਮਦ ਬੈਠਾ ਤੇ ਵਿੱਚ ਮੁਸਲਮਾਨ। ਉਹ ਕਹਿੰਦਾ ਮਹਾਰਾਜ ਸਾਡੇ ਵੀ ਲੋਕਾਂ ਦੇ ਕੇਸ ਤੇ? ਕਹਿੰਦੇ ਹਾਂ ਭਾਈ ਤੁਹਾਡੇ ਵੀ ਲੋਕਾਂ ਦੇ ਕੇਸ ਸੀਗੇ। ਫਿਰ ਕਹਿੰਦਾ ਮਹਾਰਾਜ ਸਾਡੇ ਰੱਖਦੇ ਕਿਉਂ ਨਹੀਂ? ਕਹਿੰਦਾ ਭਾਈ ਇਹ ਇਬਰਾਹੀਮ ਨੇ ਹਟਾਤੇ। ਜਿਹੜਾ ਤੁਹਾਡਾ ਪੈਗੰਬਰ ਸੀ ਇਬਰਾਹੀਮ, ਇਹ ਉਹਨੇ ਹਟਾਤੇ। ਕਹਿੰਦਾ ਉਹਨੇ ਕਿਵੇਂ ਹਟਾਤੇ? ਉਦੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਕੇਸ ਤੇ। ਉਹ ਜਿਹੜਾ ਇਬਰਾਹੀਮੀ ਸੀ ਉਹ ਇੱਕ ਕੰਨਿਆ ਤੇ ਮੋਹਤ ਹੋ ਗਿਆ, ਉਹ ਪੈਗੰਬਰ ਸੀ। ਉਸ ਕੰਨਿਆ ਨੂੰ ਉਹ ਕਹਿਣ ਲੱਗਿਆ, ਕਹਿੰਦਾ ਵੀ ਤੂੰ ਮੇਰੇ ਨਾਲ ਨਿਕਾਹ ਕਰਾ। ਉਹ ਕਹਿੰਦੀ ਮਹਾਰਾਜ ਮੈਂ ਹੀ ਨਹੀਂ ਕਰਾਂਗਾ। ਫਿਰ ਮਿਲ ਗਏ ਤੇ ਫਿਰ ਕਿਹਾ ਉਹਨੇ ਵੀ ਮੇਰਾ ਜੀ ਕਰਦਾ ਮੈਂ ਤੇਰੇ ਨਾਲ ਨਿਕਾਹ ਕਰਾਂ। ਉਹ ਕਹਿੰਦੀ ਨਹੀਂ। ਤੀਜੀ ਵਾਰ ਫਿਰ ਮਿਲ ਗਏ। ਫਿਰ ਮਿਲੇ, ਉਹ ਕਹਿੰਦਾ ਵੀ ਦੇਵੀ ਗੱਲ ਸੁਣ ਲੈ, ਮੇਰੀ ਆਤਮਾ ਜਿਹੜੀ ਤੈਨੂੰ ਨਿਕਾਹ ਕੇ ਬਹੁਤ ਖੁਸ਼ ਹੈ।
वो कन्या कहने लगी, कहनी महाराज तेरी आत्मा तो खुश है, मेरी खुश नहीं। क्यों? तो क्यों कलेश खड़ा कर दें? ठीक है तेरे को अगे हैगी, पहला कि तू एवं छड़ा फिर दें, पहला भी तेरा निकाह होया वे। फिर जब असी दो इकट्ठे हो गए साड़ी लड़ाई, फिर वो सौकड़ा हो जाएंगे, फिर कलेश हो, फिर फायदा की। कहना भी कलेश ना करो, कहनी कलेश तो मल्लो मल्ली बड़ू बिच साडे। कहना फिर मेरी आत्मा तड़फदी है, कहनी तड़फदी है, फिर ब्याह मेरा निकाह तो शर्त ते हो। कहना शर्त रख ला। पहला कहनी उस नूं तलाक दे, ਉਹਦੇ ਨਾਲ ਜ਼ਿੰਦਗੀ ਭਰ ਮੁੜ ਕੇ ਬੋਲਣਾ ਨਹੀਂ, ਉਹਦੇ ਕੋਲ ਨਹੀਂ ਜਾਣਾ, ਤੇ ਉਹਨੂੰ ਦੇ ਤਲਾਕ, ਮੈਂ ਨਿਕਾਹ ਲੈ ਲੂੰ ਤੇਰੇ ਨਾਲ, ਕਰ ਲੂੰਗੀ। ਉਹ ਕਹਿੰਦਾ ਭਾਈ ਇਬਰਾਹਿਮ ਪੈਗੰਬਰ ਨੇ ਉਹਨੂੰ ਤਲਾਕ ਦਿੱਤਾ, ਜਿਹੜੀ ਪਹਿਲੀ ਸੀ, ਉਹਦੇ ਨਾਲ ਨਿਕਾਹ ਕਰ ਲਿਆ। ਨਿਕਾਹ ਕਰ ਲਿਆ, ਕਹਿੰਦਾ ਰਹਿੰਦੇ ਰਹੇ, ਮਹੀਨੇ ਗੁਜ਼ਰ ਗਏ, ਸਾਲ ਗੁਜ਼ਰ ਗਏ। ਫਿਰ ਕਿਤੇ ਉਹ ਪੈਗੰਬਰ ਬਾਹਰੋਂ ਆਉਂਦਾ ਤੇ ਖੇਡਦਾ, ਆਪਦੀਆਂ ਖੁਸ਼ੀਆਂ ਦੇ ਵਿੱਚ, ਰੋਈਆਂ ਦੇ ਵਿੱਚ ਫਿਰਦਾ। ਉਹਨੂੰ ਹਨੇਰਾ ਹੋ ਗਿਆ, ਹਨੇਰਾ ਹੋਇਆ ਤੇ ਰਾਹ 'ਚ ਉਹਦਾ ਮਕਾਨ ਆ ਗਿਆ, ਜਿਹੜੀ ਉਹਨੂੰ ਤਲਾਕ ਦਿੱਤਾ। ਤੇ ਉਹ ਇਬਰਾਹਿਮ ਪੈਗੰਬਰ ਉਸੇ ਦੀ ਜਾ ਵੜਿਆ, ਉਸੇ ਦੇ ਜਾ ਵੜਿਆ ਤੇ ਉੱਥੇ ਰਾਤ ਰਿਹਾ। ਰਾਤ ਰਿਹਾ ਤੇ ਦੂਜੇ ਦਿਨ ਜਾ ਕੇ ਫਿਰ ਆਪਦੇ ਘਰੇ ਪਹੁੰਚ ਗਏ। ਹੌਲੀ ਹੌਲੀ ਉਸ ਦੇਵੀ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਉੱਥੇ ਰਾਤ ਕੱਟ ਕੇ ਹੈ। ਉਹਨੇ ਗੱਲ ਤੋਰ ਲਈ, ਕਹਿੰਦੀ ਜੀ ਜਿਹੜਾ ਸ਼ਰ੍ਹਾ ਨੂੰ ਸ਼ਰ੍ਹਾ ਦੀ ਉਦੂਲੀ ਕਰਦੇ, ਉਹਨੂੰ ਸਜ਼ਾ ਕੀ ਚਾਹੀਦੀ ਹੈ? ਉਹ ਕਹਿੰਦਾ ਵੀ ਜਿਹੜੀ ਸ਼ਰ੍ਹਾ ਹੈ ਉਹ ਤਾਂ ਸ਼ਰ੍ਹਾ ਹੀ ਹੈ, ਉਹਨੂੰ ਅਦੂਲ ਕਰਨਾ ਤਾਂ ਕਿਸੇ ਦਾ ਹੱਕ ਨਹੀਂ ਪੈਂਦਾ, ਹੁਣ ਤਾਂ ਪਕਾਉਣਾ ਹੀ ਪਊਗਾ। ਭਲਾ ਜੇ ਕਹਿੰਦੀ ਭਲਾ ਕੋਈ ਸ਼ਰ੍ਹਾ ਨੂੰ ਨਾ ਮੰਨੇ, ਫਿਰ ਉਹਦਾ ਕੀ ਇੰਤਜ਼ਾਮ? ਕਹਿੰਦਾ ਉਹ ਸਜ਼ਾ ਦਾ ਹੱਕਦਾਰ ਹੋ। ਫਿਰ ਅਗਰ ਸਜ਼ਾ ਕੀ ਮਿਲੇ? ਕਹਿੰਦਾ ਸਭ ਤੋਂ ਕਰੜੀ ਸਜ਼ਾ ਦਾ ਹੱਕਦਾਰ ਹੋਊ ਜਿਹੜਾ ਸ਼ਰ੍ਹਾ ਦੀ ਉਦੂਲੀ ਕਰੂ। ਉਹ ਕਹਿੰਦੀ ਫਿਰ ਤੈਂ ਕਰੀ ਹੈ, ਤੈਂ ਦੂਲੀ ਕਰੀ ਹੈ, ਤੂੰ ਦੱਸ ਹੁਣ ਤੈਨੂੰ ਕੀ ਸਜ਼ਾ ਦੀ ਹੈ? ਕਹਿੰਦਾ ਮੈਂ ਕਿਵੇਂ? ਕਹਿੰਦੀ ਤੂੰ ਉੱਥੇ ਗਿਆ? ਕਹਿੰਦਾ ਹਾਂ ਵੀ ਗਿਆ। ਫਿਰ ਤਲਾਕ ਹੈ ਤੇਰਾ? ਤੂੰ ਤਾਂ ਲੋਕਾਂ ਭਾਵੇਂ ਤਲਾਕ ਕਰਿਆ ਹੈ, ਮੈਨੂੰ ਗੁੰਮਰਾਹ ਕੀਤਾ। ਫਿਰ ਹੁਣ ਬੋਲ, ਤੈਨੂੰ ਤੂੰ ਹੀ ਮੰਗ, ਕੀ ਮੰਗਦਾ ਸਜ਼ਾ ਤੈਨੂੰ ਦੇਵਾਂ? ਕਹਿੰਦਾ ਵੀ ਸਜ਼ਾ ਤਾਂ ਹੁਣ ਫਿਰ ਤੈਨੂੰ ਦੇਣੀ ਪਊ। ਕਹਿੰਦਾ ਠੀਕ ਹੈ, ਮੈਂ ਅਦੂਲੀ ਕਰਤੀ, ਮੈਂ ਹੱਕਦਾਰ ਹਾਂ ਸਜ਼ਾ ਦਾ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਜ਼ਾ ਨਹੀਂ ਲੈਣੀ, ਕਿਉਂ ਮੈਂ ਤਾਂ ਇਹ ਟੁੱਟੀ ਹੈ ਸਾਰਾ। ਇਹਦੇ ਵਿੱਚ ਮੈਨੂੰ ਸਜ਼ਾ ਦੇਵੀ ਦੇ, ਜੋ ਤੇਰੀ ਮਰਜ਼ੀ ਹੈ ਸੋ ਲਾ ਦੇ, ਮੈਂ ਝੱਲਣ ਨੂੰ ਤਿਆਰ ਹਾਂ। ਪਰ ਇੰਨੀ ਗੱਲ ਬੇਨਤੀ ਹੈ, ਜੇ ਰਹਿਮ ਕਰੇ ਵੀ ਮੇਰੀ ਜਾਨ ਤਾਂ ਨਾ ਮਖੂ, ਜਿਉਂਦਾ ਰੱਖ। ਕਹਿੰਦਾ ਉਸ ਦੇਵੀ ਦੇ ਦਿਲ ਦੇ ਵਿੱਚ ਫਿਰ ਦਇਆ ਆ ਗਈ। 10ਵੇਂ ਪਾਤਸ਼ਾਹ ਕਹਿੰਦੇ ਜਦੋਂ ਉਹਦੇ ਦਿਲ ਦੇ ਵਿੱਚ ਦਇਆ ਆ ਗਈ, ਉਹਨੇ ਦੋਏ ਤਾਂ ਕਮੀਜ਼ ਦੀਆਂ ਬਾਹਾਂ ਵੱਢ ਲਈਆਂ, ਜਿੱਥੇ ਬਾਹਾਂ ਵੱਢਣੀਆਂ ਤੀਆਂ, ਇੱਥੋਂ ਮੋਢਿਆਂ ਕੋਲ ਕਮੀਜ਼ ਦੀਆਂ ਬਾਹਾਂ ਲਾ ਲਈਆਂ ਦੋ ਹੀ। ਸਿਰ ਦਾ ਜੂੜਾ ਮੁੰਨਤਾ ਤੇ ਆ ਮੁੱਛਾਂ ਤੋਂ ਮੁੱਛਾਂ ਕਤਰਤੀਆਂ ਤੇ ਨਾਲੇ ਸੁਨਤ ਕਰਤੀ। ਜਦੋਂ ਸਾਰਾ ਭੇਖ ਬਦਲ ਗਿਆ ਇਬਰਾਹੀਮ ਦਾ, ਉਹ ਤੜਕੇ ਨੂੰ ਜਦੋਂ ਦਿਨ ਚੜ੍ਹਿਆ ਬਾਹਰ ਆਇਆ ਤੇ ਲੋਕਾਂ ਨੇ ਦੇਖ ਲਿਆ। ਲੋਕ ਦੇਖ ਕੇ ਉਹਨੂੰ ਕਹਿੰਦੇ ਵੀ ਆਪ ਇਸ ਵਧੀਆ। ਫਿਰ ਕਹਿੰਦਾ ਉੱਥੋਂ ਤੁਹਾਡੇ ਸੁਣਨ ਦੀ ਚੱਲ ਪਈ। ਕਹਿੰਦਾ ਫਿਰ ਇਹ ਤੁਹਾਡਾ ਪਰਿਵਾਰ ਹੀ ਹੋ ਗਿਆ। ਫਿਰ ਕਹਿੰਦਾ ਇੱਕ ਪਰਸ਼ੁਰਾਮ ਬ੍ਰਾਹਮਣ ਹੋਇਆ ਦੁਨੀਆ 'ਚ, ਬਹੁਤ ਬਲਵਾਨ ਸੀ। ਉਹਨੇ ਕਈ ਵਾਰੀ ਕਹਿੰਦਾ ਛਤਰੀ ਨਾਸ਼ ਕਰਤੇ ਆਏ ਪ੍ਰਿਥਵੀ ਦੇ ਉੱਤੋਂ। ਉਹਦੇ ਵੀ ਕਹਿੰਦਾ ਕੇਸ ਰੱਖੇ ਹੋਏ ਤੇ ਅਖੀਰਲੀ ਵਾਰ ਕਹਿੰਦਾ ਜਿੰਨੇ ਕੋ ਉਹਨੂੰ ਮਿਲੇ
ਸਭ ਦੇ ਕੇਸ ਕਤਰਾਤੇ ਉਹਨੇ, ਅੱਛਾ ਜੀ। ਜਿਹੜੇ ਜ਼ਿਮੀਂਦਾਰ ਬੰਸ ਤੇ ਵੀ ਬੜ ਤਾਂ ਥੱਕ ਗਏ ਵੀ ਹੁਣ ਇਹਨਾਂ ਦੇ ਸਾਰਿਆਂ ਦੇ ਸਿਰ ਮੁੰਨ ਦਿਓ। ਸਿਰ ਮੁੰਨੇ ਦਾ ਮਤਲਬ ਇਹ ਹੈ ਵੀ ਸਭ ਦੀ ਚੋਟੀ ਫੜਤੀ, ਸਭ ਨੂੰ ਖਤਮ ਕਰਤਾ। ਇਹ ਕਹਿੰਦਾ ਰਵੀਰਾ ਉੱਥੋਂ ਇੱਧਰ ਚੱਲ ਪਿਆ। ਤੇ ਇਸ ਤਰ੍ਹਾਂ ਭਾਈ ਯਾਰ ਮੁਹੰਮਦ ਤੁਹਾਡੇ ਪੀਰ ਨੇ ਪੈਗੰਬਰ ਨੇ ਤੋਰੇ, ਉੱਥੋਂ ਸ਼ਰ੍ਹਾ ਟੁੱਟੀ ਤੇ ਉਹਨੂੰ ਇਹ ਕਿੱਤਾ ਕਰਨਾ ਪੈ ਗਿਆ। ਇਸ ਤਰ੍ਹਾਂ ਦਾ ਇਹ ਪ੍ਰਾਚੀਨੀ ਗੱਲਾਂ ਨੇ, ਪਰ ਪਹਿਲਾਂ ਸਭ ਦੇ ਕੇਸ ਤੇ ਕੇਸਾਂ ਤੋਂ ਬਗੈਰ ਕੋਈ ਨਹੀਂ ਸੀ ਰਹਿੰਦਾ। ਜਿੰਨੇ ਵੀ ਬ੍ਰਾਹਮਣ ਤੇ ਤੇ ਉਹ ਸਭ ਕਹਿੰਦਾ ਕੇਸਾ ਤਾਰੀ, ਰਿਸ਼ੀ ਮੁਨੀ ਪੀਰ ਪੈਗੰਬਰ ਸਾਰੇ ਕੇਸਾ ਤਾਰੀ, ਕੇਸਾਂ ਤੋਂ ਬਿਨਾਂ ਕੋਈ ਨਹੀਂ ਸੀ। ਹੁਣ ਭਾਈ ਜੈਸਾ ਯੁੱਗ ਆ ਗਿਆ ਉਹ ਇਹ ਜਿਹਾ ਕੰਮ ਆ ਗਿਆ। ਹੁਣ ਕੱਲ ਯੁੱਗ ਹੈ, ਕੋਈ ਮਨਾਓ ਚਾਹੇ ਕੋਈ ਰੱਖੋ, ਹੁਣ ਤਾਂ ਤੁਹਾਡੀ ਮਰਜ਼ੀ ਹੈ। ਪਰ ਇਹ ਤੀਸਰਾ ਪੰਥ ਅਸੀਂ ਐ ਤੋਰਿਆ ਵੀ ਇਹ ਕੇਸ ਨਹੀਂ ਮਨਾਊਗਾ। ਜਿਹੜਾ ਇਸ ਭੇਖ ਦੇ ਵਿੱਚ ਆਜੂ ਉਹ ਕੇਸਾਂ ਦੀ ਹਿਫਾਜ਼ਤ ਰੱਖੂਗਾ, ਦਾੜੀ ਨਹੀਂ ਮਨਾਊਗਾ, ਕੇਸ ਨਹੀਂ ਮਨਾਊਗਾ, ਆਪਦੇ ਪਿੰਡੇ ਦਾ ਰੋਮ ਨਾ ਕੱਟੂਗਾ। ਜਿਹੜਾ ਪ੍ਰਮਾਤਮਾ ਨੇ ਲਾਤਾ ਉਹ ਉਵੇਂ ਹੀ ਮਿਲੂ। ਇਹ ਸਾਡੀ ਨਿਸ਼ਾਨੀ ਹੈ, ਸਾਡੀ ਮੋਹਰ ਛਾਪ ਹੈ। ਐਸੇ ਸਵਾਲ ਜਵਾਬ ਹੁੰਦੇ ਰਹੇ। ਫਿਰ ਇੱਕ ਦਿਨ ਬਾਦਸ਼ਾਹ ਦਾ ਇੱਕ ਮੁਰਾਬ ਆ ਗਿਆ, ਉਹ ਆ ਕੇ ਬੈਠ ਗਿਆ। ਕਹਿੰਦਾ ਮਹਾਰਾਜ ਤੁਹਾਡੇ ਅਸੀਂ ਬੜੇ ਜੰਗ ਸੁਣੇ ਨੇ, ਬੜੇ ਹੋਰ ਸੁਣੇ ਨੇ, ਸਾਡਾ ਇੱਕ ਜੀਅ ਕਰਦਾ ਜੇ ਸਾਨੂੰ ਦਿਖਾਵੋ। ਕੀ ਜੀਅ ਕਰਦਾ ਹੈ? ਅਸੀਂ ਐਂ ਸੁਣਿਆ ਵੀ ਜਿੱਥੇ ਕੋਈ ਕਹਿ ਦਿਓ ਨਿਸ਼ਾਨਾ ਉੱਥੇ ਹੀ ਮਾਰਨਗੇ, ਜੇ ਸਾਨੂੰ ਉਹ ਤੀਰ ਚਲਾ ਕੇ ਦਿਖਾਵੋ ਵੀ ਕਿੱਡੀ ਕੁ ਨੇੜੇ ਕਿੱਡੀ ਕੁ ਦੂਰ ਤੁਸੀਂ ਨਿਸ਼ਾਨਾ ਲਾ ਸਕਦੇ। ਉਹਨਾਂ ਦੀ ਬੇਨਤੀ ਸੁਣ ਕੇ ਸਾਰਿਆਂ ਦੀ ਕਹਿੰਦੇ ਅੱਛਾ ਤੁਸੀਂ ਉਹ ਦੇਖਣਾ ਚਾਹੁੰਦੇ ਹੋ? ਕਹਿੰਦੇ ਹਾਂ। ਉਹਨਾਂ ਨੇ ਭੱਥੇ 'ਚੋਂ ਤੀਰ ਲੈ ਲਿਆ, ਕਮਾਨ 'ਤੇ ਚੜ੍ਹਾ ਲਿਆ। ਲੈ ਕਹਿੰਦੇ ਹੁਣ ਐਂ ਦੱਸੋ ਵੀ ਕਿੱਥੇ ਕਾਹਦੇ 'ਚ ਮਾਰਾਂ, ਕਿੱਥੇ ਮਾਰਾਂ? ਉਹਨਾਂ ਨੇ ਕਾਫੀ ਦੂਰ ਦੇਖ ਲਿਆ ਵੀ ਉਹ ਜਿਹੜਾ ਬ੍ਰਿਕਸ਼ ਖੜਾ ਹੈ ਉਹ 'ਚ ਨਿਸ਼ਾਨਾ ਲਾਉਂ। ਕਹਿੰਦੇ ਮਹਾਰਾਜ ਜਿਹੜਾ ਉਹ ਦਰਖਤ ਖੜਾ ਸਾਹਮਣੇ, ਹਾਂ ਉਹਦੇ 'ਚ ਨਿਸ਼ਾਨਾ ਲੱਗੇ ਇੱਕ ਥਾਂ 'ਤੇ। ਕਹਿੰਦੇ ਅੱਛਾ। ਕਹਿੰਦੇ ਬੋਲੋ ਕਿੰਨਾ ਕੁ ਉੱਚਾ ਕਿੰਨਾ ਕੁ ਨੀਵਾਂ? ਕਹਿੰਦੇ ਵਿਚਾਲੇ ਜੇ ਮਾਰੋ, ਪੋਰੀ ਦੇ ਵਿਚਾਲੇ ਜੇ ਮਾਰੋ ਨਿਸ਼ਾਨਾ। ਕਹਿੰਦੇ ਲੈ ਚੱਕ ਕੇ ਤੀਰ ਚੜ੍ਹਾ ਕੇ ਕਮਾਨ 'ਤੇ ਜਦੋਂ ਖਿੱਚ ਕੇ ਕੰਨ ਥਈ ਛੜਤਾ, ਵੱਜਿਆ ਜਾ ਕੇ ਤੀਰ ਉੱਡ ਗਿਆ। ਫਿਰ ਇੱਕ ਹੋਰ ਕੱਢ ਲਿਆ, ਉਹ ਛੜਤਾ, ਉਸੇ ਮੁਖੀ 'ਚ ਮੁਖੀ ਉਹਦੀ ਵੱਜੀ। 5 ਤੀਰ ਚਲਾਏ ਸੱਚੇ ਪਾਤਸ਼ਾਹ ਨੇ, ਇੱਕੇ ਟੱਕ 'ਚ ਹੀ ਮਾਰੇ ਪੰਜੇ। ਇਹ ਉਹ ਭਾਈ ਕਹਿੰਦੇ ਕੱਢ ਲਓ, ਪਾਸੇ ਆਸੇ ਤਾਂ ਨਹੀਂ ਕੋਈ ਹੋਇਆ। ਆਹ ਸਾਡੀ ਕਰਾਮਾਤ ਆ ਤੀਰ ਦੀ। ਉਹ ਦੇਖ ਕੇ ਬੜੇ ਖੁਸ਼ ਹੋਏ। ਫਿਰ ਉਹ ਗੱਲ ਰਾਜੇ ਕੋਲ ਜਾ ਵੜੀ, ਜਿਹੜਾ ਔਰੰਗਜ਼ੇਬ ਦਾ ਵੱਡਾ ਪੁੱਤਰ ਸੀ ਜਿਹਨੂੰ ਰਾਜ ਦਿਵਾਇਆ ਸੀ, ਬਹਾਦਰ ਸ਼ਾਹ ਕੋਲ। ਬਹਾਦਰ ਸ਼ਾਹ ਕਹਿੰਦਾ ਵੀ 10ਵੇਂ ਪਾਤਸ਼ਾਹ ਨੂੰ ਸੁਨੇਹਾ ਲਾ ਕੇ ਆਓ ਮੇਰਾ। ਉਹਨਾਂ ਨੂੰ ਇਹ ਕਹਿ ਕੇ ਆਓ ਵੀ ਕੱਲ੍ਹ ਨੂੰ ਸ਼ਿਕਾਰ ਜਾਣਾ, ਬਾਦਸ਼ਾਹ ਨੇ ਤੁਹਾਡੇ ਨਾਲ ਜੀ ਕਰਦਾ ਬਾਦਸ਼ਾਹ ਦਾ, ਵੀ ਅਸੀਂ ਵੀ 10ਵੇਂ ਪਾਤਸ਼ਾਹ ਦਾ ਤੀਰ ਦੇਖ ਲਈ ਕਿਵੇਂ ਚਲਾਉਂਦੇ ਨੇ। ਸੁਨੇਹਾ ਉੱਪਰ ਗਿਆ, ਕਹਿੰਦੇ ਵੀ ਅਸੀਂ ਵਕਤ ਚੱਲਾਂਗੇ। ਉਹ ਵਾਗੇ ਸ਼ਿਕਾਰ ਖੇਡੇ ਮਿਰਗਾਂ ਦਾ, ਜਿਹੜਾ ਤੀਰ ਮਾਰਨ ਬਾਦਸ਼ਾਹ ਕਹਿੰਦੇ ਵੀ ਜਾਓ ਬਈ ਲਿਆਓ ਚੱਕ ਕੇ ਇੱਧਰੋਂ ਮਿਰਗ, ਲਿਆਓ ਵੀ ਚੱਕ ਕੇ ਇੱਧਰੋਂ ਮਿਰਗ। ਅਖੀਰ ਨੂੰ ਗਾਹਾਂ ਲੰਘੇ ਸੰਘਣੇ ਥਾਂ ਦੇ ਵਿੱਚ, ਉੱਥੇ ਬਾਹਲੇ ਲੋਕਾਂ ਨੇ ਸ਼ੇਰ ਵੇਖੇ। ਕਹਿੰਦੇ ਮਹਾਰਾਜ ਇੱਥੇ ਇੱਕ ਭਿਅੰਕਰ ਸ਼ੇਰ ਹੈ ਆ ਜੰਗਲ ਦੇ ਵਿੱਚ। ਸ਼ੇਰ ਨੂੰ ਕਿਹੜਾ ਮਾਰੇ? ਬਾਦਸ਼ਾਹ ਕਹਿੰਦਾ ਵੀ ਜਿਹੜਾ ਸ਼ੇਰ ਮਾਰੂ ਉਹਨੂੰ ਮੈਂ ਇਨਾਮ ਖਨਾਮ ਜਿੰਨੇ ਚਾਹੂਗਾ ਉਹਨੇ ਦੇ। ਬਾਦਸ਼ਾਹ ਨੇ ਇਹ ਐਲਾਨ ਕਰਤਾ। ਉਹਦੇ 2 ਫੌਜ ਦੇ ਵਿੱਚੋਂ ਜਵਾਨ ਉੱਠੇ, 2 ਹੀ ਸ਼ੇਰ ਨੇ ਮਾਰਤੇ। ਫਿਰ ਕਹਿੰਦੇ ਮਹਾਰਾਜ ਹੁਣ ਫਿਰ 10ਵੇਂ ਪਾਤਸ਼ਾਹ ਆਪਦੇ ਦਲ ਬਣੀ ਝਾਕੇ, ਜੀ ਤੇ ਨਿਗਾਹ ਟਿਕਾਈ। ਉਹ ਕਹਿੰਦਾ ਜੀ ਅੱਛਾ ਆਇਆ, ਜਾ ਵੜਿਆ ਮੂਹਰੇ,
ਬਾਦਸ਼ਾਹ ਨੂੰ ਕਹਿੰਦੇ ਲੈ ਬਾਦਸ਼ਾਹ ਸਾਡਾ ਆਹ ਸਿੱਖ ਮਾਰੂਗਾ ਸ਼ੇਰ ਨੂੰ। ਕਹਿੰਦੇ ਮਹਾਰਾਜ ਫਿਰ ਇਹਨੂੰ ਹੁਕਮ ਦਿਓ। ਹੁਕਮ ਦਿੱਤਾ ਵੀ ਜਾ ਵੀ ਦਿਖਾ ਤੂੰ ਵੀ। ਸ਼ੇਰ ਦਾ ਨਾਲ ਉਹਨੇ ਵੀ ਜਾ ਦਿੱਤੀ ਆਵਾਜ਼। ਆਵੇ ਕਹਿੰਦਾ ਸ਼ੇਰ ਦਾ ਪੁੱਤਾ ਮੈਂ ਗੁਰੂ ਦਾ ਸ਼ੇਰ ਆ ਗਿਆ, ਤੂੰ ਜੰਗਲ ਦਾ ਸ਼ੇਰ ਆ ਜਾ। ਕਹਿੰਦਾ ਲਾ ਮੱਥਾ। ਸ਼ੇਰ ਨੇ ਫੇਰ ਗਰਜਣਾ ਕੀਤੀ ਤੇ ਚੱਕਿਆ ਟੌਰ, ਫੇਰ ਪੈ ਗਿਆ। ਜਦੋਂ ਉਹਨੇ ਮਾਰਿਆ ਕੇ ਬੁੜਕ ਕੇ ਮਾਰੀ ਛਾਲ ਤੇ ਪੰਜਾ ਲੱਗਾ ਮਾਰਨ, ਮੂਹਰੇ ਢਾਲ ਕਰਤੀ ਤੇ ਥੱਲੇ ਪਾਸੋਂ ਮਾਰੀ ਤਲਵਾਰ ਪੇਟ ਦੇ ਵਿੱਚੋਂ ਕਰ ਦਿੱਤੀ, ਜਿਹੜੀ ਤਾਹੀਂ ਚਾੜਤੀ ਸ਼ੇਰ ਦੇ, ਉਲਟਾ ਕੇ ਸਿੱਟਤਾ ਜ਼ਮੀਨ 'ਤੇ। ਦੇਖ ਕੇ ਸਭ ਖੁਸ਼ ਹੋ ਗਏ, ਕਹਿੰਦੇ ਹਾਂ। ਉਹਨੂੰ ਕਹਿੰਦੇ ਲੈ ਵੀ ਜਿੰਨਾ ਇਨਾਮ ਖਨਾਮ ਦਿੰਦੇ। ਕਹਿੰਦਾ ਨਾ ਇਨਾਮ ਖਨਾਮ ਬਾਦਸ਼ਾਹ ਤੇਥੋਂ ਨਹੀਂ ਲੈਣੇ। ਕਿਉਂ ਨਹੀਂ ਲੈਣੇ? ਤੇ ਅਸੀਂ ਆਏ ਤੋਂ ਲੈਣੇ ਆ ਜਿਹੜੇ ਇਨਾਮ ਖਨਾਮ ਲੈਣੇ। ਅਸੀਂ ਤਾਂ ਜੰਮਣਾ ਮਰਨਾ ਮਿਟਾਉਣ ਖਾਤਰ ਲੱਗੇ ਆ ਇਹਨਾਂ ਦੇ ਚਰਨੀ। ਇਹ ਤੇਰੇ ਵਾਲਾ ਪੈਸਾ ਸਾਨੂੰ ਕੀ ਕਰੂ? ਇਹ ਪੈਸੇ ਦੀ ਸਾਨੂੰ ਲੋੜ ਹੈ, ਇਹ ਰੱਖ ਆਪਦਾ, ਹੋਰ ਕਿਤੇ ਵੰਡ ਦੀ। ਬਾਦਸ਼ਾਹ ਦੀ ਸੀਟ ਨਿਕਲ ਕੇ ਵੀ ਮਰੋ ਥੋੜ੍ਹਾ, ਪਰ ਅਸੀਂ ਐਡੇ ਸਬਰ ਸ਼ੁਕਰ ਵਾਲੇ ਜਿਹੜੇ ਇੰਨਾ ਧਨ ਪਦਾਰਥ ਵੀ ਨਹੀਂ ਲੈਂਦੇ। ਉਹ ਵੀ ਗੱਲਾਂ ਹੋਈਆਂ। ਉੱਥੋਂ ਫਿਰ ਸੋਚਿਆ 10ਵੇਂ ਪਾਤਸ਼ਾਹ ਨੇ ਵੀ ਹੁਣ ਆਪਾਂ ਇਹਨਾਂ ਨੂੰ ਬਹੁਤ ਰਾਜ ਦਿਵਾਤਾ। ਫਿਰ ਇੱਕ ਵਾਰੀ ਪਰਚਾ ਕੇ ਦੇਖੀਏ। ਹੁਣ ਤਾਂ ਦੇਖੀ ਹੁਣ ਇਹ ਪੂਰੇ ਰੰਗਾਂ 'ਚ। ਉਹਨੇ ਦੋਏ ਸੱਦ ਲਏ, ਨਾਲੇ ਤਾਂ ਇਹਦਾ ਮਾਮਾ ਜੀ ਸੱਦ ਲਿਆ ਬਹਾਦਰ ਸ਼ਾਹ ਦਾ, ਨਾਲੇ ਉਹ ਸੱਦ ਲਿਆ ਨੰਦ ਲਾਲ। ਚਲੋ ਵੀ ਤੁਹਾਨੂੰ 10ਵੇਂ ਪਾਤਸ਼ਾਹ ਯਾਦ ਕਰਦੇ ਆ। ਆ ਗਏ ਦੋਏ, ਬਹਿ ਗਏ ਮੱਥਾ ਟੇਕ ਕੇ। ਕਹਿੰਦਾ ਵੀ ਨੰਦ ਲਾਲ ਰਾਜ ਤਾਂ ਮਿਲ ਗਿਆ? ਕਹਿੰਦਾ ਜੀ ਮਿਲ ਗਿਆ, ਤੁਹਾਡੀ ਕਿਰਪਾ ਨਾਲ ਮਿਲੇਗਾ। ਫਿਰ ਖੁਸ਼ੀਆਂ ਹੁਣ ਸਾਰੇ? ਕਹਿੰਦਾ ਸਾਰੇ ਖੁਸ਼ ਹਾਂ। ਆ ਫਿਰ ਜਿਹੜੀ ਬਾਦਸ਼ਾਹ ਦੀ ਲਿਖਤ ਹੈ ਸਾਡੇ ਕੋਲ, ਜੇਬ 'ਚੋਂ ਕਾਗਜ਼ ਕੱਢ ਲਿਆ, ਜਿਹੜਾ ਸਾਤੋਂ ਥੋਤੋਂ ਲਿਖ ਕੇ ਲਿਆ ਤੀ ਅਸੀਂ ਵੀ ਇੱਕ ਸਵਾਲ ਦੇਵੋਗੇ ਤਾਂ ਤੁਹਾਡੀ ਮਦਦ ਕਰਾਂਗੇ। ਫਿਰ ਹੁਣ ਤੱਕ ਕਿੰਨੀਆਂ ਮਦਦਾਂ ਹੋ ਗਈਆਂ, ਕਿੰਨੇ ਆ ਕੇ ਪੈਰੀਂ ਡਿੱਗ ਪਏ। ਹੁਣ ਤਾਂ ਫਿਰ ਸਾਡਾ ਸਵਾਲ ਪੂਰਾ ਕਰ ਦਿਓ। ਉਹ ਕਹਿੰਦੇ ਜੀ ਮਹਾਰਾਜ ਜੀ ਅਸੀਂ ਤੁਹਾਡਾ ਸੁਨੇਹਾ ਲਾ ਦਿੰਦੇ ਫਿਰ ਬਾਦਸ਼ਾਹ ਨੂੰ। ਕਹਿੰਦਾ ਹਾਂ ਲਾਓ ਫਿਰ, ਹੁਣ ਸਾਡਾ ਸਵਾਲ ਪੂਰਾ ਕਰ। ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਕਿਹਾ, ਕਹਿੰਦੇ ਬਾਦਸ਼ਾਹ ਸਾਹਿਬ ਨਾ ਤਾਂ ਉਹਦੇ ਦਾ ਬਰਕਤ ਐ ਚੱਕਿਆ ਤੇ ਨਾ ਉਹਨਾਂ ਨੇ ਕਿਹਾ। ਉਹ ਤੇਰੇ ਬੰਨੀ ਦੇਖਦੇ ਰਹੇ ਵੀ ਕਦੇ ਪੁੱਛੂ ਵੀ ਬੋਲੋ ਮਹਾਰਾਜ ਤੁਹਾਡਾ ਸਵਾਲ ਕੀ ਹੈ। ਤੂੰ ਹੁਣ ਤੱਕ ਉਹਨਾਂ ਨਾਲ ਗੱਲ ਨਹੀਂ ਕਰੀ ਉਹ ਸਵਾਲ ਦੀ, ਤੇ ਹੁਣ ਸਾਨੂੰ ਸੱਦ ਕੇ ਉਹਨਾਂ ਨੇ ਕਿਹਾ। ਸਾਨੂੰ ਲਿਖਤ ਵੀ ਦਿਖਾਤੀ, ਉਹ ਜੇਬ 'ਚ ਲਈ ਫਿਰਦੇ ਨੇ, ਜਿਹੜੀ ਤੈਂ ਲਿਖ ਕੇ ਦੁਬਾਰੇ ਭੇਜੀ ਤੀ ਵੀ ਇੱਕ ਸਵਾਲ ਤੁਹਾਡਾ ਪੱਕਾ। ਫਿਰ ਉਹਨਾਂ ਨੇ ਆ ਕੇ ਤਾਰਾ ਚੰਦ ਨੂੰ ਮਾਰਿਆ, ਤਾਰੇ ਆਜ਼ਮਨ, ਤੇ ਤੂੰ ਲਿਖਤ ਲੈ ਕੇ ਮਾਰੀ ਹੈ। ਹੁਣ ਫਿਰ ਦੱਸ ਦਿੰਦਾ ਕਿ ਨਹੀਂ ਦਿੰਦਾ? ਉਹ ਹੁਣ ਮੰਗਦੇ ਨੇ ਕਿ ਸਾਡਾ ਸਵਾਲ ਪੂਰਾ ਕਰੇ। ਕਹਿੰਦਾ ਵੀ ਜਾਓ ਸਵੇਰ ਦਾ ਵਚਨ ਕਰਿਓ ਵੀ ਸਵੇਰੇ ਮਹਾਰਾਜ ਦਰਬਾਰ 'ਚ ਆਇਓ, ਜੋ ਤੁਸੀਂ ਮੰਗੋਗੇ ਫਿਰ ਉਹ 'ਤੇ ਅਸੀਂ ਵਿਚਾਰ ਕਰਾਂਗੇ। ਸੁਨੇਹਾ ਮਿਲ ਗਿਆ। ਅਗਲੇ ਦਿਨ ਦਰਬਾਰ ਲੱਗਿਆ। 10ਵੇਂ ਪਾਤਸ਼ਾਹ ਚੜ੍ਹ ਕੇ ਘੋੜੇ 'ਤੇ ਫੇਰ ਵਾਗੇ। ਘੋੜੇ ਤੋਂ ਉਤਰੇ ਜਾ ਕੇ ਚਮਕ ਜਿਹੜੀ ਡਾਹੀ ਪਈ ਸੀ 10ਵੇਂ ਪਾਤਸ਼ਾਹ ਕਰ ਉਹ 'ਤੇ ਬੈਠ ਕੇ ਜਾ ਕੇ ਬਿਰਾਜਮਾਨ ਹੋ ਗਏ। ਬਿਰਾਜਮਾਨ ਹੋਏ ਤਾਂ ਕਹਿਣ ਲੱਗੇ ਹਾਂ ਮਹਾਰਾਜ ਦੱਸੋ। ਕਹਿੰਦਾ ਵੀ ਸਾਡਾ ਸਵਾਲ ਬੋਲ ਪੂਰਾ ਕਰਦਾ, ਕਦੋਂ ਕਰਦਾ? ਦੱਸ। ਅੱਜ ਤਾਂ ਤੈਨੂੰ ਬਥੇਰਾ ਰਾਜ ਦੇਤਾ, ਐਡਾ ਵੱਡਾ ਸਾਰੇ ਦੁਨੀਆ ਦਾ ਰਾਜ ਦੇਤਾ, ਹੁਣ ਸਾਡਾ ਸਵਾਲ ਤੂੰ ਪੂਰਾ ਕਰਦਾ ਕਿ ਨਹੀਂ ਕਰਦਾ? ਕਹਿੰਦਾ ਜੀ ਮੰਗੋ, ਕੀ ਸਵਾਲ ਹੈ ਤੁਹਾਡਾ? ਕਹਿੰਦਾ ਸਾਡਾ ਇਹ ਸਵਾਲ ਹੈ ਵੀ ਸਰਹੰਦ ਵਰਗੇ ਵਜੀਦ ਖਾਂ ਵਰਗੇ ਜਿਨ੍ਹਾਂ ਨੇ ਮੇਰੇ ਬੱਚੇ
ਅਣਦੋਸੇ ਮਾਰੇ। ਉਹ ਮਾਸੂਮ ਬੱਚਿਆਂ ਨੂੰ ਜਿਹੜੇ ਨੇ ਮੌਤ ਦਿੱਤੀ, ਪਹਿਲ ਵਿੱਚ ਉਹ ਫਿਰ ਉਹ ਜਿਹੜੇ ਬੁੱਧੂ ਸ਼ਾਹ ਦੇ ਪਿੰਡ ਘਰ ਨੂੰ ਉਜਾੜਨ ਵਾਲੇ ਤੁਹਾਡੇ ਪਰੱਪੇ ਦੇ, ਉਹ ਸਾਰੇ ਜਿੰਨੇ ਜ਼ਾਲਮ ਨੇ ਵੀ ਬੁੱਧੂ ਸ਼ਾਹ ਦਾ ਪ੍ਰੇਮੀ ਸੀ, ਜਿੰਨੇ ਉਹਦੇ ਜਵਾਕ ਜੱਲੇ ਮਾਰੇ ਨੇ, ਜਿੰਨਿਆਂ ਨੇ ਜਿਹੜੇ ਨੇ ਉਹ ਸਾਰੇ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਸਾਰੇ ਸਾਡੇ ਹੱਕ 'ਚ ਦੇ। ਉਹਨਾਂ ਨੂੰ ਅਸੀਂ ਆਪਦੀ ਮਰਜ਼ੀ ਦੀ ਸਜ਼ਾ ਦੇਵਾਂਗੇ। ਜਿਵੇਂ ਉਹਨਾਂ ਨੇ ਸਾਡੇ ਬ੍ਰਾਹਮਣਾਂ ਨਾਲ, ਸਾਧਾਂ ਨਾਲ, ਬੱਚਿਆਂ ਨਾਲ, ਔਰਤਾਂ ਨਾਲ ਬੇਇੱਜ਼ਤੀਆਂ ਜਿਹੜੀਆਂ ਕੀਤੀਆਂ ਨੇ, ਉਹਨਾਂ ਦਾ ਬਦਲਾ ਅਸੀਂ ਸਾਰਾ ਲੈਣਾ, ਪਰ ਛੱਡਾਂਗੇ ਲੈ ਕੇ। ਇਹ ਵੀ ਗੱਲ ਹੈ। ਬਾਦਸ਼ਾਹ ਕਹਿੰਦਾ ਵੀ ਸੋਚੀ ਪਈ ਵੀ ਹੁਣ ਕੀ ਕਰਾਂ, ਇਹ ਸਵਾਲ ਹੀ ਬੜਾ ਵੱਡਾ ਹੈ। ਜੇ ਸਵਾਲ ਅੱਜ ਪੂਰਾ ਕਰਨਾ, ਕਿਤੇ ਮੁੜ ਕੇ ਫੇਰ ਨਾ ਮੁਲਕ ਵਿਗੜ ਜੇ। ਦੋ ਚਿੱਤੇ ਜੀ ਹੋ ਗਿਆ, ਦੋ ਚਿੱਤੇ ਜੀ ਹੋਇਆ, ਉਹਨੇ ਦੂਜੇ ਦਿਨ ਦੀ ਤਰੀਕ ਪਾਤੀ। ਕਹਿੰਦਾ ਜੀ ਅੱਜ ਅਸੀਂ ਰਾਏ ਕਰਾਂਗੇ, ਸਵੇਰੇ ਤੁਹਾਨੂੰ ਦੱਸਾਂਗੇ, ਸਵਾਲ ਤੁਹਾਡਾ ਜ਼ਰੂਰ ਪੂਰਾ ਕਰਾਂਗੇ। ਦੋਏ ਪਾਸੇ ਲੱਤ ਰੱਖ ਲਈ, ਨਹੀਂ ਤਾਂ ਕਹਿੰਦਾ ਪੂਰਾ ਕਰਾਂਗੇ, ਨਾਲੇ ਸਵੇਰ ਪਾਤੀ ਵਿੱਚ। ਚਲੋ ਸਵੇਰੇ ਸਿਆ, ਦੂਸਰਾ ਦਿਨ ਆ ਗਿਆ, ਰਾਤ ਨਿਕਲ ਗਈ। 10ਵੇਂ ਪਾਤਸ਼ਾਹ ਫੇਰ ਜਾ ਕੇ ਹਾਜ਼ਰ ਹੋ ਗਏ। ਹਾਂ ਵੀ ਕਹਿੰਦੇ ਬੋਲ। ਉਹਨੇ ਆਪਦੀ ਸਾਰੇ ਦਿਨ ਚੌਦੇ ਫਿਰ ਵਜ਼ੀਰ ਸੱਦੇ, ਸਾਰੇ ਅਹਿਲਕਾਰ ਸੱਦੇ, ਸ਼ਰ੍ਹਾ ਵਾਲੇ ਬੰਦੇ ਤੇ ਜਿਹੜੇ ਸਾਰੇ ਉਹ ਸੱਦ ਲਏ ਵੀ ਦੱਸੋ ਹੁਣ ਕਿਵੇਂ ਕਰਾਂ। ਆਹ ਸਵਾਲ ਹੈ ਉਹਦਾ। ਉਹ ਕਹਿਣ ਲੱਗੇ ਤੈਨੂੰ ਤਾਜ਼ਾ ਰਾਜ ਮਿਲਿਆ, ਜੇ ਤੂੰ ਹੁਣੀ ਫੜ ਕੇ ਸੂਬੇ ਪੇਸ਼ ਕਰਨ ਲੱਗ ਗਿਆ ਜੇ ਇਹਨਾਂ ਨੇ ਮਾਰਨੇ ਹੈ। ਹੋ ਸਕਦਾ ਤੇਰੇ ਨਾਲ ਸਾਰੀ ਮੁਸਲਮਾਨੀ ਵਿਗੜ ਜੇ। ਫਿਰ ਤੂੰ ਬਾਦਸ਼ਾਹ ਤੋਂ ਸਾਲ ਭਰ ਦੀ ਮੋਹਲਤ ਮੰਗ ਲੈ, ਜਦੋਂ ਸਾਲ ਆਊ ਉਦੋਂ ਨੂੰ ਆਪਾਂ ਹੋਰ ਸਿੱਕਾ ਜਮਾ ਲਾਂਗੇ, ਫਿਰ ਹੋਰ ਮੋਹਲਤ ਮੰਗ ਲਾਂਗੇ, ਫਿਰ ਹੋਰ ਮੰਗ ਲਾਂਗੇ। ਐਂ ਲਈ ਚਲੋ, ਨਾ ਹਾਂ ਕਹੋ ਨਾ ਕਹੋ। ਇਹ ਸ਼ਕਤੀਸ਼ਾਲੀ ਪੁਰਸ਼ ਨੇ, ਇਹ ਉਹਨਾਂ ਦਾ ਪਤਾ ਨਹੀਂ ਕੀ ਕਰਨਗੇ ਕੀ ਨਾ ਕਰਨਗੇ। ਆਪਾਂ ਉਹਨਾਂ ਨੂੰ ਐਂ ਰੱਖੋ। ਉਹ ਲਾ ਕੇ ਫਰੇਬ ਫਿਰ ਮੋੜਤਾ। ਲੈ ਕਹਿੰਦੇ ਬਾਦਸ਼ਾਹ ਸਾਹਿਬ ਸੁਣ ਲੈ ਗੱਲ, ਹੁਣ ਤੱਕ ਤਾਂ ਤੁਸੀਂ ਸਾਨੂੰ ਤੇਰੇ ਤੇ ਯਕੀਨ ਵੀ ਤੂੰ ਸਾਡਾ ਸਵਾਲ ਕਰੇਂਗਾ ਪੂਰਾ, ਪਰ ਹੁਣ ਸਾਨੂੰ ਪਤਾ ਲੱਗ ਗਿਆ ਵੀ ਤੂੰ ਕਰਦਾ ਨਹੀਂ। ਆ ਇਕੱਠੇ ਹੀ ਸਾਲ ਮੰਗ ਲਿਆ, ਕੋਈ 2 ਦਿਨ ਨਹੀਂ 3 ਦਿਨ ਨਹੀਂ, ਤੂੰ ਸਾਡਾ ਸਵਾਲ ਨਹੀਂ ਪੂਰਾ ਕਰਦਾ। ਲੈ ਕਹਿੰਦੇ ਹੁਣ ਅਸੀਂ ਇੱਕ ਬੰਦਾ ਸਾਜਾਂਗੇ, ਬੰਦਾ ਉਹ ਸਾਜਾਂਗੇ, ਤੇਰੇ ਮੂਹਰੇ ਤਾਂ ਸਾਰੇ ਰਾਜੇ ਨਿਮ ਗਏ ਨਾ। ਕਹਿੰਦਾ ਨਿਮ ਗਏ, ਉਹ ਤੈਥੋਂ ਵੀ ਨਹੀਂ ਨਿਮਣਾ, ਜਿਹਨੂੰ ਅਸੀਂ ਹੁਣ ਦੇਵਾਂਗੇ ਥਾਪੀ। ਉਹਦੇ ਮਗਰ ਬੇਸ਼ੱਕ ਤੂੰ ਵੀ ਲੱਗ ਲਈ, ਉਹਨੇ ਤੈਨੂੰ ਵੀ ਨਹੀਂ ਬਾਰੇ ਸਾਰੇ ਆਉਣ ਦੇਣਾ। ਲੈ ਵੀ ਸਾਡੀਆਂ ਹੁਣ ਇੱਧਰਲੀਆਂ ਤਿਆਰੀਆਂ ਨੇ। ਐਨੇ ਉਹ ਫੇਰ ਕਹਿੰਦਾ ਵੀ ਕੋਈ ਨਹੀਂ ਮਾਰਾ, ਫਿਰ ਸੋਚਾਂਗੇ, ਜੇ ਨੇੜੇ ਕਰ ਲਾਂਗੇ ਤਰੀਕ। ਮੜ ਜਾ ਤਹਿਤ ਹੋ ਜੇ, ਮੜ ਜਾ ਐਂ ਹੋ ਜੇ, ਮੜ ਜਾ ਐਂ ਹੋ ਜੇ, ਕਿਤੇ ਦੁਨੀਆ ਨਾ ਵਿਗੜ ਜੇ, ਸੂਬੇ ਨਾ ਵਿਗੜ ਜਾਣ। ਮੇਰੇ ਕੋਲ ਤਾਜ਼ਾ ਰਾਜ ਆਇਆ, ਫਲਾਨਾ ਕਰ, ਮੈਂ ਚਮਕਾ ਕਰੇ, ਬਹਾਨੇ ਲਾ ਕੇ ਉਹਨੇ ਟਾਲ ਮਟੋਲਾ ਫੇਰ ਕਰਤਾ। ਫੇਰ ਕਰਿਆ ਤਾਂ ਇੱਕ ਦਿਨ ਫੇਰ ਬਾਦਸ਼ਾਹ ਸ਼ਿਕਾਰ ਖੇਡਦਾ ਫਿਰਦਾ ਹੈ, ਅਤੇ ਉਹਦੇ ਕੋਲ ਸੰਗਤਾਂ ਆਉਂਦੀਆਂ ਨੇ। ਇੱਕ ਲਟਕੀ ਆਈ ਉਹਦੇ ਕੋਲ, ਸੁਨਿਆਰ ਭਗਤ। 10ਵੇਂ ਪਾਤਸ਼ਾਹ ਦੇ ਆ ਕੇ ਚਰਨਾਂ 'ਤੇ ਬੈਠੀ, ਅਤੇ ਰਾਜਾ ਵੀ ਸ਼ਿਕਾਰ ਖੇਡਦਾ ਉਹ ਬਾਗ ਦੇ ਨੇੜੇ ਲੱਗ ਗਿਆ। ਉਹਨੂੰ ਵੀ ਪਤਾ ਲੱਗਿਆ ਵੀ ਇੱਥੇ ਦਸਪੂਰ ਜੀ ਦਾ ਡੇਰਾ ਹੈ। ਉਹ ਵੀ ਡੇਰੇ 'ਚ ਜਾ ਵੜਿਆ ਉਤਰ ਕੇ ਘੋੜੇ ਤੋਂ, ਉਹ ਵੀ ਮੱਥਾ ਟੇਕ ਕੇ ਬਹਿ ਗਿਆ। ਉਹ ਜਿਹੜੀ ਸੁਨਿਆਰਾਂ ਦੀ ਲਟਕੀ ਤੀ, ਉਹ 'ਤੇ ਰੱਬ ਦਾ ਹੁਸਨ ਬਹੁਤ ਬਖਸ਼ਿਆ ਹੋਇਆ। ਇੱਧਰ ਬਹਾਦਰ ਸ਼ਾਹ ਉਹ ਲੜਕੀ ਦੇ ਸਰੂਪ ਨੂੰ ਦੇਖ ਕੇ ਉਹ ਮੋਹਤ ਹੋ ਗਿਆ।
ਉਹ ਬੇਈਮਾਨ ਹੋ ਗਿਆ ਵੀ ਇਹ ਲੜਕੀ ਨਾਲ ਵਿਆਹ ਕਰਾ ਲੈ, ਨਹੀਂ ਮੱਲੋ ਜੋਰੀ ਕਰਾਂਗੇ ਵੀ ਇਹਦੇ ਨਾਲ ਵਿਆਹ ਕਰਵਾਵਾਂਗੇ। 10ਵੇਂ ਪਾਤਸ਼ਾਹ ਗੱਲ ਨੂੰ ਟਾਲਣ, ਉਹ ਫੇਰ ਮੋੜ ਕੇ ਉੱਥੇ ਹੀ ਲਿਆਵੇ। 10ਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਕਹਿੰਦਾ ਜੀ ਜਿਹੜਾ ਸਾਡਾ ਕਲਮ ਹੈ ਇਹ ਬਹੁਤ ਸ਼ਕਤੀਸ਼ਾਲੀ ਹੈ, ਅਸੀਂ ਕੁਛ ਵੀ ਕਰੀਏ ਮਨ ਚਾਹੁੰਦਾ, ਜਦੋਂ ਅਸੀਂ ਕਲਮਾ ਪੜਾਂਗੇ ਸਾਨੂੰ ਬਹਿਸ਼ਤ ਦੇ ਵਿੱਚ ਲੈ ਕੇ ਜਾਓ। 10ਵੇਂ ਪਾਤਸ਼ਾਹ ਕਹਿੰਦੇ ਬਾਦਸ਼ਾਹ ਕਲਮਾ ਨਹੀਂ ਤੁਹਾਡਾ ਲਿਜਾਂਦਾ, ਤੁਹਾਡਾ ਕਰਮ ਕੀਤਾ ਹੋਇਆ ਲਿਜਾ ਸਕਦਾ। ਇਹ ਕਲਮਾ ਲਿਖਿਆ ਕਿਵੇਂ ਲੈ ਜੂ? ਕਹਿੰਦਾ ਨਾ ਜੀ ਸਾਡੇ ਕਲਮੇ 'ਚ ਬਹੁਤ ਤਾਕਤ ਹੈ, ਸਾਰੀ ਸ਼ਰ੍ਹਾ ਕਹਿੰਦੀ ਹੈ ਕਿ ਕਲਮਾ ਐਡੀ ਵੱਡੀ ਚੀਜ਼ ਹੈ। ਕਹਿੰਦਾ ਉਹ ਜੇ ਸੱਚੇ ਤੇ ਕਲਮਾ ਪੜੋਗੇ ਤਾਂ ਲੈ ਜੂ, ਜੇ ਹੁਣ ਝੂਠਾ ਕਲਮਾ ਪੜੋਗੇ ਫਿਰ ਉਹ ਕਿਵੇਂ ਜਾਊ? ਨਹੀਂ ਜੀ ਕਹਿੰਦਾ ਕਲਮੇ 'ਚ ਤਾਕਤ ਹੀ ਐਡੀ ਹੈ। ਅੱਛਾ, ਕਹਿੰਦਾ ਉਹ ਖਜ਼ਾਨਚੀ ਉਰੇ ਆ। ਖਜ਼ਾਨਚੀ ਸੱਦ ਲਿਆ, ਕਹਿੰਦਾ ਆਪਣੇ ਗੱਲੇ ਦੇ ਵਿੱਚ ਇੱਕ ਕਲਮੇ ਵਾਲਾ ਰੁਪਈਆ ਪਿਆ ਚਾਂਦੀ ਦਾ, ਉਹ ਲਿਆ ਕੱਢ ਕੇ। ਚਾਂਦੀ ਦਾ ਰੁਪਈਆ ਕਢਾ ਲੈਂਦਾ, ਆ ਗਿਆ ਲਓ ਜੀ। ਲੈ ਕਹਿੰਦਾ ਬਾਦਸ਼ਾਹ ਇੱਥੇ ਬੈਠਾ, ਤੁਸੀਂ 2 ਹੋਰ ਲੈ ਲਿਆ ਇੱਥੋਂ, ਜਾਓ ਸਰਾਫਾਂ ਦੇ ਇਹਦੇ ਟਕੇ ਕਰਾ ਲਿਓ, ਜਾਓ ਲੈ ਜਾਓ। ਕਿਉਂ? ਕਹਿੰਦਾ ਬਾਦਸ਼ਾਹ ਸਹੀ ਹੈ। ਕਹਿੰਦਾ ਹਾਂ ਜੀ ਆਹ ਕਲਮਾ ਤੁਹਾਡਾ ਹੀ ਹੈ। ਕਹਿੰਦਾ ਹਾਂ ਜੀ, ਜਾਓ ਭਾਈ। ਉਹ ਲੈ ਕੇ ਗਏ ਸਰਾਫਾਂ ਦੇ। ਸਰਾਫ ਨੇ ਜੋ ਦੇਖਿਆ ਵੀ ਇਹਦਾ ਖੋਟਾ ਹੈ, ਉਹਨੇ ਭਗਾ ਕੇ ਮਾਰਿਆ। ਉਹ ਕਹਿੰਦਾ ਮਹਾਰਾਜ ਬਾਦਸ਼ਾਹ ਦਾ ਕਲਮਾ ਪੜ੍ਹ, ਉੱਤੇ ਕਲਮਾ ਲਿਖਿਆ ਹੋਇਆ। ਕਹਿੰਦਾ ਕਲਮੇ ਨੂੰ ਤੇਰੇ ਨੂੰ ਕੀ ਕਰੀਏ, ਵਿੱਚ ਤਾਂ ਇਹਦੇ ਕੱਖ ਨਹੀਂ। ਹੋਰ ਹੱਟ 'ਤੇ ਗਿਆ, ਹੋਰ 'ਤੇ ਗਿਆ, ਝਿੜਕਾਂ ਵੀ ਖਾਧੀਆਂ, ਧੱਕੇ ਵੀ ਵੱਜੇ, ਰੁਪਈਆ ਮੋੜ ਕੇ ਲੈ ਕੇ ਆ ਗਿਆ। ਹਾਂ ਬਈ 10 ਖਜ਼ਾਨਚੀ। ਕਹਿੰਦਾ ਮਹਾਰਾਜ ਤੁਸੀਂ ਮਾਰ ਲੈਂਦੇ 2 ਹੌਸਲੇ ਜਿਹੜੇ ਮਾਰਨੇ ਤੇ। ਕਿਉਂ? ਕਹਿੰਦਾ ਤਾਂ ਕਿਸੇ ਨੇ ਫੜੇ ਨਹੀਂ। ਕਹਿੰਦਾ ਨਾਲੇ ਅਸੀਂ ਜਿਹੜਾ ਖੋਟ ਮੱਠ ਕਹਾਇਆ ਉਹ ਬਾਕੀ ਰਹਿ ਗਿਆ। ਆਹ ਚੱਕੋ ਮਹਾਰਾਜ ਤੁਹਾਡਾ ਕਲਮਾ ਆ ਪਿਆ। ਬਾਦਸ਼ਾਹ ਕਹਿੰਦਾ ਬਾਦਸ਼ਾਹ ਦੇ ਮੂਹਰੇ ਕਰਦੇ। ਕਹਿੰਦਾ ਉਹ ਬਾਦਸ਼ਾਹ ਮੂਹਰੇ ਕਰਤਾ। ਕਿਉਂ? ਬਾਦਸ਼ਾਹ ਕਹਿੰਦਾ ਤੂੰ ਤਾਂ ਕਹਿੰਦੀ ਵੀ ਸਾਡਾ ਕਲਮਾ ਲੈ ਜਾਂਦਾ। ਆ ਕਲਮੇ ਦਾ ਦੇਖ ਲਿਆ ਸਵਾਲ, ਨਾਲੇ ਤੁਹਾਡਾ ਰਾਜ ਹੈ, ਤੇਰਾ ਰਾਜ ਹੈ, ਤੇਰੇ ਰਾਜ ਦੇ ਵਿੱਚ ਕਿਸੇ ਨੇ ਫੜਿਆ ਸਰਾਫ ਨੇ ਤੇਰਾ ਕਲਮਾ? ਉਹ ਕਹਿੰਦਾ ਸੱਚੀ ਦਰਗਾਹ ਦੇ ਵਿੱਚ ਇਹ ਕਲਮਾ ਤੁਹਾਡਾ ਲੈ ਜਾਊਗਾ ਤੈਨੂੰ ਬੇਇੱਜ਼ਤੀ 'ਚ? ਉਹ ਤਾਂ ਕਰਮ ਲੈ ਜਾਣਗੇ, ਇਹ ਜਿਹੇ ਕਰਮ ਤੁਸੀਂ ਕਰੋਗੇ ਉਹ ਲੈ ਜਾਣਗੇ। ਇਹ ਗੱਲਾਂ ਸੁਣਦਾ ਹੋਇਆ 10ਵੇਂ ਪਾਤਸ਼ਾਹ ਦੀਆਂ ਚੁੱਪ ਹੋ ਗਿਆ ਬਾਦਸ਼ਾਹ। ਜਦੋਂ ਚੁੱਪ ਹੋ ਕੇ ਬੈਠ ਗਿਆ, 10ਵੇਂ ਪਾਤਸ਼ਾਹ ਨੇ ਕਿਹਾ ਇਹਨੂੰ ਤਜਰਬਾ ਵੀ ਦਿਖਾ ਦੇ। ਕਹਿੰਦਾ ਬਾਦਸ਼ਾਹ ਤੂੰ ਦੱਸ ਤੇਰੇ ਦਿਲ 'ਚ ਕੀ ਹੈ ਜਿਹੜੀਆਂ ਤੂੰ ਇਹ ਗੱਲਾਂ ਕਹਿੰਦਾ? ਸੱਚ ਕਹੇਂਗਾ ਤੇਰੀ ਮੁਰਾਦ ਪੂਰੀ ਹੋਊ, ਜੇ ਝੂਠ ਬੋਲੇਂਗਾ ਹੁੰਦੀ ਨਹੀਂ। ਕਹਿੰਦਾ ਜੀ ਫਿਰ ਮੈਂ ਤਾਂ ਇਹ ਕੰਨਿਆ 'ਤੇ ਮੋਹ ਤਾਂ ਸੱਚ ਤਾਂ ਫਿਰ ਇਹ ਹੈ, ਮੇਰੀ ਨੀਤ ਡੋਲ ਗਈ ਹੈ ਕੰਨਿਆ ਨਾਲ ਨਿਕਾਹ ਕਰਨ ਦੀ। ਜਾਂ ਕਹਿੰਦਾ ਆਥਣੇ ਤੇਰੇ ਮਕਾਨ 'ਤੇ ਆ ਜੂਏ ਕੰਨਿਆ। 10ਵੇਂ ਪਾਤਸ਼ਾਹ ਕਹਿੰਦੇ। ਉਹ ਉੱਠ ਕੇ ਚਲੇ ਗਏ। ਇੱਕ ਆਪਦਾ ਬੰਦਾ ਛੱਡ ਦੇ ਉੱਥੇ ਵੀ ਭਾਈ ਤੂੰ ਨਾਲ ਆ ਜੀ। ਐਸੇ ਦਿਨ ਉਹ ਲੜਕੀ ਨੇ ਜਾ ਕੇ ਸਿਰ ਧਰਤਾ ਪੈਰਾਂ 'ਚ 10ਵੇਂ ਪਾਤਸ਼ਾਹ। ਕਹਿੰਦੀ ਮਹਾਰਾਜ ਮੇਰੇ ਗਊ 'ਤੇ ਤੁਸੀਂ ਕੀ ਕੀਤਾ? ਇਹਨਾਂ ਨਾਲ ਕੋਈ ਸਾਡਾ ਮੇਲ ਨਹੀਂ, ਇਹ ਮੁਸਲਮਾਨ ਅਸੀਂ ਹਿੰਦੂ, ਇਹ ਮੇਰੇ 'ਤੇ ਐਡਾ ਅਪਰਾਧ ਨਹੀਂ ਹੁੰਦਾ ਬੇਟਾ। ਅਸੀਂ ਰਾਖੇ ਹਾਂ ਤੇਰੀ ਇੱਜ਼ਤ ਦੇ, ਤਾਂ ਦਿਖਾਉਣਾ ਹੀ ਹੈ ਕਿ ਉਹਨੂੰ ਪਰਤਮ। ਤੇਰਾ ਤਾਂ ਧਰਮ ਅਸੀਂ ਗੁਆਚਣ ਨਹੀਂ ਦਿੰਦੇ ਕਿਧਰੇ, ਤੇਰਾ ਧਰਮ ਤੇਰੇ ਵੱਲੇ ਸਹੀ ਰਹੂਗਾ। ਅੱਛਾ ਮਹਾਰਾਜ। ਜਦੋਂ ਸ਼ਾਮ ਦਾ ਵਿਆਹ ਹੋ ਗਿਆ, ਇੱਕ ਤਾਂ ਬਾਦਸ਼ਾਹ ਦਾ ਨੌਕਰ ਸੀ, ਇੱਕ ਉਹਨਾਂ ਨੇ ਆਪਦਾ ਸਿੱਖ ਤੋਰਤਾ ਨਾਲ। ਜਾਓ ਕਹਿੰਦੇ ਭਾਈ ਵਗ ਜਾਓ, ਦੋਵੇਂ ਲੈ ਜਾਓ ਕੰਨਿਆ ਨਾਲ। ਉਹ ਕੰਨਿਆ ਵਿਚਾਲੇ ਹੋ ਗਈ, ਉਹ 2 ਇੱਕ ਸੱਜੇ ਹੋ ਗਏ, ਇੱਕ ਖੱਬੇ ਹੋ ਗਏ।
ਉਹ ਲਈ ਜਾਂਦੇ ਨੇ। 10ਵੇਂ ਪਾਤਸ਼ਾਹ ਨੇ ਉਹਨਾਂ ਦਾ ਇੱਕ ਇੱਕ ਰੂਪ ਹੋਰ ਬਣਾਤਾ, ਅੱਛਾ ਜੀ। ਕੱਲੇ ਕੱਲੇ ਤੋਂ ਦੋ ਦੋ ਕਰਤੇ। ਜਿਹੜੇ ਉਹ ਦੋ ਥੇ ਸਹੀ, ਉਹ ਦੋਵਾਂ ਦਾ ਦੋ ਸ਼ੇਰ ਬਣਾਤੇ। ਇੱਕ ਦਾ ਸੱਜੇ ਹੱਥ 'ਚ ਕੰਨ ਫੜਾਤਾ, ਇੱਕ ਦਾ ਖੱਬੇ ਹੱਥ 'ਚ ਫੜਾਤਾ ਉਹ ਕੁੜੀ ਦੇ। ਉਹ ਵੀ ਐ ਬਰਾਬਰ ਦੂਰ ਉਹਨਾਂ ਦੀ ਜਿਹੜੀ ਸ਼ਾਇਦ ਸੀ ਉਹਨਾਂ ਨੂੰ ਉਹ ਬੰਦਿਆਂ ਦੇ ਭੁਲੇਖੇ ਪੈਂਦੇ ਨੇ। ਉਹ ਸ਼ੇਰ ਫੜਾਈ ਜਾਂਦੀ ਹੈ, ਦੋਏ ਕੰਨੇ ਹੱਥ ਐ ਸ਼ੇਰ, ਦੋਏ ਸ਼ੇਰ ਬਰਾਬਰ ਸ਼ੇਰ ਹੱਥਾਂ 'ਚ ਨੇ। ਉਧਰ ਰਾਜਾ ਵੀ ਬੈਠਾ ਸਾਹਮਣੇ, ਉਹਨੇ ਦੋ ਬੰਦੇ ਵੀ ਦੇਖ ਲਏ ਤੇ ਦੋਏ ਸ਼ੇਰ ਵੀ ਵੇਖ ਲਏ। ਉਹਨੇ ਮਾਰੀ ਨਿਗਾਹ ਜਦੋਂ, ਉਹਨੇ ਸੋਚਿਆ ਮਰ ਤੇਰਾ ਭਲਾ ਹੋ ਜੇ, ਤੂੰ ਕਿਹਨੂੰ ਕਹਿ ਬੈਠਾ, ਇਹ ਔਰਤ ਹੈ, ਇਹ ਤਾਂ ਕੋਈ ਹੋਰ ਹੀ ਹੈ ਭਾਵੀ ਦਾ ਚੱਕਰ। ਮੈਂ ਤਾਂ 10ਵੇਂ ਪਾਤਸ਼ਾਹ ਦੀ ਖੇਡ ਨੂੰ ਹੀ ਨਹੀਂ ਸਮਝਿਆ ਵੀ ਮੇਰੇ ਨਾਲ ਉਹਨਾਂ ਨੇ ਕੀ ਚੱਕਰ ਚਲਾਤਾ। ਜੇ ਮੇਰੇ ਕੋਲੇ ਆ ਗਈ ਮੈਨੂੰ ਤਾਂ ਖਾ ਜਾਣਗੇ, ਬੁਰਕੀ ਬੁਰਕੀ ਕਰਨਗੇ, ਪਾੜ ਦੇਣਗੇ ਵਿਚਾਲੋਂ ਦੋਏ ਸ਼ੇਰ, ਤੇ ਮੈਂ ਇਹਨੂੰ ਕੀ ਕਰੂੰ। ਉਹਨੇ ਉਹਨਾਂ ਦੋਹਾਂ ਬੰਦਿਆਂ ਬੰਨੀਆਂ ਪੁੱਠੇ ਹੱਥ ਮਾਰਤੇ ਵੀ ਪਰੇ ਲੈ ਜੋ, ਬਾਹਰ ਬੰਦ ਕਰ ਲਿਆ, ਇਹਨੂੰ ਮੋੜ ਕੇ ਉੱਧਰ ਹੀ ਲੈ ਜਾਓ ਜਿੱਧਰੋਂ ਲੈ ਆਇਓ, ਇੱਧਰ ਗਾਹਾਂ ਨਾ ਆਓ। ਉਹ ਕਹਿੰਦੇ ਵੀ ਬਾਦਸ਼ਾਹ ਦਾ ਇਸ਼ਾਰਾ ਹੋ ਗਿਆ ਵੀ ਆਪਾਂ ਨੂੰ, ਕਹਿੰਦੇ ਵੀ ਇਹ ਤਾਂ ਮੋੜ ਕੇ ਲੈ ਜਾਓ। ਚਲ ਵੀ ਕਹਿੰਦੇ ਆਪਾਂ ਮੁੜ ਚੱਲਦੇ ਹਾਂ। ਉੱਥੋਂ ਦੋਏ ਮੁੜ ਚੱਲੇ, ਉਹ ਦੋਵਾਂ ਦਾ ਬਾਣਾ ਇੱਕੋ ਹੀ ਹੋ ਗਿਆ, ਸ਼ੇਰਾਂ ਦਾ ਤੇ ਉਹਨਾਂ ਦਾ। ਮੁੜ ਕੇ 10ਵੇਂ ਪਾਤਸ਼ਾਹ ਕੋਲੇ ਫੇਰ ਆ ਗਏ। ਕਿਉਂ ਭਾਈ? ਕਹਿੰਦੇ ਜੀ ਉਹਨੇ ਤਾਂ ਸਾਨੂੰ ਪੁੱਠੇ ਹੀ ਹੱਥ ਮਾਰਤੇ ਵੀ ਮੋੜ ਕੇ ਲੈ ਜਾਓ, ਮੈਂ ਨਹੀਂ ਅੰਗੀਕਾਰ ਕਰਦਾ, ਤੇ ਨਾਲੇ ਸਾਨੂੰ ਦੇਖ ਕੇ ਬਾਹਰ ਉਡਾ ਲਿਆ। ਬਸ ਭਾਈ ਕਹਿੰਦੇ ਠੀਕ ਹੈ, ਫਿਰ ਆਪਾਂ ਆਪਦੇ ਵਚਨ ਤੇ ਪੱਕੇ ਹਾਂ। ਉਹ ਕੰਮ ਗਿਆ ਭਾਈ ਦੇਖ ਕੇ, ਡਰ ਗਿਆ ਉਹ, ਉਹਦੇ ਪਾਪ ਨੇ ਡਰਾਤਾ ਉਸੇ ਨੂੰ। ਉਹ ਕੰਨਿਆ ਨਹੀਂ ਜਾ ਕੇ ਤਾਂ ਸਿਰ ਵੇ ਪੈਰਾਂ 'ਤੇ ਧਰਤਾ ਉਸਨੇ 10ਵੇਂ ਪਾਤਸ਼ਾਹ ਦੇ। ਮਹਾਰਾਜ ਤੁਸੀਂ ਧੰਨ ਹੋ, ਧੰਨ ਤੁਹਾਡੀ ਕਲਾ, ਧੰਨ ਤੁਹਾਡੀ ਸਮਰੱਥਾ, ਜਿਸ 'ਤੇ ਨਾਜ਼ਰ ਤੁਹਾਡੀ ਹੈ ਉਹਨੂੰ ਕੌਣ ਕੁਛ ਕਹਿ ਦੇ। ਐ ਮਹਾਰਾਜ ਤੁਸੀਂ ਆਪੇ ਹੀ ਤਾਂ ਕਿਹੜਾ ਲਾਰਾ ਲਾਇਆ, ਅਤੇ ਆਪੇ ਹੀ ਤੁਸੀਂ ਕਿਵੇਂ ਬਚਾਉਣ ਵਾਲੇ। ਕਹਿੰਦੇ ਬੇਟਾ ਅਸੀਂ ਜੋ ਕੁਛ ਦਿਖਾਉਂਦੇ ਅਗਲੇ ਨੂੰ ਸੱਚ ਦਿਖਾਉਂਦੇ, ਕੂੜ ਨਹੀਂ ਦਿਖਾਉਂਦੇ। ਅਸੀਂ ਜੋ ਕੁਛ ਦਿਖਾਉਂਦੇ ਸੱਚ ਦਿਖਾਉਂਦੇ, ਵੀ ਸੱਚ ਆਏ ਅਤੇ ਕੂੜ ਆਏ, ਇਉਂ ਕਰਦੇ ਹਾਂ ਅਸੀਂ। ਕਹਿੰਦੇ ਠੀਕ ਹੈ। ਉੱਧਰੋਂ ਉਹ ਖੇਲ ਬੰਦ ਹੋਇਆ ਤਾਂ ਫਿਰ ਜਿਹੜੇ ਭੰਗਾਣੀ ਦੇ ਯੁੱਧ ਵੇਲੇ ਦੇ ਪਠਾਨ ਨੌਕਰ ਤੇ, ਉਹਨਾਂ ਨੂੰ ਪਤਾ ਲੱਗਿਆ ਵੀ 10ਵੇਂ ਪਾਤਸ਼ਾਹ ਕੋਲ ਹੁਣ ਮਾਇਆ ਬਹੁਤ ਹੈ, ਤੇ ਹੁਣ ਲੱਗੀ ਨੇੜੇ ਆਪਾਂ ਜਿਹੜੇ ਬਚ ਗਏ ਤੇ ਉਹ ਯੁੱਧ 'ਚ ਉਹ ਪਠਾਨ ਗਏ ਤਾਂ ਕਾਜੀ ਨੂੰ ਮਿਲ ਗਏ, ਜਿਹੜਾ ਸਰਾ ਦਾ ਸਿਰੇ ਸਰਦਾਰ। ਉਹਨੂੰ ਜਾ ਕੇ ਕਿਹਾ ਵੀ ਅਸੀਂ ਚਿਰਾਂ ਤੋਂ ਪੈਸੇ ਲੈਣੇ 10ਵੇਂ ਪਾਤਸ਼ਾਹ ਤੋਂ, ਉਦੋਂ ਦੇ ਪੈਸੇ ਸਾਡੇ ਦਿੱਤੇ ਨਹੀਂ, ਸਾਡੇ ਬਕਾਇਆ ਰਹਿੰਦਾ। ਉਹ ਕਾਜੀ ਨੇ ਪਰਵਾਨਾ ਲਿਖਤਾ, ਪਰਵਾਨਾ ਲਿਖ ਕੇ ਉਹਨਾਂ ਨੂੰ ਫੜਾਤਾ ਕਿ ਜਾਓ ਲੈ ਜਾਓ 10ਵੇਂ ਪਾਤਸ਼ਾਹ। ਉਹ 10ਵੇਂ ਪਾਤਸ਼ਾਹ ਦੇ ਲੈ ਕੇ ਪਰਵਾਨਾ ਹਾਜ਼ਰ ਹੋ ਗਏ ਵੀ ਸ਼ਰ੍ਹਾ ਦਾ ਪਰਵਾਨਾ। 10ਵੇਂ ਪਾਤਸ਼ਾਹ ਨੇ ਫੜ ਲਿਆ ਉਹ ਪਰਚਾ, ਜੇ ਪਰਵਾਨਾ ਹੱਥ 'ਚ ਹੀ ਹੈ। 10ਵੇਂ ਪਾਤਸ਼ਾਹ ਉਹਨਾਂ ਨੂੰ ਕਹਿੰਦੇ, ਪਠਾਨਾਂ ਨੂੰ ਕਹਿੰਦੇ ਵੀ ਤੁਸੀਂ ਉਹਨੂੰ ਕਾਜੀ ਨੂੰ ਜਾ ਕੇ ਐਂ ਕਹੋ ਜਿਹੜਾ ਉਹਨੇ ਸਾਡੇ 'ਤੇ ਪਰਵਾਨਾ ਲਿਖ ਕੇ ਭੇਜਿਆ, ਇਹ ਪਰਵਾਨਾ ਵੀ ਉਹ ਮੱਖੀਆਂ 'ਤੇ ਲਿਖੇ। ਮੱਖੀਆਂ ਦਾ ਢੇਰ ਹੈ ਬਹੁਤ, ਇਹ ਖਾਣ ਪੀਣ ਦੇ ਰਾਸ਼ਨਾਂ 'ਤੇ ਬਹਿੰਦੀਆਂ ਨੇ। ਇਹ ਪਰਵਾਨਾ ਕਾਜੀ ਉਹਨਾਂ ਨੂੰ ਲਿਖੇ, ਸਾਡੇ ਕੋਲ ਤੇਰਾ ਪਰਵਾਨਾ ਕੀ ਕਰੂ, ਉਹਨੇ ਪਾੜ ਕੇ ਛੱਡਤਾ। ਮੈਨੂੰ ਕੋਈ ਕਾਜੀ ਦੇ ਪਰਵਾਨੇ ਦੀ ਲੋੜ ਨਹੀਂ। ਮੱਖੀਆਂ ਦੇ ਢੇਰ ਨੂੰ ਪਹਿਲਾਂ ਮੈਂ ਉਹਨਾਂ ਨੂੰ ਹਟਾਵੇ ਭੋਜਨ ਬੈਠਣਾ। ਮੱਖੀਆਂ ਦਾ ਢੇਰ ਕਿਹਾ ਉਹਨਾਂ ਨੂੰ ਜਿਹੜੇ ਆਏ ਤੇ ਦੁਬਾਰੇ ਪੈਸੇ ਲੈਣ, ਤੁਹਾਨੂੰ ਮੈਂ ਦੇਵਾਂ, ਤੂੰ ਤਾਂ ਮੈਨੂੰ ਜੰਗ ਪਏ ਤੋਂ ਛੱਡ ਕੇ ਤੁਰ ਗਏ, ਮੇਰਾ ਖਾ ਪੀ ਕੇ ਹਰਾਮ ਕੀਤਾ ਤੁਸੀਂ। ਅੱਜ ਜਿਵੇਂ ਮੱਖੀਆਂ ਖਾਣੇ 'ਤੇ ਬਹਿੰਦੀਆਂ ਤੁਸੀਂ ਉਹ ਜੇ ਕਾਜੀ ਨੂੰ ਜਾ ਕੇ ਉਹਨਾਂ ਨੇ ਕਹਿਤਾ ਮਹਾਰਾਜ ਕਹਿੰਦੇ ਤੁਹਾਡਾ ਪਾੜਤਾ ਉਹ ਤਾਂ ਲਿਆ ਲਿਖਿਆ ਸੀ ਤੁਸੀਂ ਸ਼ਰ੍ਹਾ ਦਾ। ਫਿਰ ਉਹ ਤਾਂ ਐਂ ਕਹਿੰਦਾ
ਵੀ ਪਹਿਲਾਂ ਮੱਖੀਆਂ ਦੇ ਢੇਰ 'ਤੇ ਦੇਵੇ ਹੈ ਜਾਂ ਪ੍ਰਮਾਣਾ ਇਹਨਾਂ ਨੂੰ ਹਟਾਵੇ। ਆ ਜਿਹੜੀਆਂ ਭੋਜਨਾਂ 'ਤੇ ਬਹਿੰਦੀਆਂ ਨੇ ਇਹਨਾਂ ਦਾ ਫੈਸਲਾ ਕਰੇ ਕੋਈ। ਅਤੇ ਇਸ ਤਰ੍ਹਾਂ ਦਾ ਪ੍ਰਮਾਣਾ ਮੈਨੂੰ ਨਹੀਂ ਲੋੜ ਰਹੇ ਜੇ ਪ੍ਰਮਾਣਿਆਂ ਦੀ। ਕਹਿੰਦੇ ਮਹਾਰਾਜ ਨਾ ਹੀ ਪਾੜਤਾ, ਲੀਰ ਕਰਤਾ, ਨਾ ਹੀ ਧਰਤੀ 'ਤੇ ਸਿੜਤਾ। ਉਹ ਭਰਿਆ ਹਰਖ ਦਾ ਕਾਜੀ ਰਾਜੇ ਕੋਲ ਵਗ ਗਿਆ। ਰਾਜੇ ਕੋਲ ਗਿਆ ਅਤੇ ਰਾਜੇ ਨੂੰ ਜਾ ਕੇ ਕਹਿੰਦਾ ਮਹਾਰਾਜ ਇਹ 10ਵੇਂ ਪਾਤਸ਼ਾਹ ਨੂੰ ਕੋਈ ਦੰਡ ਦੇਣਾ ਚਾਹੀਦਾ। ਕਹਿੰਦਾ ਉਹ ਦੰਡ ਕਾਹਦਾ? ਕਹਿੰਦਾ ਮੇਰਾ ਪਰਵਾਨਾ ਪੜ੍ਹਤਾ, ਮੈਂ ਸਦਾ ਵੱਲੋਂ ਪਰਵਾਨਾ ਦਿੱਤਾ ਸੀ, ਇਹ ਪਠਾਣਾ ਦੀ ਰਕਮ ਦੱਬੀ ਬੈਠਾ, ਨੌਕਰੀ ਦੱਬੀ ਬੈਠਾ, ਉਹਦੇ ਵਾਸਤੇ ਲਿਖਿਆ ਸੀ। ਉਹ ਰਾਜਾ ਕਹਿੰਦਾ ਤੈਂ ਪਰਵਾਨਾ ਲਿਖਤਾ ਉਹਨੂੰ? ਕਹਿੰਦਾ ਹਾਂ। ਕਹਿੰਦਾ ਚੱਲ ਮੇਰੀ ਸਭਾ 'ਚੋਂ ਨਿਕਲ ਜਾ, ਇਹ ਸ਼ਰਾ 'ਚ ਹੀ ਨਹੀਂ ਤੂੰ ਰਹਿਣ ਦੇ ਕਾਬਲ। ਉਹ ਜਿਹਦੇ ਮੂਹਰੇ ਹੱਥ ਜੋੜ ਕੇ ਜਾਣਾ ਪੈਂਦਾ, ਜਿਹਦੇ ਪੈਰਾਂ 'ਤੇ ਢਹਿਣਾ ਪੈਂਦਾ, ਤੂੰ ਉਹਨੂੰ ਪਰਵਾਨੇ ਲਿਖਦਾ? ਉਹ ਖੋਟੀ ਮੱਤ ਵਾਲਾ, ਚੱਲ ਨਿਕਲ ਜਾ, ਮੇਰੀ ਸ਼ਰਾ 'ਚੋਂ ਨਿਕਲ ਜਾ। ਕਰਤਾ ਕਾਜੀ। ਚੱਲ ਕਹਿੰਦਾ ਤੇਰੀ ਕੀ ਗਤੀ ਹੈ ਉਹਨੂੰ ਪਰਵਾਨੇ? ਉਹ ਟੈਕਸ ਦੇਊ। ਉਹ ਐਡਾ ਵੱਡਾ ਰਾਜ ਜੀ ਨੇ ਮੈਨੂੰ ਸੰਭਾਤਾ ਸਾਰੇ ਹਿੰਦੁਸਤਾਨ ਦਾ, ਅਤੇ ਅਜੇ ਹੁਣ ਉਹ ਟੈਕਸ ਭਾਲਦਾ ਉਹ ਤੋਂ? ਉਹ ਟੈਕਸ ਦੇਣ ਵਾਲੀ ਰੂਹ ਨਹੀਂ, ਉਹ ਤਾਂ ਇਲਾਹੀ ਰੂਹ ਹੈ। ਉਹਨੂੰ ਤੂੰ ਕੀ ਸਮਝਦੇ? ਉਹਨੂੰ ਨਹੀਂ ਤਾਂ ਉਹਦੀ ਨਰਾਦਰੀ ਕੀਤੀ, ਸਭਾ ਦੇ ਵਿੱਚ ਵਹਾ ਕੇ ਕਾਜੀ ਨਾਲੇ ਬਰਖਾਸਤ ਕਰਤਾ। ਚੱਲ ਤੂੰ ਸਭਾ ਸ਼ਰ੍ਹਾ 'ਚ ਰਹਿਣ ਦੀ ਕਾਬਲ ਨਹੀਂ ਹੈ। ਤੋਰਤਾ। ਉੱਥੋਂ ਗਾਹਾਂ ਫੇਰ ਡੇਰਾ ਲਾਗੂ ਕਰਤਾ, ਚਾਲੂ ਕਰਤਾ। ਚੱਲਦੇ ਚੱਲਦੇ ਫਿਰ ਕਿੱਥੇ ਪਹੁੰਚੇ? ਗੋਦਾਵਰੀ ਨਦੀ ਦੇ ਕਿਨਾਰੇ 'ਤੇ ਪਹੁੰਚ ਗਏ, ਨੰਦੇੜ ਦੇ ਵਿੱਚ। ਨੰਦੇੜ ਸ਼ਹਿਰ ਹੈ ਜਿਹੜਾ, ਉਹ ਸਾਨੂੰ ਗ੍ਰੰਥ ਦੱਸਦੇ ਆ, ਮੈਂ ਤਾਂ ਨਹੀਂ ਕਹਿੰਦਾ। ਜੋ ਕੁਛ ਗ੍ਰੰਥਾਂ ਦਾ ਲੇਖ ਹੈ ਉਹ ਮੈਂ ਸਰੋਤਿਆਂ ਅੱਗੇ ਜ਼ਰੂਰ ਪ੍ਰਗਟ ਕਰਾਂ। ਇੱਕ ਤਾਂ ਸ਼ਹਿਰ ਨੰਦੇੜ ਹੈ ਜਿਹੜਾ, ਉਹ ਇੱਕ ਕਾਸੀਪੁਰੀ। ਇਹ ਸਾਰੀ ਦੁਨੀਆ 'ਚੋਂ ਪੁਰਾਣੇ ਸ਼ਹਿਰ ਦੋ ਨੇ, ਸਾਰੀ ਦੁਨੀਆ 'ਚੋਂ ਜਿੱਥੇ ਤੱਕ ਵੀ ਦੁਨੀਆ ਦਾ ਪਸਾਰਾ ਹੈ। ਇਹਨੂੰ ਗ੍ਰੰਥ ਵਾਲੇ ਨੇ ਆਦੀਪੁਰੀ ਲਿਖਿਆ, ਨੰਦੇੜ ਨੂੰ, ਵੀ ਆਦੀਪੁਰੀ ਹੈ। ਸਤਿਯੁਗ ਵੇਲੇ ਦੀ ਇਵੇਂ ਜਿਵੇਂ ਵਸਦੀ ਹੈ। ਬੰਦੇ ਉੱਥੇ ਬਹੁਤ ਧਨਾਢ ਨੇ, ਹਰ ਪ੍ਰਕਾਰ ਦੇ ਬੰਦੇ ਨੇ ਉੱਥੇ। ਅਤੇ ਇਸ ਤਰ੍ਹਾਂ ਦਾ ਦੂਸਰੇ 5 ਕੋਹ ਕਾਂਸੀ, ਜਿਹੜੀ ਕਾਂਸੀ ਜੀ ਹੈ ਸਾਰੀ ਨਹੀਂ, ਇਹਦੀ 5 ਕੋਹ ਦੀ ਧਰਤੀ ਜਿਹੜੀ ਸ਼ਿਵਾਂ ਦੇ ਮੰਦਰ ਦੇ ਆਲੇ ਦੁਆਲੇ ਹੈ। ਕੋਈ ਹੈ ਇੱਧਰ, ਕੋਈ ਹੈ ਇੱਧਰ, ਕੋਈ ਹੈ ਇੱਧਰ, ਕੋਈ ਹੈ। ਇਹਨੂੰ ਪੰਚਕੋਸ਼ੀ ਵੀ ਕਹਿੰਦੇ। ਇਹ ਸ਼ਿਵਾਂ ਦੀ ਗੱਦੀ ਹੈ, ਸ਼ਿਵ ਜੀ ਭਗਵਾਨ ਦੀ ਇੱਥੇ ਬਾਦਸ਼ਾਹੀ ਹੈ। ਇਹ ਵੀ ਮਹਾਪਰਲੇ ਆਈ ਤੇ ਵੀ ਅਜਰਮ ਰਹੂਗੀ, ਉਦੋਂ ਵੀ ਇਹ ਡੁੱਬਦੀ। ਹੋਰ ਸਾਰੀ ਕਾਂਸੀ ਡੁੱਬ ਜੂ, ਉਹ 5 ਕੋਹ ਦੀ ਬਚੂ। ਇਹ 2 ਪੁਰੀਆਂ ਮੈਂ ਗ੍ਰੰਥਾਂ ਦੇ ਵਿੱਚ ਆਦਿ ਪੜ੍ਹੀਆਂ, ਇੱਕ ਤਾਂ ਕਾਂਸੀ ਜੀ, ਇੱਕ ਨੰਦੇੜ। ਵੀ ਇਹ ਸਤਿਯੁਗ ਜਦੋਂ ਤੋਂ ਸਤਿਯੁਗ ਬੀਤਿਆ, ਸਤਿਯੁਗ ਵੇਲੇ ਵੀ ਇਹ ਪੁਰੀਆਂ ਦੋਏ ਹੈਗੀਆਂ ਸੀ। ਦੋਵੇਂ ਉਵੇਂ ਵੱਧਦੀਆਂ ਘਟਦੀਆਂ ਤੁਰੀਆਂ ਹੁੰਦੀਆਂ ਨੇ, ਕਦੇ ਵੱਧ ਗਈ, ਕਦੀ ਘਟ ਗਈ, ਕਦੇ ਵੱਧ ਗਈ, ਕਦੇ ਘਟ ਗਈ। ਉਹ ਗੋਦਾਵਰੀ ਨਦੀ ਦੇ ਜਦੋਂ ਕਿਨਾਰੇ ਆ ਗਏ ਸੱਚੇ ਪਾਤਸ਼ਾਹ, ਕਿਨਾਰੇ ਆਏ ਤਾਂ ਜਦੋਂ ਸਾਵੀਂ ਜਗ੍ਹਾ ਦੇ ਉੱਤੇ ਆ ਗਏ, ਵਿਚਾਲੇ ਆ ਗਏ, ਕਹਿੰਦੇ ਵੀ ਇੱਥੇ ਆਸਣ ਲਾ ਲਓ, ਆਹ ਜਗ੍ਹਾ ਆਪਣੀ ਹੈ, ਇੱਥੇ ਮਾਰ ਲਓ ਮੇਰ, ਬਹਿ ਜਾਓ ਝੰਡੇ ਕੱਢ ਕੇ। ਸਾਰਾ ਦਲ ਉਤਰਿਆ ਆ, ਬੈਠ ਗਏ ਸਾਰੇ। ਅਤੇ ਉੱਧਰ ਨੰਦੇੜ ਦੇ ਵਿੱਚ ਰੌਲਾ ਪੈ ਗਿਆ, ਮਾਰੋ ਤੁਹਾਡਾ ਭਲਾ ਹੋ ਜੇ, ਤਾਂ ਹਣ ਮੰਗੂ ਕੌਮ ਨਹੀਂ, ਕਿੰਨਾ ਕੁ ਦਲ ਹੈ। ਅਜੇ ਮਗਰੋਂ ਹੋਰ ਗੱਡੀਆਂ ਆਈ ਜਾਂਦੀਆਂ ਨੇ। ਸਾਰਾ ਜਿੰਨਾ ਖਾਲਸਾ ਪੰਥ ਸੀ ਸਾਰਾ ਇਕੱਠਾ ਹੋ ਗਿਆ ਉੱਥੇ। ਇਕੱਠਾ ਹੋਇਆ ਤਾਂ ਬਹਿ ਗਏ ਆਸਣ ਲਾ ਕੇ,
ਰਾਸ਼ਨ ਪਾਸਣ ਬਥੇਰਾ ਤੇ ਗੱਡੇ ਭਰੇ ਪਏ ਤੇ ਖੁਰਾਕਾਂ ਦੇ। ਉਹ ਜਿਨ੍ਹਾਂ ਦੀ ਧਰਤੀ ਸੀ ਉਹ ਮਾਲਕ ਆ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਕਿਰਪਾ ਕਰੋ, ਕਿੰਨਾ ਕੁ ਚਿਰ ਬੈਠੋਗੇ? 1 ਦਿਨ ਬੈਠੋਗੇ, 2 ਦਿਨ ਬੈਠੋਗੇ, 4 ਦਿਨ ਬੈਠੋਗੇ? ਕਹਿੰਦੇ ਕਿਹੜੇ 4 ਦਿਨ? ਇਹ ਧਰਤੀ ਸਾਡੀ ਹੈ। ਮਹਾਰਾਜ ਤੁਹਾਡੀ? ਹਾਂ। ਗਲਤ ਬੋਲਦੇ ਜੀ। ਕਿਉਂ? ਸਾਡੀਆਂ ਪੀੜ੍ਹੀਆਂ ਖਤਮ ਹੋ ਗਈਆਂ ਇੱਥੇ, ਸਾਡੀਆਂ ਤਾਂ ਪੀੜ੍ਹੀਆਂ ਖਤਮ ਹੋ ਗਈਆਂ ਤੇ ਤੁਸੀਂ ਇਹ ਕਹਿੰਦੇ ਕੀ? ਇਹ ਗੱਲ ਕੀ ਹੈ? ਉਹ ਕਹਿੰਦੇ ਵੀ ਨਾ ਇਹ ਤਾਂ ਸਾਡੀ ਹੈ, ਅਸੀਂ ਤਾਂ ਹੱਲਦੇ ਨਹੀਂ, ਅਸੀਂ ਤਾਂ ਇੱਥੇ ਆਪਦੀ ਜਗ੍ਹਾ ਬਣਾਵਾਂਗੇ, ਛਾਉਣੀ ਪਾਵਾਂਗੇ, ਇਹ ਤਾਂ ਸਾਡੀ ਧਰਤੀ ਹੈ, ਜਦੋਂ ਅਸੀਂ ਕਿਸੇ ਦੀ ਤਾਂ ਰੋਕਦੇ ਨਹੀਂ। ਉਹ ਹੱਲਦੀ ਗੱਲ ਸਾਰੇ ਸ਼ਹਿਰ 'ਚ ਭੁਚਾਲ ਪੈ ਗਏ ਵੀ ਅੱਜ ਤਾਂ ਇਹ ਪਾਸਾ ਰੋਕ ਲਿਆ, ਸਵੇਰੇ ਇੱਧਰਲਾ ਪਾਸਾ ਰੋਕ ਲੈਣਗੇ ਵੀ ਨੇੜੇ ਆਪਣੇ ਬਾਦਸ਼ਾਹ ਆਇਆ ਵੇ, ਆਪਾਂ ਬਾਦਸ਼ਾਹ ਦੇ ਕਿਉਂ ਨਾ ਪੇਸ਼ ਹੋ ਜਾਈਏ। ਉਹ ਜਿਉਂ ਚੱਲੇ ਉੱਥੋਂ ਸਾਰੇ ਨੰਬਰਦਾਰ ਚੌਧਰੀ ਇਕੱਠੇ ਹੋ ਕੇ ਸਾਰੇ ਬਾਦਸ਼ਾਹ ਦੇ ਜਾ ਪੇਸ਼ ਹੋਏ। ਬਾਦਸ਼ਾਹ ਕਹਿੰਦਾ ਆਓ ਬਈ। ਕਹਿੰਦੀ ਜੀ ਅਸੀਂ ਨੰਦੇੜ ਤੋਂ ਆਏ ਹਾਂ। ਫੇਰ ਦੱਸੋ ਭਾਈ ਕੀ ਕੰਮ ਹੈ? ਕਹਿੰਦੇ ਮਹਾਰਾਜ ਇੱਧਰ ਤਾਂ ਤੁਹਾਡਾ ਇਕੱਠ ਹੈ, ਉੱਧਰ ਤੁਹਾਡੇ ਗੁਰੂ ਦਾ। ਜਿਹੜਾ ਤੁਹਾਡੇ ਨਾਲ ਚੱਲਿਆ, ਤੁਹਾਡੀ ਇਮਦਾਦ 'ਤੇ ਚੱਲਿਆ ਹੋਇਆ, ਉਹ ਤਾਂ ਸਾਡੀ ਧਰਤੀ ਰੋਕ ਕੇ ਬਹਿ ਗਏ। ਤਾਂ ਕਹਿੰਦੇ ਸਾਡੀ ਧਰਤੀ ਹੈ, ਸਭ ਖਬਰਦਾਰ ਇੱਧਰ ਹੀ ਰਹੋ। ਉਹ ਕਹਿੰਦੇ ਵੀ ਇਹ ਤਾਂ ਬਾਦਸ਼ਾਹ ਨੇ ਸਿਰ ਮਾਰਿਆ, ਕਹਿੰਦਾ ਨਾ ਐਂ ਉਹ ਦੱਬਣ ਵਾਲੇ ਕਿਸੇ ਦੀ ਚੀਜ਼ ਹਾਣੀ ਨਹੀਂ, ਇਹ ਤਾਂ ਤੁਸੀਂ ਗਲਤ ਕਹਿੰਦੇ ਹੋ। ਉਹ ਕਹਿੰਦੀ ਜੀ ਗਲਤ ਕਿਉਂ ਕਹਿੰਦੇ ਆ? ਉਹ ਤਾਂ ਜਮਾ ਨੇੜੇ ਨਹੀਂ ਲੱਗਣ ਦਿੰਦੇ, ਕਹਿੰਦੇ ਵੀ ਸਾਡੀ ਹੈ ਤਾਂ ਇੱਧਰ ਹੀ ਰਹੋ। ਬਾਦਸ਼ਾਹ ਨੇ ਆਪਦੇ ਮੁਰਾਦ ਤੋਰੇ, ਕਹਿੰਦਾ ਵੀ ਜਾਓ ਤੁਸੀਂ ਪਤਾ ਲਓ ਇਸ ਗੱਲ ਦਾ ਵੀ ਕੀ ਗੱਲ ਹੈ। ਉਧਰ ਬਾਦਸ਼ਾਹ ਦੇ ਕੋਲ 2 ਦੱਖਣੀ ਰਾਜਪੂਤ ਰਾਜੇ ਆ ਗਏ, ਉਧਰੋਂ ਹੀ ਗੱਲਾਂ ਚੱਲਦੀਆਂ। ਇੱਕ ਦਾ ਨਾਮ ਜੈ ਸਿੰਘ, ਦੂਜੇ ਦਾ ਨਾਮ ਅਜੀਤ ਸਿੰਘ। ਜਾਣੀ ਬਹੁਤ ਵੱਡੇ ਰਾਜੇ ਥੇ, ਦਲ ਬਹੁਤ ਸੀ ਦੋਹਾਂ ਕੋਲ, ਦੋਹਾਂ ਦੀ ਆਪਸ ਵਿੱਚ ਮਿੱਤਰਤਾ ਸੀ। ਕਿਸੇ ਨਾਲ ਲੜਦੇ ਉਹ ਦੋਏ ਇਕੱਠੇ ਲੜਦੇ। ਫੌਜ ਵਾਲੀ ਸੀ, ਘੋੜੇ ਵਾਲੇ ਥੇ ਤੇ ਰਾਜਪੂਤ। ਉਹਨਾਂ ਨੇ ਵੀ ਆ ਕੇ ਜਦੋਂ ਪਤਾ ਲੱਗਿਆ ਵੀ ਐਂ ਕਰਕੇ, ਬਾਦਸ਼ਾਹ ਕਹਿੰਦਾ ਵੀ ਨਾ ਮੈਂ ਨਹੀਂ ਇਹ ਗੱਲ ਕਰੀ। ਕਹਿੰਦੇ ਜੀ ਤੁਸੀਂ ਨਹੀਂ ਕਹਿੰਦੇ, ਤੁਸੀਂ ਆਪਦੇ ਬੰਦੇ ਭੇਜ ਦਿਓ। ਉਹ ਰਾਜੇ ਵੀ ਸੁਣੀ ਜਾਂਦੇ ਨੇ। ਉਹ ਰਾਜੇ ਸੁਣ ਕੇ ਕਹਿੰਦੇ ਵੀ ਆਪ ਇਹ ਜਿਹੇ ਤਾਂ ਦਰਸ਼ਨ ਕਰਨੇ ਜ਼ਰੂਰੀ ਹੈ। ਐਡਾ ਵੱਡਾ ਦੇਸ਼ ਪੱਧਰ ਦਾ ਰਾਜਾ ਜਿਹੜਾ ਉਹਨਾਂ 'ਤੇ ਐਡਾ ਯਕੀਨ ਕਰਦਾ, ਉਹ ਤਾਂ ਕੋਈ ਪੂਜਨੀਕ ਇਨਸਾਨ। ਉਹਨਾਂ ਨੇ ਵੀ ਸੁਣਿਆ ਤੇ ਬਾਦਸ਼ਾਹ ਕਹਿੰਦਾ ਵੀ ਜਾਓ, ਤੁਹਾਡਾ ਕੱਲ੍ਹ ਨੂੰ ਫੈਸਲਾ ਦੇਖਾਂਗੇ, ਜਿਵੇਂ ਉਹ ਸਾਡੇ ਬੰਦੇ ਆ ਕੇ ਦੱਸਣਗੇ ਤੇ ਤੁਸੀਂ ਜਾਓ। ਉੱਧਰੋਂ ਉਹਨਾਂ ਨੇ ਬਾਦਸ਼ਾਹ ਨੂੰ ਨਜ਼ਰਾਂ ਦੇ ਕੇ ਦੋਹਾਂ ਨੇ ਉਹਨਾਂ ਨੇ ਚੜ੍ਹਾਈ ਕਰਤੀ ਉੱਧਰ ਦੀ ਵੀ ਚਲੋ ਯਾਰ ਉਹਨਾਂ ਦੇ ਦਰਸ਼ਨ ਕਰੀਏ। ਉਹਨਾਂ ਦੇ ਦਰਸ਼ਨਾਂ ਲਈ ਆਏ ਤਾਂ ਦੋਏ ਰਾਜੇ ਬੈਠ ਕੇ ਬੜਾ ਕੁਛ ਰਾਸਤਾ ਲੈ ਕੇ ਗਏ। 10ਵੇਂ ਪਾਤਸ਼ਾਹ ਬੜੇ ਖੁਸ਼ ਹੋਏ ਦੇਖ ਕੇ, ਕਹਿੰਦੇ ਵੀ ਐਂ ਦੱਸੋ ਰਾਜਪੂਤੋ, ਤੁਸੀਂ ਬਹੁਤ ਜ਼ਬਰਦਸਤ ਹੋ, ਅਸੀਂ ਤੁਹਾਡੇ ਪੁਰਾਣੇ ਯੁੱਧ ਸੁਣੇ ਨੇ ਵੀ ਤੁਸੀਂ ਜਿੱਧਰ ਨੂੰ ਜਾਵੋ ਤੁਹਾਡੀ ਤਲਵਾਰ ਮੁੜਦੀ ਨਹੀਂ। ਕਹਿੰਦੇ ਜੀ ਇਹੀ ਹੈ ਸਾਡੀ ਰਾਜਪੂਤੀ ਹੈ। ਤੁਹਾਡੇ ਕੋਲ ਕਿੱਡਾ ਕੁ ਵੱਡਾ ਰਾਜ ਹੈ? ਕਹਿੰਦੇ ਜੀ ਸਾਡੇ ਕੋਲ ਰਾਜ ਬਹੁਤ ਵੱਡਾ ਹੈ। ਕਿੰਨੀ ਕੁ ਫੌਜ ਹੈ? ਕਹਿੰਦੇ ਜੀ 2.5 ਲੱਖ ਫੌਜ ਤਾਂ ਇਹਦੇ ਕੋਲ ਹੈ, 2.5 ਮੇਰੇ ਕੋਲ ਹੈ। 5 ਲੱਖ ਤਾਂ ਸਾਡੀ ਦੋਹਾਂ ਦੀ ਫੌਜ ਹੈ ਤੇ 2.500 ਘੋੜਾ ਇਹਦੇ ਕੋਲ ਹੈ, 2.500 ਘੋੜਾ ਸਾਡੇ ਕੋਲ, 2.5 ਲੱਖ 2.5 ਲੱਖ ਘੋੜਾ ਇਹਦੇ ਕੋਲ। ਸਾਰੇ ਰਾਜਾਂ ਨਾਲੋਂ ਸਾਡੇ ਕੋਲ ਘੋੜੇ ਵੱਧ ਨੇ। ਠੀਕ ਹੈ, ਬਾਦਸ਼ਾਹ ਦੋਵੇਂ ਬੈਠੇ ਨੇ। ਬਾਦਸ਼ਾਹ ਨੇ ਦੋਹਾਂ ਨੂੰ ਆਸ਼ੀਰਵਾਦ ਦਿੱਤੇ। ਕਹਿੰਦਾ ਵੀ ਰਾਜਪੂਤੋ ਮੈਂ ਇੱਕ ਗੱਲ ਕਹਿਣਾ,
ਤਕੜੇ ਤੁਸੀਂ ਬਹੁਤ ਹੋ, ਲੜਾਕੇ ਤੁਸੀਂ ਬਹੁਤ ਹੋ, ਪਰ ਤੁਹਾਡੇ 'ਚ ਇੱਕ ਖੋਟ ਹੈ। ਉਹ ਕਹਿੰਦੇ ਮਹਾਰਾਜ ਖੋਟ ਸਾਡੇ 'ਚ ਕੀ ਹੈ? ਤੁਹਾਡੀ ਖੋਟ ਇਹ ਹੈ ਜਿਹੜਾ ਤੁਸੀਂ ਕਸਾਈ ਦੇ ਹੱਥ ਗਊ ਫੜਾਉਂਦੇ। ਉਹ ਇੱਕ ਦੂਜੇ ਬੰਨੇ ਲੱਗੇ ਝੱਕ ਵੀ ਕਸਾਈ ਤਾਂ ਆਪਣੇ ਰਾਜ 'ਚ ਹੈ ਹੀ ਨਹੀਂ। ਇਹ ਗੁਰੂਆਂ ਨੇ ਕੀ ਕਿਹਾ ਆਪਾਂ ਨੂੰ? ਉਹ ਕਹਿੰਦੇ ਮਹਾਰਾਜ ਅਸੀਂ ਸਾਡੀ ਐਡੀ ਗੌਰ ਹੈ, ਪਹਿਲੇ ਤਾਂ ਸਾਡੇ ਰਾਜ ਦੇ ਵਿੱਚ ਕਸਾਈ ਵੜਦਾ ਨਹੀਂ, ਜੇ ਆ ਜੇ ਅਸੀਂ ਉਹਦੀ ਮਰਵਾ ਦਿਆਂਗੇ ਜਦੋਂ ਸਾਨੂੰ ਪਤਾ ਲੱਗੇ। ਜੇ ਤੁਸੀਂ ਕਿਸੇ ਪਾਸੋਂ ਸੁਣਿਆ ਜਾਂ ਤੁਹਾਨੂੰ ਖਬਰ ਲਸਾਰ ਲੱਗੀ ਹੈ, ਤੁਸੀਂ ਸਾਨੂੰ ਦੱਸੋ ਵੀ ਇਹ ਕਾਰਨ ਕੀ ਹੈ। ਉਹ ਕਹਿੰਦੇ ਹਾਂ ਕਾਰਨ ਦੱਸਦੇ ਆ ਭਾਈ। ਕਸਾਈ ਨੂੰ ਤਾਂ ਕਹਿੰਦੇ ਅਸੀਂ ਜੂ 'ਚ ਨਹੀਂ ਬਣਨ ਦਿੰਦੇ। ਨਹੀਂ ਕਹਿੰਦਾ ਭਾਈ ਤੁਹਾਡੇ ਸਮਝ ਤੋਂ ਬਾਹਰ ਆ ਜੀ ਗੱਲ। ਕਹਿੰਦੇ ਫਿਰ ਮਹਾਰਾਜ ਸਾਨੂੰ ਦੱਸੋ ਇਹ ਸਾਡੇ ਸਮਝ ਤੋਂ ਬਾਹਰ ਹੈ। ਤੁਹਾਡੇ ਵਿੱਚ ਇੱਕ ਨੁਕਸ ਇਹ ਹੈ, ਤੁਸੀਂ ਐਡੇ ਵੱਡੇ ਲੜਾਕੇ, ਐਡੇ ਵੱਡੇ ਤਕੜੇ, ਐਡੀ ਵੱਡੀ ਤੁਹਾਡੀ ਕੌਮ ਕਰੜੀ, ਉਹ ਲਟਕੀਆਂ ਤੁਸੀਂ ਮੁਸਲਮਾਨਾਂ ਨੂੰ ਦਿੰਦੇ। ਐਦੂ ਉੱਤੇ ਹੋਰ ਤੁਹਾਡੇ 'ਚ ਕੋਟ ਕੀ ਹੋ? ਤੁਹਾਡੀ ਇਹ ਰਾਜਪੂਤੀ ਹੈ ਵੀ ਲਟਕੀ ਨੂੰ ਮੁਸਲਮਾਨ ਨੂੰ ਦੇ ਦੇ। ਕਿੱਥੇ ਤਾਂ ਤੁਹਾਡੀ ਰਾਜਪੂਤੀ, ਕਿੱਥੇ ਕਿਹੜੇ ਪਾਸੇ ਇਹ ਗੱਲ ਗਈ? ਉਹ ਦੋਵੇਂ ਜਾਣੇ ਝਾਕਣ ਲੱਗ ਗਏ। ਕਹਿੰਦੇ ਵੀ ਗੁਰੂ ਨੇ ਗੱਲ ਤਾਂ ਬਹੁਤ ਕੀ, ਤੁਹਾਡੀ ਵੀਰਤਾ ਨਹੀਂ, ਤੁਹਾਡੀ ਇਹ ਕਾਇਰਤਾ ਹੈ ਮੁਲਕ ਦੇ ਵਿੱਚ। ਸਾਰਾ ਮੁਲਕ ਤੁਹਾਨੂੰ ਕਾਇਰ ਕਹਿੰਦਾ, ਤੁਸੀਂ ਆਪਦੇ ਆਪ ਨੂੰ ਫੁੱਲੇ ਫਿਰਦੇ ਹੋ। ਇਹ ਬੰਦੇ ਨੇ ਕੋਈ ਮਾੜਾ ਜਿਹਾ ਕੋਈ ਅਫਸਰ ਜਾ ਕੇ ਕਹਿ ਦਿਆ ਕੁੜੀ ਮੈਨੂੰ ਚਾਹੀਦੀ ਹੈ, ਤੁਸੀਂ ਉੱਥੇ ਨਹੀਂ ਵਿਆਹ ਦੇ ਨਹੀਂ। ਇਹ ਗਊ ਕਸਾਈਆਂ ਹੱਥੀ ਹੈ। ਇਹ ਥੋੜ੍ਹੀ ਜਿਹੀ ਨੁਕਸ ਹੈ। ਉਹ ਦੋਵੇਂ ਰਾਜਿਆਂ ਨੇ ਸਲਾਹ ਕੀਤੀ। ਉਹ ਕਹਿੰਦਾ ਬਈ ਵਾਕਈ ਨੁਕਸ ਹੈ ਆਪਣੇ, ਬਾਕੀ ਕਸਾਈਆਂ ਦੇ ਹੱਥ ਗਊ ਹੈ। ਦੋਹਾਂ ਰਾਜਿਆਂ ਨੇ ਸਹੁੰ ਚੱਕੀ, ਲਓ ਮਹਾਰਾਜ ਤੁਸੀਂ ਅੱਜ ਸਾਨੂੰ ਰਾਹ ਪਾਇਆ। ਤੁਸੀਂ ਕਹਿੰਦਾ ਉਹਨਾਂ ਦੀ ਅੰਸ਼ੋਂ ਤੁਹਾਡੇ ਪਿਤਾਮਾ ਨੇ 52 ਰਾਜੇ ਕੈਦ ਚੋਂ ਕੱਢੇ ਹੋਏ ਗਵਾਲੀਅਰ ਦੇ ਕਿਲੇ ਚੋਂ। ਉਹ ਸਤਿਗੁਰ ਦੇ ਉਹਨਾਂ ਰਾਜਿਆਂ ਦੇ ਤੁਸੀਂ ਬੱਚੇ ਹੋ, ਪੋਤੇ ਹੋ। ਇਹ ਸੋਚੋ। ਕਹਿੰਦੇ ਮਹਾਰਾਜ ਅੱਜ ਤੋਂ 1 2 3 ਮਰ ਜਾਣਾ ਮਨਜ਼ੂਰ ਆ, ਸੀ ਨਾ ਮੁੜ ਕੇ ਕੁੜੀ ਦੀ ਜੀ ਦੇਸ਼ ਨੂੰ ਰਾਜ ਦੇ ਦੇਂਗੇ ਸਾਰੇ ਮੁਲਕ 'ਚ। ਫਿਰ ਜੈ ਜਿਹੜਾ ਜੈ ਸਿੰਘ ਸੀ ਉਹਨੂੰ ਤਾਂ ਦਿੱਤੀ ਹੈ ਇੱਕ ਤਲਵਾਰ ਤੇ ਇੱਕ ਢਾਲ। ਖੁਸ਼ ਹੋ ਕੇ ਕਹਿੰਦੇ ਕਰ ਬਈ ਹੱਥ ਪੇ ਤੇਰੇ ਪੱਲੇ ਤਾਂ ਆਹ ਪਾਉਣੇ। ਜਿਹੜਾ ਅਜੀਤ ਸਿੰਘ ਸੀ ਉਹਨੂੰ ਇੱਕ ਭੱਥਾ ਤੀਰਾਂ ਦਾ, ਇੱਕ ਧਨਸ, ਆਹ ਤੇਰੇ ਪੱਲੇ ਪਾਉਣੇ। ਆਪਦੀ ਸਹੁੰ ਤੇ ਰਹੋ ਪੱਕੇ ਤੇ ਮੁੜ ਕੇ ਇਹ ਕੰਮ ਨਾ ਹੋਵੇ ਤੁਹਾਡੀ ਕੌਮ ਦੀ। ਕਹਿੰਦੇ ਜੀ ਕਦੇ ਵਾਸਤੇ ਹੋ ਹੀ ਨਹੀਂ ਸਕਦਾ। ਪੁੱਤ ਪੋਤਿਆਂ ਨੂੰ ਵੀ ਪੜ੍ਹਾ ਜਾਵਾਂਗੇ ਵੀ ਜ਼ਿੰਦਗੀ ਤਾਂ ਦੇ ਦਿਓ ਪਰ ਕੁੜੀ ਨਹੀਂ ਦੇਣੀ ਮੁਸਲਮਾਨਾਂ ਨੂੰ। ਜ਼ਿੰਦਗੀ ਦੇ ਦਿਓ, ਖਤਮ ਕਰ ਦਿਓ। ਦੋਏ ਰਾਜੇ ਸਹੁੰ ਪਾ ਕੇ ਹੋ ਚਲੇ ਗਏ। ਉਧਰ ਦੂਜੇ ਦਿਨ ਫੇਰ ਉਹ ਮਰਾ ਫੇਰ ਆ ਕੇ ਮੁੜ ਕੇ ਉਹ ਕਹਿੰਦੇ ਮਹਾਰਾਜ ਹਾਏ ਤਾਂ ਗੱਲ ਹੋਈ ਉਹ ਨੰਬਰਦਾਰ ਨਾਲ ਹੀ। ਉਹਦਾ 10ਵੇਂ ਪਾਤਸ਼ਾਹ ਦੱਬੀ ਬੈਠੇ ਨੇ। ਉਹ ਨਾਲ ਫੇਰ ਬਾਗੇ ਜੁੜ ਕੇ ਚੌਧਰੀ ਵੀ ਨੰਬਰਦਾਰ ਵੀ ਜਾਂ ਪੁੱਛ ਲਓ ਮਹਾਰਾਜ ਹੁਣ ਅਸੀਂ ਫੇਰ ਜਾ ਕੇ ਕਿਹਾ। ਉਹ ਨਹੀਂ ਮੰਨਦੇ ਹਨ। ਉਹ ਕਹਿੰਦਾ ਵੀ ਮੈਂ ਇੱਕ ਤੁਹਾਨੂੰ ਚਿੱਠੀ ਲਿਖ ਕੇ ਦਿੰਦਾ। ਮੈਂ ਹੁਕਮ ਤਾਂ ਨਹੀਂ ਲਿਖ ਕੇ ਦਿੰਦਾ, ਮੈਂ ਇੱਕ ਬੇਨਤੀ ਲਿਖ ਕੇ ਉਹਨਾਂ ਕੋਲ ਭੇਜਦਾ। ਫਿਰ ਉਹ ਜੋ ਕੁਛ ਮੈਨੂੰ ਦੱਸਣਗੇ ਮੈਂ ਫਿਰ ਉਹਦਾ ਇੰਤਜ਼ਾਮ ਕਰ। ਕਹਿੰਦੇ ਵੀ ਠੀਕ ਹੈ। ਉੱਥੋਂ ਬੇਨਤੀ ਦੀ ਚਿੱਠੀ ਲਿਖੀ ਇੱਕ ਉਹਨੇ ਰਾਜਾ ਨੇ ਵੀ ਮਹਾਰਾਜ ਮੈਂ ਆਹ ਗੱਲ ਸੁਣਦਾ ਪਰ ਮੈਂ ਮੰਨਦਾ ਨਹੀਂ ਸੀ। ਹੁਣ ਮੈਂ ਕਰਾਂ ਕਿ ਨਾ ਤਾਂ ਪਿੰਡ ਦੇ ਚੌਧਰੀ ਨਾ ਹੀ ਪਿੰਡ ਦੇ ਨੰਬਰਦਾਰ ਇਹ ਗਵਾਹੀਆਂ ਦਿੰਦੇ ਨੇ ਅਤੇ ਬਾਕੀ ਆਪਣਾ ਬਹੀ ਖਾਤਾ ਦੱਸਦਾ ਉਹਨਾਂ ਦਾ ਵੀ ਇਹ ਮੁੱਢਾਂ ਤੋਂ ਮਾਲਕ ਨੇ, ਪੁਸ਼ਤਾਂ ਇਹਨਾਂ ਦੀਆਂ ਬਹੁਤ ਬੀਤੀਆਂ ਇੱਥੇ, ਇਹ ਜ਼ਮੀਨ ਇਹਨਾਂ ਦੀ ਹੈ। ਅਤੇ ਤੁਸੀਂ ਜਿਹੜੀ ਮਾਲਕੀ ਕਰਦੇ ਹੋ ਤੁਸੀਂ ਕਿਸ ਗੱਲ ਬਾਰੇ ਕਰਦੇ ਹੋ ਮਾਲਕੀ? ਤੁਸੀਂ ਇਹ ਦੱਸੋ
ਵੀ ਜਾਂ ਤਾਂ ਕੋਈ ਤੁਸੀਂ ਵੀ ਸਬੂਤ ਦਿਓ, ਇਹ ਤਾਂ ਸਾਰਾ ਸਬੂਤ ਦਿੰਦੇ ਤੇ ਤੁਹਾਡੇ ਕੋਲ ਸਬੂਤ ਕੋਈ ਹੈ? ਆ ਸਾਡੀ ਤਾਂ ਬੇਨਤੀ ਹੈ। ਹਾਂ ਜੇ ਕੋਈ ਤੁਸੀਂ ਥੋੜਾ ਬੜਾ ਸਬੂਤ ਦੇਵੋ ਵੀ ਇਹ ਜਗ੍ਹਾ ਸਾਡੀ ਹੈ, ਫਿਰ ਮੈਂ ਤੁਹਾਡੇ ਨਾਲ ਚੜਾ ਦੂੰ, ਲੋੜ ਹੀ ਨਹੀਂ ਫਿਰ ਤਾਂ ਕਲੇਸ਼ ਕਰਨ ਦੀ। ਪਰ ਸਬੂਤ ਹੋਵੇ ਮਹਾਰਾਜ, ਇਹ ਤਾਂ ਸਾਰੇ ਸਬੂਤ ਦਿੰਦੇ ਨੇ, ਤੁਸੀਂ ਵੀ ਕੋਈ ਆਪਦਾ ਸਬੂਤ ਦਿਓ। ਕਹਿੰਦੇ ਭਾਈ ਅਸੀਂ ਵੀ ਦੇ ਦੇਣੇ ਆਪਦਾ ਸਬੂਤ। ਕੀ ਮੰਗਦਾ ਸਾਥੋਂ? ਬਾਦਸ਼ਾਹ ਫਿਰ ਤੂੰ ਹੁਣ ਆਪਦੇ ਸਹੀ ਜਿਹੜੇ ਪੂਰੇ ਤੇਰੇ ਬੰਦੇ ਨੇ, ਜਾਂ ਤਾਂ ਉਹਨਾਂ ਨੂੰ ਭੇਜ ਸਾਡੇ ਕੋਲੇ, ਜਿੰਨੇ ਵੀ ਭੇਜਦੇ, ਜਾਂ ਫਿਰ ਤੂੰ ਵੀ ਚੱਲ ਕੇ ਆ ਜਾ। ਫਿਰ ਸਬੂਤ ਅਸੀਂ ਵੀ ਦੇਵਾਂਗੇ, ਉਹਨਾਂ ਦੇ ਵੀ ਸਬੂਤ, ਜਿਵੇਂ ਥੋੜਾ ਫੈਸਲਾ ਜਿਵੇਂ ਤੇਰੀ ਮਰਜ਼ੀ ਹੈ ਕਰਦੀ। ਉਹ ਕਹਿੰਦਾ ਬਸ ਮੇਰਾ ਤਾਂ ਆਇਆ ਹੀ ਹੈ ਜੀ, ਤੁਸੀਂ ਸਬੂਤ ਦਿਖਾਓ, ਮੈਂ ਬੰਦੇ ਭੇਜਦਾ। ਉਹਨੇ ਆਪਦੇ ਬੰਦੇ ਭੇਜਤੇ, ਉਹਨੇ ਆਪਦੇ, ਉਹ ਸਾਰੇ ਦੂਰ ਦੂਰ ਖੜੇ ਨੇ। 10ਵੇਂ ਪਾਤਸ਼ਾਹ ਨੇ ਹੱਥ ਮਾਰਤਾ, ਕਹਿੰਦਾ ਆ ਜਾਓ ਭਾਈ ਨੰਗਿਓ, ਆ ਜਾਓ ਸਾਰੇ, ਆ ਜਾਓ, ਨਗਰ ਵਾਲੇ ਵੀ ਆ ਜਾਓ। ਸਾਰੇ ਬਾਗੇ ਜਾ ਕੇ ਨਮਸਕਾਰ ਕਰਕੇ ਬਹਿ ਗਏ। ਹਾਂ ਜਾ ਕੇ ਉਹਨਾਂ ਨੇ ਮੁਰਾਬਾ ਨੇ ਉਹ ਚਿੱਠੀ ਰੱਖ ਦਿਆ, ਮਹਾਰਾਜ ਬਾਦਸ਼ਾਹ ਦੀ ਬੇਨਤੀ ਪੜ੍ਹ ਲਓ। ਕਹਿੰਦੇ ਲਿਓ, ਉਹ ਬੇਨਤੀ ਪੜ੍ਹ ਲਈ ਵੀ 10ਵੇਂ ਪਾਤਸ਼ਾਹ ਚਿੱਠੀ ਪੜ੍ਹਦੇ ਪੜ੍ਹਦੇ ਹੱਸ ਪਏ ਵੀ ਗੱਲ ਤਾਂ ਉਹਨਾਂ ਦੀ ਠੀਕ ਹੈ, ਕਿਉਂ ਵੀ ਮੈਂ ਤੁਹਾਡੇ 'ਤੇ ਕੋਈ ਜ਼ੋਰ ਨਹੀਂ ਜਣਾ ਸਕਦਾ, ਤੁਹਾਨੂੰ ਮੈਂ ਧੱਕੇ ਨਾਲ ਉਠਾ ਨਹੀਂ ਸਕਦਾ, ਤੁਸੀਂ ਮੇਰੇ 'ਤੇ ਪਰਉਪਕਾਰ ਕੀਤਾ ਹੈ। ਪਰ ਗੱਲ ਇਹਨਾਂ ਦੀ ਵੀ ਸਹੀ ਹੈ, ਇਹ ਪੁਸਤਾਂ ਤੋਂ ਵੱਸਦੇ ਨੇ ਵੀ ਕੋਈ ਨਾ ਕੋਈ ਸਬੂਤ ਦੇਣਾ ਚਾਹੀਦਾ ਮਹਾਰਾਜ। ਲਓ ਭਾਈ ਮਰਾਬੋ, ਤੁਸੀਂ ਭੇਜੇ ਹੋ ਜ਼ਿੰਮੇਵਾਰ? ਕਹਿੰਦੇ ਹਾਂ ਜੀ। ਕਿਉਂ ਵੀ ਚੌਧਰੀ ਨੰਬਰਦਾਰੋ, ਜੇ ਅਸੀਂ ਕੋਈ ਆਪਦਾ ਸਬੂਤ ਦੇਈਏ ਫਿਰ ਮੰਨੋਗੇ ਤੁਸੀਂ? ਕਹਿੰਦੇ ਮਹਾਰਾਜ ਜਦੋਂ ਕੋਈ ਸਬੂਤ ਦੇਵੋਗੇ ਫਿਰ ਮੰਨਣਾ ਹੀ ਪਊ, ਫਿਰ ਅਸੀਂ ਮੰਨਾਂਗੇ। ਐ ਉੱਠ ਕੇ ਬਾਦ 10ਵੇਂ ਪਾਤਸ਼ਾਹ ਨੇ ਗੇੜਾ ਦੇਤਾ, ਕੁੰਡਲ ਵਗਦਾ, ਲੈ ਵੀ ਖਾਲਸੇ ਦਲ ਨੂੰ ਦੇਤੀ ਆਗਿਆ। ਕਹਿੰਦੇ ਇੰਨਾ ਥਾਂ ਪੱਟ ਲਓ, ਪਟੋ ਇਹਨਾਂ ਥਾਂ। ਪੱਟੀ ਗਏ ਜਦੋਂ 10 ਫੁੱਟ ਪੱਟ ਕੇ ਡੂੰਘਾ ਬਾਗੇ। ਕਹਿੰਦੇ ਲੈ ਹੁਣ ਇੱਥੋਂ ਹੌਲੀ ਹੌਲੀ ਪੱਟਿਓ, ਕਿਉਂ ਇੱਥੋਂ ਇੱਕ ਭਭੂਤੀ ਦਾ ਢੇਰ ਨਿਕਲੂ, ਇੱਥੋਂ ਭਭੂਤੀ ਦਾ ਢੇਰ ਮਿਲੂਗਾ ਤੁਹਾਨੂੰ, ਉਹਨੂੰ ਖੰਡਿਆ ਨਾ ਦਿਓ। ਉਹਨਾਂ ਨੇ ਜਦੋਂ ਹੌਲੀ ਹੌਲੀ ਮਿੱਟੀ ਲਾਹੁਣ ਲੱਗੇ ਤਾਂ ਸੱਚੀ ਗੱਲ ਇੱਕ ਪਾਸੇ ਭਭੂਤੀ ਦਾ ਟੱਬਾ ਲੱਗਿਆ ਪਿਆ। ਦੇਖਿਆ, ਕਹਿੰਦਾ ਕਿਉਂ? ਆਹ ਮਹਾਰਾਜ ਕਹਿੰਦਾ ਉਹਨਾਂ ਨੰਬਰਦਾਰਾਂ ਨੂੰ, ਕਹਿੰਦਾ ਨੰਬਰਦਾਰੋ ਆਹ ਸਾਡੇ ਧੋਣਿਆਂ ਦੀ ਰਾਖ ਹੈ, ਹੁਣ ਕਹਿੰਦਾ ਇੱਧਰ ਨੂੰ ਪੱਟ ਲਓ, ਇੱਧਰ ਨੂੰ ਥੋੜ੍ਹਾ ਜਿਹਾ ਹੋਰ ਪਟਵਾ ਟੋਏ 'ਚ। ਉਧਰ ਨੂੰ ਪੱਟਿਆ ਤਾਂ ਉਸ ਵੇਲੇ ਦਾ ਇੱਕ ਆਸਣ ਪਿਆ ਵਿਛਿਆ ਬੰਦੇ ਦੇ ਸਰੀਰ ਜਿੰਨਾ। ਆਹ ਸਾਡਾ ਆਸਣ ਹੈ, ਹੋਰ ਸਬੂਤ ਦੇਖਣਾ ਹੈ, ਹੁਣ ਇੱਧਰ ਨੂੰ ਪੱਟ ਲਓ ਆਸਣ ਤੋਂ। ਆ ਸੱਜੇ ਹੱਥ ਕੰਨੀ ਨੂੰ, ਸੱਜੇ ਹੱਥ ਕੰਨੀ ਨੂੰ ਪੱਟਿਆ ਤਾਂ ਉੱਥੇ ਕੀ ਦੇਖਿਆ? ਉੱਥੇ ਮਾਲਾ ਪਈ ਹੈ ਸਤਿਗੁਰ ਦੀ ਤੇ ਕਮੰਡਲ ਪਿਆ। ਭਗਤੀ ਦੇ ਜ਼ੋਰ ਦੇ ਨਾਲ ਉਹ ਕੋਈ ਕਿਸੇ ਚੀਜ਼ ਦਾ ਵਿਗਾੜ ਨਹੀਂ ਹੋਇਆ। ਕਹਿੰਦੀ ਇੱਧਰ ਨੂੰ ਪੱਟ ਲਓ ਥੋੜ੍ਹਾ ਜਿਹਾ, ਉੱਧਰ ਨੂੰ ਪੱਟਿਆ ਚਿਮਟਾ ਪਿਆ, ਫੌੜੀ ਪਈ ਹੈ। ਦੱਸੋ ਵੀ ਇੱਧਰ ਸਵਾਲ ਤੂੰ ਕੀ ਦੇਈਏ? ਕਹਿੰਦੇ ਜਦੋਂ ਅਸੀਂ ਇੱਥੇ ਤਪ ਕੀਤਾ 1 ਲੱਖ ਵਰਾ ਕੀਤਾ, ਇੱਥੇ 1 ਲੱਖ ਵਰਾ ਅਸੀਂ ਤਪ ਕੀਤਾ। ਆਹ ਸਾਡੀ ਧੂਣਿਆਂ ਦੀ ਵਿਭੂਤੀ ਹੈ। ਉਸ ਵੇਲੇ ਮੇਰਾ ਨਾਮ ਦੁਸ਼ਮਨ ਸੀ ਜਦੋਂ ਮੈਂ ਇੱਥੇ ਤਪ ਕਰਿਆ, ਉਹ ਜਾਮੇ ਦੇ ਵਿੱਚ ਮੇਰਾ ਦੁਸ਼ਮਨ ਨਾਮ ਸੀ। ਉਹ ਇੱਥੇ ਹੁਣ ਲੱਖ ਵਰਾ ਹਜ਼ਾਰਾਂ ਵਰੇ ਕਰਕੇ ਤਪੱਸਿਆ, ਫਿਰ ਇੱਥੋਂ ਅਸੀਂ ਕਹਿੰਦਾ ਚਲੇ ਗਏ ਗਾਹਾਂ ਦੀ ਗਾਹਾਂ, ਹੋਰ ਗਾਹਾਂ ਵੱਧਦੇ ਗਏ। ਇੱਧਰ ਕਹਿੰਦਾ ਇੱਧਰਲਾ ਧਿਆਨ ਛੁੱਟ ਗਿਆ, ਗਾਹਾਂ ਦੇ ਹੀ ਹੋ ਗਿਆ। ਫਿਰ ਇੱਥੇ ਭਾਈ ਨੇਰੀਆਂ ਖਾਤੇ ਵੀ ਝਾੜ ਮਲੇ ਹੋ ਗਏ। ਇਹਨਾਂ ਨੇ ਪੱਟ ਕੇ ਠੀਕ ਹੈ, ਇਹਨਾਂ ਦੀਆਂ ਪੁਸਤਾਂ ਲੰਘੀਆਂ, ਇਹਨਾਂ ਨੇ ਆਬਾਦ ਕਰ ਲਈ, ਹੁਣ ਇਹਨਾਂ ਦੀ ਹੈ ਧਰਤੀ, ਪਰ ਮੁੱਢੋਂ ਸਾਡੀ ਹੈ
ਇਹ ਇੰਨੀ ਧਰਤੀ ਨਹੀਂ, ਇਹ 4 ਕੋਹ ਧਰਤੀ ਹੈ। ਇੱਕ ਯੋਜਨ ਧਰਤੀ ਹੈ ਸਾਡੀ। ਚਫੇਰਾ ਇੱਕ ਯੋਜਨ ਦਾ 4 ਕੋਹ ਦਾ। 4 ਕੋਹ ਦੇ ਅੰਦਰ ਅੰਦਰ ਜਿੰਨੀ ਧਰਤੀ ਆ ਜੇ ਸਾਡੀ ਹੈ, ਇੰਨੀ ਇਹ ਸਾਡੀ ਹੈ। ਜਾਓ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ, ਜਾ ਕੇ ਦਿਖਾ ਦਿਓ, ਸਬੂਤ ਦੇ ਦਿਓ ਸਾਡੇ ਵੀ ਹੈ, ਜੋ ਫੈਸਲਾ ਉਹ ਦੇਣਗੇ। ਦੱਸੋ ਵੀ ਨਗਰ ਨਿਵਾਸੀ ਹੋ ਤੁਸੀਂ? ਕਹਿੰਦੇ ਜੀ ਸਬੂਤ ਤੁਹਾਡੇ ਪੱਕੇ ਨੇ, ਨਾ ਤਾਂ ਤੁਹਾਡੇ ਹੱਲਣ ਵਾਲੇ ਸਬੂਤ ਨੇ, ਨਾ ਇਹਨਾਂ ਦੇ। ਤੁਹਾਡੇ ਵੀ ਪੱਕੇ ਨੇ, ਤੁਸੀਂ ਧਰਤੀ ਪੱਟ ਕੇ ਦਿਖਾਤੇ, ਤੇ ਸਬੂਤ ਇਹਨਾਂ ਦੇ ਵੀ ਪੱਕੇ ਨੇ। ਫਿਰ ਜਾ ਕੇ ਬਾਦਸ਼ਾਹ ਦੇ ਪੇਸ਼ ਹੋਏ। ਕਹਿੰਦੇ ਮਹਾਰਾਜ ਗੱਲ ਤਾਂ ਆ ਹੈ, ਹੁਣ ਤੁਸੀਂ ਫੈਸਲਾ ਦਿਓ ਜਿਵੇਂ ਦਿੰਦੇ ਹੋ। ਕਹਿੰਦਾ ਵੀ ਜੇ ਤੁਸੀਂ ਸਾਰੇ ਕਹਿੰਦੇ ਹੋ ਨਗਰ ਵਾਲੇ ਵੀ ਅਸੀਂ ਦੇਖ ਲਏ ਸਬੂਤ ਵਾਕਈ ਹੈਗੇ, ਉਦੋਂ ਦਾ ਕਮੰਡਲੂ ਵੀ ਪਿਆ, ਉਦੋਂ ਦੀ ਮਾਲਾ ਵੀ ਪਈ ਹੈ, ਆਸਣ ਵੀ ਪਿਆ, ਸੁਆਹ ਦਾ ਢੇਰ ਵੀ ਦੇਖ ਲਿਆ ਅਸੀਂ ਪੱਟ ਕੇ, ਇੰਨੇ ਫੁੱਟ ਡੂੰਘਾ। ਫਿਰ ਕਹਿੰਦਾ ਵਾਕਈ ਜਗ੍ਹਾ, ਫਿਰ ਉਹ ਆਪਦੀ ਮਾਲੀ ਬੈਠੇ ਨੇ। ਫਿਰ ਕਹਿੰਦਾ ਉਹਨਾਂ ਨੇ ਨਾਂ ਦੱਸਿਆ ਵੀ ਉਹ ਜਾਮੇ ਦੇ ਵਿੱਚ ਮੇਰਾ ਨਾਂ ਦੁਸ਼ਟ ਦਮਨ ਸੀ, ਵੀ ਇੰਨਾ ਚਿਰ ਮੈਂ ਇੱਥੇ ਤਪੱਸਿਆ ਕੀਤੀ, ਫਿਰ ਅਸੀਂ ਗਾਹਾਂ ਚਲੇ। ਕਹਿੰਦਾ ਵੀ ਫਿਰ ਤਾਂ ਆ ਲਓ ਮੈਂ ਪਟਾ ਬਣਾਤਾ, ਉਹ ਤਾਂ ਇਹ ਜਗ੍ਹਾ ਹੀ ਉਹਨਾਂ ਦੀ ਹੈ। ਬਾਦਸ਼ਾਹ ਨੇ ਉੱਥੇ ਬੈਠੇ ਨੇ ਰਜਿਸਟਰੀ ਕਰਤੀ, ਤਹਿਸੀਲਦਾਰਾਂ ਨੂੰ ਪਟਵਾਰੀਆਂ ਨੂੰ ਹੁਕਮ ਦਿੱਤਾ ਵੀ ਚੜ੍ਹਾ ਦਿਓ ਇਹਨਾਂ ਨੂੰ। 10ਵੇਂ ਪਾਤਸ਼ਾਹ ਨੇ ਚੜ੍ਹਾਤੀ, ਤੇ ਉਹ ਮੁਗਲ ਤੇ ਜਿਹੜੇ ਉਹ ਢਿੱਲੇ ਹੋ ਕੇ ਆ ਕੇ ਪਏ। 10ਵੇਂ ਪਾਤਸ਼ਾਹ ਨੇ ਵੀ ਵੇਖ ਲਿਆ ਵੀ ਇਹਨਾਂ ਦਾ ਬਹੁਤ ਚਿਰ ਤੋਂ ਕਬਜ਼ਾ ਹੈ, ਬਹੁਤ ਬੁੜਿਆਂ ਦੀ ਜ਼ਿੰਦਗੀ ਲੱਗ ਗਈ। ਉਹ ਖਜ਼ਾਨਚੀ ਹਾਂ ਆ ਲਿਆ ਭਾਈ ਚੱਕ ਕੇ ਮੋਹਰਾਂ ਦੀਆਂ ਬੋਰੀਆਂ, ਮੋਹਰਾਂ ਦੀਆਂ ਬੋਰੀਆਂ ਚੱਕ ਲੈਣੀਆਂ, ਧਰ ਦੇ। ਜਿਹਦੀ ਜੀ ਜ਼ਮੀਨ ਵਿੱਚ ਆਈ ਹੈ, ਆ ਜਾਓ ਭਾਈ, ਮੈਂ ਐਵੇਂ ਨਹੀਂ ਦੱਬਾ ਮਾਰਦਾ, ਤੁਹਾਡਾ ਕਾਲਜਾ ਨਹੀਂ ਮੈਂ ਮੋਸਦਾ, ਤੁਸੀਂ ਵੀ ਬਾਲ ਬੱਚੇ ਵਾਲੇ ਹੋ। ਜੇ ਤੁਹਾਡੇ ਇੱਕ ਮੋਹਰ ਦਾ 1 ਕਿੱਲਾ ਆਉਂਦਾ, 2 ਚੱਕ ਲਓ, ਦੁੱਗਣੀ ਮਾਇਆ ਚੱਕ ਲਓ। ਜਿੰਨੀ ਕਿਸੇ ਦੀ ਧਰਤੀ ਆਈ ਹੈ ਉਨੀ ਮਾਇਆ ਚੱਕ। ਖੋਲ੍ਹਤੇ ਭੰਡਾਰੇ, ਜੈ ਜੈਕਾਰਾਂ ਹੋ ਗਈਆਂ, ਜਿੰਨੇ ਸਾਰੇ ਮੁਗਲ ਤੇ ਸਭ ਰਾਜੀ ਖੁਸ਼ੀ ਹੋ ਗਏ ਵੀ ਆਪਾਂ ਨੂੰ ਵਿਗੇ ਤੇ 2 ਵਿਗੇ ਬਣਦੇ ਨੇ। ਚੱਕ ਲਓ, ਸਭ ਨੇ ਭਰ ਲਈਆਂ ਝੋਲੀਆਂ, ਜੈ ਜੈਕਾਰੇ ਲਾਗੇ ਬੋਲਣ। ਉਹਨੂੰ ਸਾਡੇ ਕਹਿੰਦੇ ਅਸੀਂ ਵੀ ਉਹ ਹਜ਼ੂਰ ਸਾਹਿਬ ਹੈ, ਉਹ ਹਜ਼ੂਰ ਸਾਹਿਬ ਹੈ। ਨੰਦੇੜ ਸ਼ਹਿਰ ਅੱਡ ਹੈ ਅਤੇ ਗੁਰੂ ਗੁਰਦੁਆਰਾ ਅੱਡ ਹੈ, ਉੱਥੇ ਹੀ ਇਹਨਾਂ ਨੇ ਸਰੀਰ ਛੱਡਿਆ। ਇੰਨੀ ਕਹਿੰਦੇ ਹੋਏ ਕਿ ਮਾਨੀ ਜੱਜ ਕਾ ਸਰੋਤੇ ਸੱਜਣੋਂ ਫੇਰ ਮਿਲਾਂਗੇ, ਜਦੋਂ ਫੇਰ ਟਾਈਮ ਮਿਲੂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।